ਸਿਆਣੇ ਕਹਿੰਦੇ ਨੇ ਮਾਨਵਤਾ ਦੀ ਸੇਵਾ ਸਭ ਤੋਂ ਉੱਤਮ ਧਰਮ ਹੈ। ਜੇ ਕੋਈ ਲੋੜਵੰਦ ਮਿਲੇ ਤਾਂ ਉਸ ਦੀ ਜ਼ਰੂਰ ਬਾਂਹ ਫੜਨੀ ਚਾਹੀਦੀ ਹੈ। ਤੇ ਇਹ ਧਰਮ ਦੀ ਸੇਵਾ ਨਿਭਾਈ ਹੈ ਯੂਕੇ ਦੀ ਸੰਸਥਾ ਮਾਈ ਭਾਗੋ ਸੇਵਾ ਟਰਸਟ ਨੇ, ਜਿਨ੍ਹਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਲੋੜਵੰਦਾਂ ਦੀ ਬਾਂਹ ਫੜੀ ਤੇ ਉਹਨਾਂ ਦੀ ਹਰ ਇੱਕ ਲੋੜ ਨੂੰ ਪੂਰਾ ਕਰਨ ਦੀ ਪੁਰਜ਼ੋਰ ਕੋਸ਼ਿਸ਼ ਵੀ ਕੀਤੀ। ਗਵਾਂਢੀਆਂ ਮੇਰਾ ਨਾਮ ਰਾਮ ਮੂਰਤੀ ਹੈ। ਹਾਂਜੀ, ਮੈਂ ਬੱਸ ਸਟੈਂਡ 'ਚ ਕੰਮ ਕਰਦਾ ਤੇ ਇਹਨਾਂ ਦੀ ਬਹੁਤ ਹਾਲਾਤ ਮਾੜੇ ਨੇ। 2 ਬੱਚੇ ਆ ਤੇ ਕਿਰਪਾ ਕਰਕੇ ਇਹਨਾਂ ਦਾ ਜਿਹੜਾ ਮਕਾਨ ਬਣਾਇਆ ਜਾਏ। ਆਓ ਉਹਨਾਂ ਦੀ ਇਸ ਕੋਸ਼ਿਸ਼ ਦਾ ਆਪਾਂ ਵੀ ਹਿੱਸਾ ਬਣੀਏ, ਆਪਣਾ ਦਸਵੰਧ ਸਾਂਝਾ ਕਰੀਏ। ਜੇ ਤੁਸੀਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ, ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਹੇਠਾਂ ਦਿੱਤੇ ਅਕਾਊਂਟ ਵਿੱਚ ਆਪਣੀ ਸੇਵਾ ਵੀ ਸਾਂਝੀ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। चुप उदासी खुशियां खेड़े, चुप उदासी खुशियां खेड़े, सारे जीन दे रंग। आपो अपनी सोच असाडी, आपो अपना ढंग। प्यार मोहब्बत करे पसारा, खत्म होवे हर जंग। आओ रल के बैठिए कलमां दे अंग संग, राज लाली बटाला करे सबना तो एक मंग। आओ रल के वेखिए प्रोग्राम कलमां दे अंग संग। वेखना ना भुलना, ओनली ऑन ब्रिटिश पंजाबी टीवी। ਬ੍ਰਿਟਿਸ਼ ਪੰਜਾਬੀ ਟੀਵੀ ਤੇ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ ਤੁਹਾਡਾ ਸਾਰਿਆਂ ਦਾ ਹੀ ਰਾਜ ਲਾਲੀ ਬਟਾਲਾ ਵੱਲੋਂ ਨਿੱਘਾ ਸਵਾਗਤ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਖੁਸ਼ ਆਮਦੀਦ। ਪਿਛਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਸਨ ਤਾਰਾ ਸਰਾਂ ਜੀ ਔਰ ਮਨਜੀਤ ਇੰਦਰਾ ਜੀ। ਇੱਕ ਕਮਾਲ ਦਾ ਪ੍ਰੋਗਰਾਮ ਰਿਹਾ ਸੀਗਾ ਔਰ ਤੁਹਾਡਾ ਹੰਗਾਰਾ ਬੜਾ ਕਮਾਲ ਦਾ ਸੀਗਾ। ਉਸ ਪ੍ਰੋਗਰਾਮ ਵਿੱਚ ਔਰਤਾਂ ਬਾਰੇ ਨਜ਼ਮਾਂ, ਕਵਿਤਾਵਾਂ ਔਰ ਉਹਨਾਂ ਦੇ ਜਿਹੜੇ ਆਮ ਮੁੱਦੇ ਸੀ ਉਹਨਾਂ ਦੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ ਸੀ। ਔਰ ਤੁਹਾਡਾ ਹੁੰਗਾਰਾ ਦੱਸਦਾ ਕਿ ਅਸੀਂ ਸਹੀ ਚੱਲ ਰਹੇ ਹਾਂ ਔਰ ਤੁਹਾਡੇ ਇਸ ਹੁੰਗਾਰੇ ਵਾਸਤੇ, ਤੁਹਾਡੇ ਪਿਆਰ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਹਰ ਪ੍ਰੋਗਰਾਮ ਵਿੱਚ ਤੁਹਾਡਾ ਜਿਹੜਾ ਇੱਕ ਹੁੰਗਾਰਾ ਸਾਡੇ ਨਾਲ ਹਰ ਰੂਪ ਵਿੱਚ ਵੱਧ ਰਿਹਾ, ਚਾਹੇ ਉਹ ਮੈਸੇਜਿਸ ਹੋਣ, ਚਾਹੇ ਉਹ ਗਰੁੱਪ 'ਚ ਤੁਹਾਡਾ ਅਕਾਊਂਟ ਹੋਵੇ, ਤਾਂ ਉਸ ਨਾਲ ਸਾਨੂੰ ਇੱਕ ਹੌਸਲਾ ਮਿਲ ਰਿਹਾ, ਸਾਨੂੰ ਇੱਕ ਬਲ ਮਿਲ ਰਿਹਾ। ਤਾਂ ਪਲੀਜ਼ ਸਾਡੇ ਨਾਲ ਇਵੇਂ ਜੁੜਦੇ ਰਹੋ, ਇਵੇਂ ਸਾਨੂੰ ਹੌਸਲਾ ਬਖਸ਼ਦੇ ਰਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਯਤਨ ਕੀਤਾ ਆਪਾਂ, ਅਸੀਂ ਗਰੁੱਪ ਸ਼ੁਰੂ ਕੀਤਾ ਹੈ ਕਲਮਾਂ ਦੇ ਅੰਗ ਸੰਗ ਫੇਸਬੁੱਕ 'ਤੇ, # ਕਲਮਾਂ ਦੇ ਅੰਗ ਸੰਗ। ਸੋ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਪਲੀਜ਼ ਉਸ ਗਰੁੱਪ ਨਾਲ ਜੁੜਿਓ ਤਾਂ ਕਿ ਕੋਈ ਸਵਾਲ ਹੋਵੇ, ਕੋਈ ਸ਼ੰਕਾ ਹੋਵੇ ਤਾਂ ਆਪਾਂ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਾਂ। ਔਰ ਯਤਨ ਇਹੀ ਆ ਕਿ ਜੋ ਵੀ ਕਲਮਾਂ ਨੇ, ਜਾਂ ਚਾਹੇ ਨਵੀਆਂ ਕਲਮਾਂ ਨੇ, ਚਾਹੇ ਇੱਕ ਨਾਮਵਰ ਕਲਮਾਂ ਨੇ, ਸਾਰਿਆਂ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਾਇਆ ਜਾਵੇ। ਔਰ ਸਾਡਾ ਖਾਸ ਫੋਕਸ ਹੈ ਬ੍ਰਿਟਿਸ਼ ਪੰਜਾਬੀ ਟੀਵੀ ਦਾ ਕਿ ਜੋ ਨਵੀਆਂ ਕਲਮਾਂ ਨੇ, ਜੋ ਪੰਜਾਬੀ ਦੇ ਸਾਹਿਤ ਵਿੱਚ, ਪੰਜਾਬੀ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਹਨ, ਚਾਹੇ ਕਵਿਤਾ ਹੈ, ਚਾਹੇ ਕਹਾਣੀ ਹੈ, ਚਾਹੇ ਵਾਰਤਕ ਹੈ, ਚਾਹੇ ਹਾਈਕੂ ਹੈ, ਚਾਹੇ ਕੋਈ ਵੀ ਵਿਧਾ ਹੋਏ ਪੰਜਾਬੀ ਦੀ, ਤੁਸੀਂ ਸਾਡੇ ਨਾਲ ਜ਼ਰੂਰ ਰਾਬਤਾ ਕਰਿਓ। ਅਸੀਂ ਯਤਨ ਕਰਾਂਗੇ ਕਿ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਆਪਾਂ ਲੈ ਕੇ ਆਈਏ ਔਰ ਤੁਹਾਡੀ ਸਾਂਝ ਆਪਾਂ ਦਰਸ਼ਕਾਂ ਨਾਲ ਪਾਈਏ। ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਪਿਛਲੇ ਪ੍ਰੋਗਰਾਮ 'ਚ ਦੇਖਿਆ ਸੀ ਕਿ ਕਾਫੀ ਦੋਸਤਾਂ ਦੇ ਸੁਨੇਹੇ ਆਏ ਨੇ, ਕਾਫੀ ਦੋਸਤਾਂ ਦੇ ਨਾਮ ਨੇ ਉਹਨਾਂ ਨੇ ਸੁਜੈਸਟ ਕੀਤੇ ਨੇ, ਕਾਫੀ ਰਾਈਟਰਸ ਦੇ ਪੰਜਾਬੀ ਵਿੱਚ। ਅਤੇ ਮੇਰਾ ਯਤਨ ਰਹੇਗਾ ਕਿ ਅਗਲੇ ਜਾਂ ਉਸ ਤੋਂ ਅਗਲੇ ਪ੍ਰੋਗਰਾਮ ਵਿੱਚ ਜਿਹੜੇ ਉਹ ਨਾਮ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕੀਤੇ ਜਾਣ। ਕਿਉਂਕਿ ਹੁੰਦਾ ਕਿ ਕਈ ਵਾਰੀ ਕੁਛ ਰਾਈਟਰ ਬਹੁਤ ਸੋਹਣਾ ਲਿਖ ਰਹੇ ਹੁੰਦੇ ਨੇ, ਪਰ ਉਹ ਕਈ ਵਾਰੀ ਅੱਗੇ ਨਹੀਂ ਆ ਸਕਦੇ ਕਿਸੇ ਵੀ ਕਾਰਨ ਕਰਕੇ, ਚਾਹੇ ਉਹਨਾਂ ਦਾ ਸੁਭਾਅ ਹੋਵੇ। ਜੇ ਤੁਸੀਂ ਜਾਣਦੇ ਜੇ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ, ਪਲੀਜ਼ ਸਾਨੂੰ ਦੱਸ ਦਿਓ। ਬ੍ਰਿਟਿਸ਼ ਪੰਜਾਬੀ ਟੀਵੀ ਦਾ ਆਪਣਾ ਸਾਡਾ ਪੇਜ ਹੈ, ਫੇਸਬੁੱਕ 'ਤੇ ਵੀ ਆ, ਯੂਟਿਊਬ 'ਤੇ ਵੀ ਆ। ਤੁਸੀਂ ਈਮੇਲ ਕਰ ਸਕਦੇ ਜੇ ਸਾਨੂੰ ਕਲਮਾਂ ਦੇ ਅੰਗ ਸੰਗ @gmail.com, ਜਾਂ ਰਾਬਤਾ ਕਰ ਲਓ ਸਾਨੂੰ ਸਾਡੇ ਗਰੁੱਪ ਨਾਲ ਕਲਮਾਂ ਦੇ ਅੰਗ ਸੰਗ ਫੇਸਬੁੱਕ 'ਤੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਅੱਜ ਦੇ ਪ੍ਰੋਗਰਾਮ ਦੀ ਗੱਲ ਕਰਦਾ ਮੈਂ ਚੱਲਦਾ ਕਿ ਮੈਨੂੰ ਬੜੀ ਖੁਸ਼ੀ ਅੱਜ ਦੇ ਪ੍ਰੋਗਰਾਮ ਦੀ। ਅੱਜ ਦੇ ਪ੍ਰੋਗਰਾਮ ਬੜੇ ਤਿੰਨੇ ਮਹਿਮਾਨ ਆਪਣੇ ਆਪ 'ਚ ਖਾਸ ਸਥਾਨ ਰੱਖਦੇ ਨੇ। ਤਿੰਨੇ ਮਹਿਮਾਨ ਅੱਜ ਜੁੜੇ ਨੇ ਸਾਡੇ ਨਾਲ। ਰੁਪਿੰਦਰ ਸ਼ੇਖਰ ਸੁਮਨ ਜੀ ਪੰਜਾਬ ਤੋਂ,
किरण पावा जी पंजाब तो, और मैडम ਪ੍ਰਿਤਪਾਲ ਕੌਰ ਚਾਹਲ ਜੀ ਕੈਨੇਡਾ ਤੋਂ, ਵਿਨੀਪੈਗ ਤੋਂ। ਤੁਹਾਡਾ ਸਾਰਿਆਂ ਦਾ ਹੀ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ ਤਹਿ ਦਿਲੋਂ ਬਹੁਤ ਬਹੁਤ ਸਵਾਗਤ। ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਮੈਂ ਦੇਖਿਆ ਤੁਹਾਡੀ ਇੱਕ ਹੁੰਦਾ ਨਾ, ਜਿਵੇਂ ਇੱਕ ਔਰਤਾਂ ਦੀ ਗੱਲ ਕਰਦੇ ਹਾਂ ਆਪਾਂ ਕਿ ਲੇਡੀਜ਼ ਨੂੰ ਜਦੋਂ ਲਿਖਦੀਆਂ ਤੇ ਇੱਕ ਚੰਗਾ ਲੱਗਦਾ। ਔਰ ਮੈਂ ਇਹ ਗੱਲ ਜ਼ਰੂਰ ਕਹਿਣਾ ਕਿ ਕਦੀ ਵੀ, ਚਾਹੇ ਉਹ ਮੇਰੀ ਚਾਹੇ ਕੋਈ ਧੀ ਹੋਵੇ, ਚਾਹੇ ਭੈਣ ਹੋਵੇ, ਚਾਹੇ ਪਤਨੀ ਹੋਵੇ, ਕੋਈ ਵੀ ਜਦੋਂ ਲੱਗੇ ਕਿਤੇ ਕੋਈ ਕੁਛ ਹੋ ਰਿਹਾ, ਕੁਛ ਠੀਕ ਨਹੀਂ ਲੱਗ ਰਿਹਾ, ਤੇ ਪਲੀਜ਼ ਆਪਣੀ ਜਿਹੜੀ ਆਵਾਜ਼ ਹੈ ਜ਼ਰੂਰ ਉਸ ਟਾਈਮ ਬੁਲੰਦ ਕਰਿਆ ਕਰੋ ਕਿ ਵੀ ਹਾਂਜੀ ਇਹ ਗੱਲ ਸਹੀ ਨਹੀਂ ਹੈਗੀ, ਇਹਨੂੰ ਸਹੀ ਕਰੋ। ਕਿਉਂਕਿ ਅਜੇ ਵੀ ਅਸੀਂ ਆਪਣੇ ਪੰਜਾਬੀ ਦੇ ਗੱਲ ਕਰਦੇ ਹਾਂ, ਆਪਣੀ ਕਮਿਊਨਿਟੀ ਵਿੱਚ ਆਪਾਂ ਅਜੇ ਵੀ ਥੋੜ੍ਹਾ ਬਹੁਤ ਪਿੱਛੇ ਆਪਾਂ ਉਸ ਲੈਵਲ ਤੇ ਪਹੁੰਚਣ ਵਾਸਤੇ ਜਿੱਥੇ ਪਹੁੰਚਣਾ ਚਾਹੀਦਾ ਆਪਾਂ ਨੂੰ। ਸੋ ਤੁਹਾਡਾ ਬਹੁਤ ਬਹੁਤ ਸਵਾਗਤ ਸਾਰਿਆਂ ਦਾ। ਮੈਂ ਅੱਜ ਸ਼ੁਰੂ ਕਰਦਾ ਪ੍ਰੋਗਰਾਮ ਦੀ ਇੱਕ ਸ਼ੇਅਰ ਨਾਲ ਸ਼ੁਰੂ ਕਰਦਾ ਕਿ ਇੱਕ ਪੰਜਾਬੀ 'ਚ ਮੈਂ ਸ਼ੇਅਰ ਲਿਖਿਆ ਸੀ ਕਿ ਕਿਸੇ ਪਹਿਚਾਣ ਦੀ ਖਾਤਿਰ, ਕਿਸੇ ਪਹਿਚਾਣ ਦੀ ਖਾਤਿਰ ਉਹ ਸੂਲੀ ਰੋਜ਼ ਚੜ੍ਹਦੀ ਹੈ, ਕਿਸੇ ਪਹਿਚਾਣ ਦੀ ਖਾਤਿਰ ਉਹ ਸੂਲੀ ਰੋਜ਼ ਚੜ੍ਹਦੀ ਹੈ, ਇਹ ਦੁਨੀਆ ਇੱਕ ਤਰਫ ਸਾਰੀ ਮਗਰੋਂ ਫਿਰ ਵੀ ਲੜਦੀ ਹੈ। ਵਾਹ ਇਹ ਵਾਹ। ਦੁਨੀਆ ਇੱਕ ਤਰਫ ਸਾਰੀ ਮਗਰੋਂ ਫਿਰ ਵੀ ਲੜਦੀ ਹੈ। ਸੋ ਤੁਹਾਡੀ ਇਸ ਲੜਾਈ ਨੂੰ, ਤੁਹਾਡੇ ਇਸ ਹੌਸਲੇ ਨੂੰ ਤਹਿ ਦਿਲੋਂ ਸਲਾਮ। ਔਰ ਆਪਾਂ ਚਾਹੁੰਦੇ ਹਾਂ ਕਿ ਇਵੇਂ ਹੀ ਜਿਹੜਾ ਯਤਨ ਹੈ ਇੱਕ ਬਰਾਬਰਤਾ ਦਾ ਚੱਲਦਾ ਰਹੇ, ਔਰ ਇਹ ਜ਼ਰੂਰੀ ਵੀ ਹੋ ਜਾਂਦਾ ਹਰ ਮਾਹੌਲ ਵਿੱਚ, ਹਰ ਜਗ੍ਹਾ ਤੇ। ਔਰ ਅੱਜ ਦੇ ਪ੍ਰੋਗਰਾਮ 'ਚ ਜੋ ਸ਼ੁਰੂਆਤ ਕਰਦੇ ਹਾਂ ਆਪਾਂ ਇਸ ਪ੍ਰੋਗਰਾਮ ਦੀ, ਤੇ ਸਭ ਤੋਂ ਪਹਿਲਾਂ ਜੋ ਮੈਂ ਸਦਾ ਪੱਤਰ ਦੇਣ ਜਾ ਰਿਹਾ, ਮੈਂ ਜਾਵਾਂਗਾ ਰੁਪਿੰਦਰ ਸ਼ੇਖਰ ਸੁਮਨ ਹੋਣਾ ਕੋਲ। ਉਹਨਾਂ ਨੇ MA ਕੀਤੀ ਹੈ ਪੰਜਾਬੀ ਦੀ, ਔਰ MA B.Ed ਕੀਤੀ ਆ, ਔਰ ਸਰਕਾਰੀ ਨੌਕਰੀ ਕਰ ਰਹੇ ਨੇ, ਔਰ ਇਹ ਕਾਫੀ ਐਜ਼ ਏ ਲੈਕਚਰਰ ਪੰਜਾਬੀ ਕੰਮ ਵੀ ਕਰ ਰਹੇ ਨੇ, ਔਰ ਕਾਫੀ ਲੰਬੇ ਸਮੇਂ ਤੋਂ ਅਖਬਾਰਾਂ ਵਿੱਚ, ਮੈਗਜ਼ੀਨਾਂ ਵਿੱਚ ਕਵਿਤਾ ਇਹਨਾਂ ਦੇ ਆਰਟੀਕਲ ਛਪਦੇ ਰਹਿੰਦੇ ਨੇ। ਔਰ ਦੂਸਰੀ ਗੱਲ ਮੈਨੂੰ ਖੁਸ਼ੀ ਹੈ ਕਿ ਇਹਨਾਂ ਵੀ ਇੱਕ ਦੂਰਦਰਸ਼ਨ ਵਿੱਚ ਪ੍ਰੋਗਰਾਮ ਵਿੱਚ ਐਜ਼ ਏ ਐਂਕਰ ਕੰਮ ਕਰ ਚੁੱਕੇ ਨੇ, ਐਜ਼ ਏ ਹੋਸਟ ਕੰਮ ਕਰ ਚੁੱਕੇ ਨੇ। ਬਹੁਤ ਬਹੁਤ ਸਵਾਗਤ ਤੁਹਾਡਾ ਰੁਪਿੰਦਰ ਜੀ। ਔਰ ਰੁਪਿੰਦਰ ਜੀ ਦੀ ਇੱਕ ਛੋਟੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਦਾ। ਰੁਪਿੰਦਰ ਜੀ ਲਿਖਦੇ ਨੇ ਕਿ ਕਵਿਤਾ ਦਾ ਅਨੁਮਾਨ ਹੈ ਮਹਿਕ, ਤੇ ਇਹ ਲਿਖਦੇ ਨੇ ਮੈਡਮ ਕਿ ਜ਼ਰੂਰੀ ਨਹੀਂ ਕਿ ਖੁਸ਼ਬੂ ਦਾ ਲਿਬਾਸ ਫੁੱਲਾਂ ਤੱਕ ਸੀਮਿਤ ਰਹੇ, ਜ਼ਰੂਰੀ ਨਹੀਂ ਕਿ ਖੁਸ਼ਬੂ ਦਾ ਲਿਬਾਸ ਫੁੱਲਾਂ ਤੱਕ ਸੀਮਿਤ ਰਹੇ, ਕੁਝ ਕਿਰਦਾਰ ਵੀ ਤਾਂ ਮਹਿਕ ਦਾ ਹੁਨਰ ਰੱਖਦੇ ਨੇ, ਕੁਝ ਕਿਰਦਾਰ ਵੀ ਤਾਂ ਮਹਿਕ ਦਾ ਹੁਨਰ ਰੱਖਦੇ ਨੇ। ਸੋ ਰੁਪਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ। ਔਰ ਸਾਡੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਪਲੀਜ਼ ਆਪਣੇ ਬਾਰੇ ਪਹਿਲਾਂ ਦੱਸੋ। ਆਪਣੇ ਵੱਲੋਂ ਇੱਕ ਸਵਾਲ ਹੈ ਤੁਹਾਡੇ ਮਨ 'ਚ ਆ ਜਾਂਦਾ ਕਿ ਤੁਹਾਡਾ ਲਿਖਣ ਦਾ ਕੰਮ ਕਿਵੇਂ ਸ਼ੁਰੂ ਹੈ। ਇਸ ਤੋਂ ਪਹਿਲਾਂ ਤੁਹਾਡੀ ਰਚਨਾਵਾਂ ਸੁਣੀਆਂ, ਤੁਹਾਡੇ ਕੋਲ ਸੁਣੀਏ ਤੁਹਾਡੇ ਬਾਰੇ 'ਚ ਰੁਪਿੰਦਰ ਜੀ। ਤੁਸੀਂ ਜੀ ਪਲੀਜ਼। ਸਭ ਤੋਂ ਪਹਿਲਾਂ ਮੈਂ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਔਰ ਬਹੁਤ ਬਹੁਤ ਸ਼ੁਕਰੀਆ ਰਾਜ ਲਾਲੀ ਬਟਾਲਾ ਜੀ ਤੁਹਾਡਾ ਇਸ ਮਿਆਰੀ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ। ਔਰ ਲਿਖਣ ਦੀ ਸ਼ੁਰੂਆਤ ਦੀ ਗੱਲ ਕਰਾਂ ਤਾਂ ਮੈਂ ਦੱਸਣਾ ਚਾਹਾਂਗੀ ਕਿ ਜਦੋਂ ਮੈਂ ਪੜ੍ਹ ਰਹੇ ਸੀਗੇ, ਅਸੀਂ ਕਾਲਜ ਦੇ ਵਿੱਚ ਪੜ੍ਹ ਰਹੇ ਸੀਗੇ, ਔਰ ਉਦੋਂ ਹੀ ਇਹ ਮੈਨੂੰ ਸ਼ੌਂਕ ਸੀਗਾ ਕਿਤਾਬਾਂ ਪੜ੍ਹਨ ਦਾ, ਲਿਟਰੇਚਰ ਪੜ੍ਹਨ ਦਾ ਸ਼ੌਂਕ ਉਦੋਂ ਹੀ ਪੈਦਾ ਹੋਇਆ ਸੀਗਾ। ਫਿਰ ਮੈਂ MA ਜੋ ਹੈ ਉਹ ਪੰਜਾਬੀ ਵਿੱਚ ਕੀਤੀ ਹੈ। ਫਿਰ MA ਪੰਜਾਬੀ ਕਰਦਿਆਂ ਇਹ ਜਿਹੜਾ ਸ਼ੌਂਕ ਸੀਗਾ ਹੋਰ ਪਰਿਪੱਕ ਹੋਇਆ, ਫਿਰ ਉਹਦੇ ਨਾਲ ਹੀ ਲਿਖਣ ਦਾ ਸ਼ੌਂਕ ਪੈਦਾ ਹੋਇਆ। ਉਸ ਟਾਈਮ ਵੀ ਕਾਲਜ ਦੇ ਜੋ ਮੈਗਜ਼ੀਨ ਹੁੰਦੇ ਸੀ ਉਹਦੇ ਵਿੱਚ ਆਰਟੀਕਲ, ਕਵਿਤਾ ਵਗੈਰਾ ਲਿਖਦੇ ਰਹੇ ਹਾਂ, ਪਰ ਉਸ ਤੋਂ ਬਾਅਦ ਗੈਪ ਆ ਗਿਆ, ਇੱਕ ਮੈਰਿਜ ਦੇ ਬਾਅਦ ਜੋ ਇੱਕ ਨੈਚੁਰਲ ਗੈਪ ਹੈ। ਉਸ ਤੋਂ ਬਾਅਦ ਜਦੋਂ ਮੇਰੀ ਬੇਟੀ ਪੈਦਾ ਹੋਈ ਆ, ਉਸ ਤੋਂ ਬਾਅਦ ਫਿਰ ਮੇਰੇ ਅੰਦਰ ਜਿਹੜੇ ਭਾਵ ਸੀਗੇ ਸੁੱਤੇ ਹੋਏ ਉਹ ਫਿਰ ਤੋਂ ਜਾਗ ਉੱਠੇ, ਔਰ ਮੈਂ ਫਿਰ ਤੋਂ ਲਿਖਣਾ ਸ਼ੁਰੂ ਕੀਤਾ। ਔਰ ਉਸ ਤੋਂ ਬਾਅਦ ਇਹ ਕੰਟੀਨਿਊਸਲੀ ਚੱਲ ਰਿਹਾ ਪ੍ਰੋਸੈਸ ਕਿ ਕਿਆ ਬਾਤ ਹੈ, ਲਿਖਿਆ ਜਾ ਰਿਹਾ ਜੋ ਵੀ ਪਰਮਾਤਮਾ ਦਿਖਾ ਰਹੇ ਹੈ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਖੁਸ਼ੀ ਹੋਈ ਜੀ। ਪਲੀਜ਼ ਤੁਸੀਂ ਆਪਣੀ ਕੁਛ ਰਚਨਾਵਾਂ ਨਾਲ ਸਾਡੀ ਸਾਂਝ ਪਾਓ ਤਾਂ ਬੜੀ ਖੁਸ਼ੀ ਹੋਈ ਹੈ ਜੀ ਸਰ। ਜੀ। ਪਿਛਲੇ ਕੁਝ ਸਮੇਂ ਤੋਂ ਸਾਡੇ ਦੇਸ਼ ਦੇ ਵਿੱਚ ਸਮਾਜਿਕ ਤੇ ਧਾਰਮਿਕ ਹਾਲਾਤ ਬਹੁਤ ਜ਼ਿਆਦਾ ਹੀ ਗੜਬੜੀ ਵਾਲੇ ਰਹੇ ਹਨ। ਉਹਨਾਂ ਨੇ ਸਾਡੇ ਜੋ ਵੀ ਸੰਵੇਦਨਸ਼ੀਲ ਜਿਹੜੇ ਦਿਲ ਸੀਗੇ ਉਹਨਾਂ ਨੂੰ ਬੁਲੰਦ ਰਿਹਾ ਹੈ। ਉਹੋ ਜਿਹੇ ਹਾਲਾਤ ਤੇ ਮੈਂ ਇੱਕ ਨਜ਼ਮ ਲਿਖੀ ਸੀ, ਮੈਂ ਸਭ ਦੇ ਨਾਲ ਸਾਂਝਾ ਕਰਨਾ ਚਾਹੂੰਗੀ ਕਿ ਪਤਾ ਨਹੀਂ ਹਵਾਵਾਂ ਹੱਲੇ ਕਿਹੜੇ ਰੁੱਖ ਵਗਣਾ ਏ, ਫੂਕਾਂ ਦੀ ਥਾਂ ਪਾ ਕੇ ਮਿੱਟੀ ਅੱਗ ਇਹ ਬੁਝਾ ਲਈਏ, ਪੌਣ ਪਾਣੀ ਪਹਿਲਾਂ ਹੀ ਏ ਜ਼ਹਿਰੀ ਸਾਡੇ ਬਾਲਾਂ ਤਾਈ, ਪੌਣ ਪਾਣੀ ਪਹਿਲਾਂ ਹੀ ਏ ਜ਼ਹਿਰੀ ਸਾਡੇ ਬਾਲਾਂ ਤਾਈ, ਭੀੜ ਵਿੱਚ ਨਿਭੇ ਜੋ ਗੁਆਂਢ ਹੀ ਬਚਾ ਲਈਏ, ਪੋਟਾ ਪੋਟਾ ਬਿੰਨਿਆ ਹੈ ਅਜਲਾਂ ਤੋਂ ਬੈਰੀਆਂ ਨੇ, ਕਿਉਂ ਨਾ ਕੰਡੇ ਮਜ਼ਬਾਂ ਦੇ ਮੁੱਢੋਂ ਹੀ ਜਲਾ ਦਈਏ, ਮਜ਼ਬਾਂ ਦੇ ਤਾਣ ਤੇ
ਮਜਲੂਮਾਂ ਦੇ ਘਾਣ ਤੇ ਡੁੱਲੇ ਛਿੱਟ ਲਹੂ ਦੀ ਜੋ ਮੱਥੇ ਖੁਣਵਾ ਲਈਏ। ਪੁੱਤ ਕਿਸੇ ਮਾਂ ਦਾ, ਸੁਹਾਗ ਕਿਸੇ ਧੀ ਦਾ, ਕੀਮਤੀ ਹੈ ਬੜਾ ਲੋਕੋ, ਜਾਤਾਂ ਪਾਤਾਂ ਤੋਂ ਬਚਾ ਲਈਏ। ਵਾਹ ਜੇ ਬੰਦਾ ਹੀ ਨਾ ਰਿਹਾ ਰੱਬ ਪੂਜਣੇ ਪਰਿੰਦਿਆਂ ਨਾ, ਜੇ ਬੰਦਾ ਹੀ ਨਾ ਰਿਹਾ ਰੱਬ ਪੂਜਣੇ ਪਰਿੰਦਿਆਂ ਨਾ, ਧਰਤ ਇਨਸਾਨਾਂ ਦੀ ਇਨਸਾਨਾਂ ਲਈ ਬਚਾ ਲਈਏ। ਮਰ ਮੁੱਕ ਜਾਣਾ ਸਭੇ ਗੱਦੀ ਦਿਆਂ ਵਾਰਸਾਂ ਨੇ, ਮਰ ਮੁੱਕ ਜਾਣਾ ਸਭੇ ਗੱਦੀ ਦਿਆਂ ਵਾਰਸਾਂ ਨੇ, ਰਹਿਣਾ ਜੋ ਸਦੀਵੀ ਇੱਥੇ ਨਾਤਾ ਉਹ ਨਿਭਾ ਲਈਏ, ਰਹਿਣਾ ਜੋ ਸਦੀਵੀ ਇੱਥੇ ਨਾਤਾ ਉਹ ਨਿਭਾ ਲਈਏ। ਵਾਹ ਕੀ ਬਾਤ ਹੈ, ਵਾਹ ਬਹੁਤ ਸੋਹਣੀ ਤੁਹਾਡੀ ਕਵਿਤਾ। ਵਾਕਈ ਗੱਲ ਸਹੀ ਹੈ ਕਿ ਆਪਾਂ ਹਮੇਸ਼ਾ ਹੀ ਜਾਤਾਂ ਪਾਤਾਂ ਦੀ ਗੱਲ ਕਰਦੇ ਹਾਂ ਤੇ ਸਾਨੂੰ ਉਸ ਤੋਂ ਉੱਪਰ ਉੱਠਣ ਦੀ ਲੋੜ ਹੈ। ਇਹਦੇ 'ਚ ਕੋਈ ਸ਼ੱਕ ਨਹੀਂ। ਅਜੇ ਵੀ ਬਹੁਤ ਕੁਛ ਜਿਹੜਾ ਕੰਮ ਕਰਨ ਵਾਲਾ ਬਾਕੀ ਪਿਆ ਹੈ, ਇਹ ਹੋ ਰਿਹਾ ਅਜੇ ਵੀ। ਤਾਂ ਜਦ ਤੱਕ ਇਸ ਤਰ੍ਹਾਂ ਕਵਿਤਾਵਾਂ ਆਉਣਗੀਆਂ ਜਾਂ ਆਵਾਜ਼ ਬੁਲੰਦ ਹੋਏਗੀ ਤਾਂ ਕਿਤੇ ਨਾ ਕਿਤੇ ਗੱਲ ਪਹੁੰਚਦੀ ਆ। ਬਹੁਤ ਸੋਹਣੇ ਰੁਪਿੰਦਰ ਜੀ, ਤੁਹਾਨੂੰ ਗੁਜ਼ਾਰਿਸ਼ ਹੈ ਕਿ ਆਪਣੀ ਇੱਕ ਕਵਿਤਾ ਨਾਲ ਸਾਡੀ ਹੋਰ ਸਾਂਝ ਪਾਓ ਪਲੀਜ਼। ਜੀ ਸਰ, ਮੇਰੀ ਕਵਿਤਾ ਇਹ ਜੋ ਹੁਣ ਹਾਲਾਤ ਚੱਲ ਰਹੇ ਹੈਗੇ, ਇਸ ਘਾਤਕ ਵਾਇਰਸ ਨੇ, ਕਰੋਨਾ ਵਾਇਰਸ ਨੇ ਜੋ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖਿਆ ਹੈ ਜੀ, ਉਹਦੇ ਤੇ ਲਿਖੀ ਹੋਈ ਮੇਰੀ ਕਵਿਤਾ ਹੈ। ਮੈਂ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਇਹ ਸਦੀ ਮੁਖਾਤਿਬ ਹੈ ਅੱਜ ਤੇਰੇ, ਜ਼ਿੰਦਗੀ ਦਾ ਲਾਜ਼ਿਮ ਸਵਾਲ ਲੈ ਕੇ, ਹੈ ਵਿਡੰਬਨਾ ਕੇ ਪ੍ਰਗਤੀ ਤੇਰੀ ਆਦਮ, ਤੇਰੇ ਸਨਮੁਖ ਹੈ ਮੌਤ ਦਾ ਸਮਾਨ ਲੈ ਕੇ, ਹੈ ਸਾਰੇ ਹੀ ਸੁਰ ਭਾਵੇਂ ਹੱਥ ਤੇਰੇ, ਹੈ ਸਾਰੇ ਹੀ ਸੁਰ ਭਾਵੇਂ ਹੱਥ ਤੇਰੇ, ਪਰ ਆਏ ਨੇ ਅਥਰੇ ਜੇ ਤਾਲ ਲੈ ਕੇ, ਤੇਰੀ ਪਹੁੰਚ ਜੋ ਅੰਬਰ ਪਤਾਲ ਤਾਈਂ, ਤੇਰੀ ਪਹੁੰਚ ਜੋ ਅੰਬਰ ਪਤਾਲ ਤਾਈਂ, ਸੌਰੀ, ਆਈ ਬੁੱਕਲ ਚ ਤੇਰਾ ਹੀ ਕਾਲ ਲੈ ਕੇ, ਤੇਰੀ ਕੁਦਰਤ ਦੇ ਨਾਲ ਕੀਤੀ ਬੇਈਮਾਨੀਆਂ, ਤੇਰੀ ਕੁਦਰਤ ਦੇ ਨਾਲ ਕੀਤੀ ਬੇਈਮਾਨੀਆਂ, ਦਰਪੇਸ਼ ਤੇਰੇ ਸਿਵਿਆਂ ਦੀ ਖਾਲ ਲੈ ਕੇ, ਮਾਣ ਫੁੱਲਾਂ ਨੂੰ ਕਰਨਾ ਵਪਾਰ ਮਹਿਕਦਾ, ਮਾਣ ਫੁੱਲਾਂ ਨੂੰ ਕਰਨਾ ਵਪਾਰ ਮਹਿਕਦਾ, ਵੰਡ ਖੁਸ਼ੀਆਂ ਤੂੰ ਜੰਨਤ ਦੀ ਭਾਲ ਲੈ ਕੇ, ਕਾਇਨਾਤ ਇਹ ਹੱਸੇਗੀ ਨਾਲ ਤੇਰੇ, ਕਾਇਨਾਤ ਇਹ ਹੱਸੇਗੀ ਨਾਲ ਤੇਰੇ, ਲਬ ਕਾਦਰ ਨੂੰ ਕੁਦਰਤ ਦੀ ਢਾਲ ਲੈ ਕੇ। ਧੰਨਵਾਦ। ਵਾਹ ਕੀ ਬਾਤ ਹੈ ਜੀ, ਵਾਹ ਬਹੁਤ ਸੋਹਣੇ ਤੁਹਾਡੀ ਕਵਿਤਾ, ਔਰ ਬੜਾ ਵਧੀਆ ਲੱਗਾ ਤੁਹਾਡੀ ਦੋਵੇਂ ਕਵਿਤਾਵਾਂ ਸੁਣ ਕੇ। ਔਰ ਇਹੀ ਹੈ ਕਿ ਜਦੋਂ ਵੀ ਕੋਈ ਕਵੀ ਜਾਂ ਕਵਿਤਰੀ ਗੱਲ ਕਰਦਾ ਕਿ ਜਦੋਂ ਉਹ ਕੁਛ ਦੇਖਦੇ ਨੇ ਆਪਣੇ ਆਲੇ ਦੁਆਲੇ ਵਾਪਰਦਾ, ਚਾਹੇ ਉਹ ਉਹਨਾਂ ਨਾਲ ਨਿੱਜੀ ਵਾਪਰੇ ਚਾਹੇ ਸਮਾਜ 'ਚ ਵਾਪਰੇ, ਤਾਂ ਉਹਦੀ ਕਲਮ ਹੈ ਆਪਣੇ ਉੱਠ ਪੈਂਦੀ ਆ ਔਰ ਲਿਖਦੀ ਚੰਗਾ ਲਿਖਦੀ। ਤੁਸੀਂ ਜੇ ਗੱਲ ਕੀਤੀ ਹੈ ਕੁਦਰਤ ਦੀ ਗੱਲ ਕੀਤੀ ਹੈ ਜਾਂ ਜਾਤਾਂ ਪਾਤਾਂ ਦੀ ਗੱਲ ਕੀਤੀ ਹੈ, ਬਹੁਤ ਵਧੀਆ ਕਵਿਤਾਵਾਂ, ਬਹੁਤ ਕਮਾਲ। ਥੈਂਕ ਯੂ ਰੁਪਿੰਦਰ ਜੀ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ। ਔਰ ਜਿੰਨੇ ਵੀ ਦੋਸਤ ਇਸ ਟਾਈਮ ਜੁੜੇ ਨੇ ਸਾਡੇ ਨਾਲ ਫੇਸਬੁੱਕ ਲਾਈਵ ਤੇ ਜਾਂ ਆਪਣਾ ਲਾਈਵ ਟੀਵੀ ਤੇ, ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ। ਔਰ ਤੁਹਾਡੇ ਬਾਰੇ ਜੋ ਕੁਛ ਕਾਮੈਂਟ ਆਏ ਨੇ ਦੋਸਤਾਂ ਦੇ, ਨਵਦੀਪ ਮੁੰਡੀ ਜੀ ਲਿਖ ਰਹੇ ਨੇ ਕਿਆ ਬਾਤ ਹੈ, ਪੁਰਿੰਦਰ ਗੋਗੀ ਜੀ ਨੇ ਕਿਆ ਬਾਤ ਹੈ, ਰੁਪਿੰਦਰ ਪਾਲ ਜੀ ਕਹਿੰਦੇ ਬਹੁਤ ਵਧੀਆ ਜੀ, ਕੈਲਾਸ਼ ਮਲੋਜੀ ਸਰ ਕਹਿ ਰਹੇ ਨੇ, ਰਿੰਟੂ ਪਾਟੀਆ ਜੀ ਕਹਿ ਰਹੇ ਨੇ, ਔਰ ਜਗਤਾਰ ਧਮਾਨ ਸਰ ਕਹਿ ਰਹੇ ਨੇ ਕਿ ਵਾਹ। ਸਾਰੇ ਤੁਹਾਡੇ ਦੋਸਤ ਜਿਹੜੇ ਦੋਸਤਾਂ ਦੇ ਕਮੈਂਟ ਆ ਰਹੇ ਨੇ, ਤੁਹਾਡਾ ਬਹੁਤ ਸ਼ੁਕਰੀਆ। ਔਰ ਇਹੀ ਹੈ ਕਿ ਜਿਵੇਂ ਕੋਈ ਵੀ ਕਵਿਤਾ ਲਿਖਦਾ ਆ, ਔਰ ਮੇਰਾ ਆਪਣਾ ਇੱਕ ਮੰਨਣਾ ਹੈ ਕਿ ਜਿਹੜੀ ਸ਼ਾਇਰੀ ਹੈ, ਜਿਹੜੀ ਕਵਿਤਾਵਾਂ ਸਾਰੀਆਂ ਹੀ ਆਪਾਂ ਸਾਂਝੀਆਂ ਹੁੰਦੀਆਂ, ਕੋਈ ਕਵਿਤਾ ਵੱਡੀ ਨਹੀਂ ਹੁੰਦੀ, ਕੋਈ ਕਵਿਤਾ ਛੋਟੀ ਨਹੀਂ ਹੁੰਦੀ। ਇਹ ਤੁਹਾਡਾ ਇੱਕ ਜਿਹੜਾ ਕਵੀ ਆ ਉਹਦਾ ਦੇਖਣ ਦਾ ਇੱਕ ਅੰਦਾਜ਼ੇ ਬਿਆਨ ਹੈ ਵੀ ਉਹ ਕਿਸ ਦ੍ਰਿਸ਼ਟੀਕੋਣ ਤੋਂ ਇਸ ਚੀਜ਼ ਨੂੰ ਦੇਖ ਰਿਹਾ। ਸੋ ਬਹੁਤ ਸ਼ੁਕਰੀਆ। ਔਰ ਮੈਂ ਯਤਨ ਕਰਾਂਗਾ ਕਿ ਦੁਬਾਰਾ ਦੂਜੇ ਰਾਊਂਡ ਫਿਰ ਤੁਹਾਡੇ ਕੋਲ ਆਈਏ ਆਪਣਾ, ਠੀਕ ਹੈ ਜੀ? ਜੀ ਸਰ। ਜੀ, ਔਰ ਇਸ ਤੋਂ ਅੱਗੇ ਚੱਲਦੇ ਹਾਂ ਆਪਾਂ ਜੀ। ਆਪਣੇ ਅਗਲਾ ਨਾਮ ਹੈ ਜੀ ਸਾਡੇ ਕੋਲ ਕਿਰਨ ਪਾਵਾ ਜੀ। ਔਰ ਬੜੀ ਖੁਸ਼ੀ ਦੀ ਗੱਲ ਇਹਨਾਂ ਵੱਲ ਖਾਸ ਗੱਲ ਹੈਗੀ ਆ। ਉਹ ਖਾਸ ਗੱਲ ਇਹ ਹੈ ਕਿ ਜੇ ਪਰਿਵਾਰ ਵਿੱਚ ਚਾਹੇ ਕੋਈ ਵੀ ਕਿਸੇ ਨੇ ਹਾਈ ਸਕੂਲ ਨਹੀਂ ਪਾਸ ਕੀਤਾ ਜਾਂ ਐਜੂਕੇਸ਼ਨ ਥੋੜ੍ਹੀ ਸੀ, ਪਰ ਇਹ ਆਪਣਾ ਇੱਕ ਸਿਰੜ ਲੈ ਕੇ ਲੱਗੇ ਰਹੇ, ਸਿਦਕ ਲੈ ਕੇ ਲੱਗੇ ਰਹੇ, ਔਰ ਅੱਜ ਕੱਲ੍ਹ PhD ਕਰ ਰਹੇ ਨੇ। ਔਰ ਬੜੀ ਵੱਡੀ ਗੱਲ ਆ ਕਿ ਉਸ ਪਰਿਵਾਰ 'ਚੋਂ ਅੱਗੇ ਉੱਠਣਾ ਜਿਸ ਪਰਿਵਾਰ 'ਚ ਕੋਈ ਬਹੁਤ ਘੱਟ ਪੜ੍ਹੇ ਹੋਣ। ਸੋ ਬਹੁਤ ਵਧੀਆ ਕੰਮ ਕਰ ਰਹੇ ਨੇ। ਇਹਨਾਂ ਦੀ ਆਪਣੀ ਜਿਹੜੀ ਪਲੇਠੀ ਪੁਸਤਕ ਸੀਗੀ ਉਹ ਸੀ ਕਿਸੇ 'ਚੋਂ ਕੋਈ ਲੱਭਣਾ, ਠੀਕ ਹੈ ਜੀ। ਕਾਵਿ ਸੰਗ੍ਰਹਿ ਸੀਗਾ, ਪੰਜਾਬੀ ਅਤੇ ਉਰਦੂ ਭਾਸ਼ਾ 'ਚ ਹੋਇਆ। ਬਾਅਦ 'ਚ ਸੰਪਾਦਨਾ ਵੀ ਕਰ ਰਹੇ ਨੇ, ਜਿਵੇਂ ਨਾ ਕੀਤੀ ਸੰਪਾਦਨਾ ਕੀਤੀ ਹੈ ਪੈੜਾਂ ਦੀ ਗੁਫ਼ਤਗੂ, ਸਾਂਝਾ ਕਾਵਿ ਸੰਗ੍ਰਹਿ ਕੀਤਾ, ਠੀਕ ਹੈ ਜੀ। ਔਰ ਕੁਛ ਕਿਤਾਬਾਂ ਆ ਰਹੀਆਂ, ਉਹਨਾਂ ਦੇ ਕੰਮ ਕਰ ਰਹੇ ਨੇ ਸਾਂਝੇ ਕਾਵਿ ਸੰਗ੍ਰਹਿ, ਜਿਵੇਂ ਅੰਗਰੇਜ਼ ਆ ਰਿਹਾ ਇਹਨਾਂ ਦਾ ਪੈੜਾਂ ਦੀ ਗੁਫ਼ਤਗੂ ਪੁਰਾਣਾ ਸੀਗਾ ਇਹਨਾਂ ਦਾ। ਸੋ ਇਹਨਾਂ ਨੂੰ ਸਿਰ ਕੱਢ ਕਵਿਤਰੀ 2017 ਦਾ ਕਿਤਾਬ ਮਿਲਿਆ। ਸੋ ਕਿਰਨ ਜੀ ਤੁਹਾਡਾ ਬਹੁਤ ਸਵਾਗਤ ਹੈ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ। ਔਰ ਕਿਰਨ ਜੀ ਦੀ ਇੱਕ ਛੋਟੀ ਜੀ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਹਾਡੇ ਸਾਰਿਆਂ ਨਾਲ ਕਿ ਕਵਿਤਾ ਦਾ ਅਨੁਮਾਨ ਹੈ ਮਨੁੱਖ। ਇਹ ਲਿਖਦੇ ਨੇ ਮੈਡਮ ਤੁਹਾਡੇ ਵਾਸਤੇ, ਔਰ ਰੁਪਿੰਦਰ ਤੁਹਾਡੇ ਵਾਸਤੇ ਲਿਖਦੇ ਨੇ ਕਿ
ਨਾ ਬਣਾ ਮੈਨੂੰ ਹਰ ਵੇਲੇ ਖਿਡੌਣਾ, ਨਾ ਬਣਾ ਮੈਨੂੰ ਹਰ ਵੇਲੇ ਖਿਡੌਣਾ, ਸਮੇਂ ਦੇ ਹੱਥਾਂ ਵਿੱਚ ਨਾ ਦੇ, ਸਮੇਂ ਦੇ ਹੱਥਾਂ ਵਿੱਚ ਨਾ ਦੇ, ਆਪਣੇ ਹੱਥਾਂ ਵਿੱਚ ਰੱਖ, ਮੇਰੇ ਦਿਲ ਵਿੱਚ ਵੀ ਦਿਲ ਹੈ ਤੇ ਮੈਂ ਵੀ ਤੇਰੇ ਵਰਗੀ ਹਾਂ, ਮੇਰੇ ਦਿਲ ਵਿੱਚ ਵੀ ਦਿਲ ਹੈ ਤੇ ਮੈਂ ਵੀ ਤੇਰੇ ਵਰਗੀ ਹਾਂ। ਬਹੁਤ ਬਹੁਤ ਸਵਾਗਤ ਕਿਰਨ ਪਾਓ ਜੀ ਤੁਹਾਡਾ, ਤੇ ਵੈਲਕਮ ਟੂ ਕਲਮਾਂ ਦੇ ਅੰਗ ਸੰਗ ਇਸ ਪ੍ਰੋਗਰਾਮ ਵਿੱਚ। ਤੁਹਾਨੂੰ ਇੱਕ ਗੁਜ਼ਾਰਿਸ਼ ਹੈ ਕਿ ਜੇ ਤੁਸੀਂ ਆਪਣਾ ਇਹ ਫੈਨ ਬੰਦ ਕਰ ਲਓ, ਤੁਹਾਡੇ ਫੈਨ ਦੀ ਬਹੁਤ ਆਵਾਜ਼ ਆ ਰਹੀ ਪਲੀਜ਼। ਤੇ ਹਾਂਜੀ, ਥੈਂਕ ਯੂ। ਤੇ ਕਿਰਨ ਜੀ, ਤੁਹਾਨੂੰ ਗੁਜ਼ਾਰਿਸ਼ ਹੈ ਕਿ ਪਲੀਜ਼ ਆਪਣਾ ਕਲਾਮ ਨਾਲ ਸਾਡੀ ਸਾਂਝ ਪਾਇਓ। ਕਿਰਨ ਪਾਵਾ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਤੇ ਸ਼੍ਰੀ ਅਕਾਲ ਜੀ। ਇੱਥੇ ਜੋ ਵੀ ਇਸ ਪ੍ਰੋਗਰਾਮ ਨੂੰ ਸੁਣ ਰਹੇ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬ੍ਰਿਟਿਸ਼ ਪੰਜਾਬੀ ਟੀਵੀ ਦੇ ਕਲਮਾਂ ਦੇ ਸੰਗ ਪਲੇਟਫਾਰਮ ਦਾ ਬਹੁਤ ਬਹੁਤ ਧੰਨਵਾਦ, ਜਿਸ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਇੱਥੇ ਮੈਂ ਆਪਣੇ ਵਿਚਾਰ ਤੇ ਆਪਣੀ ਕਵਿਤਾਵਾਂ ਦੇ ਕੁਝ ਅੰਸ਼ ਸਾਂਝੇ ਕਰ ਸਕਾਂ। ਜੀ ਜੀ ਸਰ ਨੇ ਹੁਣੀ ਗੱਲ ਕਰੀ ਕਿਸੇ 'ਚ ਕੋਈ ਲੱਭਣਾ ਮੇਰੀ ਪੁਸਤਕ ਦਾ, ਤੇ ਮੈਂ ਉਸਦੇ ਹੀ ਕਵਿਤਾ ਸੁਣਾਉਂਦੀ ਹਾਂ। ਅਸੀਂ ਹੁਣ ਮਿਲਦੇ ਹਾਂ ਅਜਨਬੀਆਂ ਵਾਂਗ, ਹੂੰ ਅਸੀਂ ਹੁਣ ਮਿਲਦੇ ਹਾਂ ਅਜਨਬੀਆਂ ਵਾਂਗ, ਬਸ ਐਵੇਂ ਹੀ ਝੂਠੀਆਂ ਸੱਚੀਆਂ ਜੀਆਂ ਗੱਲਾਂ ਕਰਦੇ, ਝੂਠੀਆਂ ਸੱਚੀਆਂ ਜਿਹਾਂ ਗੱਲਾਂ ਕਰਦੇ, ਆਪਣੇ ਵਿਚਲੇ ਖਲਾ ਨੂੰ ਹੂੰ ਹਾਂ ਨਾਲ ਭਰਦੇ, ਝੂਠੀਆਂ ਸੱਚੀਆਂ ਗੱਲਾਂ ਕਰਦੇ, ਆਪਣੇ ਵਿਚਲੇ ਖਲਾ ਨੂੰ ਹੂੰ ਹਾਂ ਨਾਲ ਭਰਦੇ, ਆਪਣੇ ਕੋਲ ਆਉਂਦੇ ਜਾਂਦੇ ਲੋਕਾਂ ਨੂੰ, ਆਪਣੇ ਕੋਲ ਆਉਂਦੇ ਜਾਂਦੇ ਲੋਕਾਂ ਨੂੰ ਪਰਤ ਕੇ ਧਿਆਨ ਨਾਲ ਵੇਖਦਿਆਂ, ਮੈਂ ਉਹਨਾਂ ਦੇ ਮੁਹਾਂਦਰਿਆਂ ਵਿੱਚੋਂ ਕਦੇ ਤੈਨੂੰ ਤਲਾਸ਼ ਕਰਨ ਲੱਗਦੀ ਹਾਂ, ਆਪਣੇ ਕੋਲ ਆਉਂਦੇ ਜਾਂਦੇ ਲੋਕਾਂ ਵਿੱਚੋਂ ਪਰਤ ਕੇ ਧਿਆਨ ਨਾਲ ਵੇਖਦਿਆਂ, ਉਹਨਾਂ ਦੇ ਮੁਹਾਂਦਰਿਆਂ ਵਿੱਚੋਂ ਮੈਂ ਤੈਨੂੰ ਤਲਾਸ਼ ਕਰਨ ਲੱਗਦੀ ਹਾਂ, ਹੂੰ ਤੇ ਪਤਾ ਹੀ ਨਹੀਂ ਲੱਗਦਾ ਹੁਣ ਉਹ ਮੰਜ਼ਰ ਏ ਤੂੰ ਸੱਚੀ ਆ ਜਾਂ ਨਾ ਆ, ਤੂੰ ਆ ਜਾਂ ਨਾ ਆ, ਮੈਨੂੰ ਸੱਚੀ ਚੰਗਾ ਨਹੀਂ ਲੱਗਦਾ ਕਿ ਮੈਂ ਕਿਸੇ ਚੋਂ ਕੋਈ ਲੱਭ ਲਵਾਂ, ਮੈਨੂੰ ਵਾਹ, ਸੱਚੀ ਚੰਗਾ ਨਹੀਂ ਲੱਗਦਾ ਕਿ ਮੈਂ ਕਿਸੇ ਚੋਂ ਕੋਈ ਲੱਭ ਲਵਾਂ। ਕਿਆ ਬਾਤ ਹੈ, ਵਾਹ, ਬਹੁਤ ਬਹੁਤ ਸੋਹਣੀ ਤੁਹਾਡੀ ਕਵਿਤਾ, ਵਾਹ ਕਿਆ ਬਾਤ ਹੈ, ਮੈਂ ਧੰਨਵਾਦ ਕਿਸੇ ਚ ਸਰ। ਕੋਈ ਲੱਭ ਰਵਾਂ, ਵਾਹ ਕਿਆ ਬਾਤ ਹੈ, ਵਾਹ ਕਿਰਨ ਜੀ। ਤੇ ਹੁਣੀ ਸਰ ਨੇ ਗੱਲ ਕਰੀ ਸੀ ਪੈੜਾਂ ਦੀ ਗੁਫ਼ਤਗੂ ਦੀ, ਤੇ ਮੈਂ ਉਹਦੀ ਜੀ ਵੀ ਸਿਰਲੇਖ ਕਵਿਤਾ ਸੁਣਾਉਂਦੀ ਹਾਂ। ਜੀ ਪਲੀਜ਼। ਪੈੜਾਂ ਦੀ ਗੁਫ਼ਤਗੂ, ਸਫ਼ਰ ਚੱਲਦੇ ਰਹੇ, ਲੋਕ ਮਿਲਦੇ ਰਹੇ, ਵਿਛੜਦੇ ਰਹੇ, ਸਫ਼ਰ ਚੱਲਦੇ ਰਹੇ, ਲੋਕ ਮਿਲਦੇ ਰਹੇ, ਵਿਛੜਦੇ ਵੀ ਰਹੇ, ਜਿਨ੍ਹਾਂ ਥਾਵਾਂ ਤੇ ਅਸੀਂ ਮਿਲੇ ਅਸੀਂ ਭੁੱਲ ਗਏ ਹਰ ਗਲੀ ਚੁਰਾਹਾ, ਜਿਨ੍ਹਾਂ ਥਾਵਾਂ ਤੇ ਅਸੀਂ ਮਿਲੇ ਅਸੀਂ ਭੁੱਲ ਗਏ ਹਰ ਗਲੀ ਚੁਰਾਹਾ, ਕੁਝ ਗੱਲਾਂ ਹੀ ਤਾਂ ਯਾਦ ਰਹਿ ਗਈਆਂ ਨੇ, ਕੁਝ ਗੱਲਾਂ ਹੀ ਤਾਂ ਯਾਦ ਰਹਿ ਗਈਆਂ ਨੇ, ਜਾਂ ਬਸ ਯਾਦ ਨੇ ਇੱਕ ਦੂਜੇ ਦੇ ਚਿਹਰੇ ਵਾਹ ਦੀਆਂ ਕੁਝ ਨਾਰਾਜ਼ਗੀਆਂ, ਬਸ ਯਾਦ ਨੇ ਇੱਕ ਦੂਜੇ ਦੇ ਚਿਹਰੇ ਦੀਆਂ ਕੁਝ ਨਾਰਾਜ਼ਗੀਆਂ, ਕਿਤੇ ਕਿਤੇ ਉਹ ਪਲ ਵੀ ਯਾਦ ਆ ਜਾਂਦਾ ਹੈ, ਕਿਤੇ ਕਿਤੇ ਉਹ ਪਲ ਵੀ ਯਾਦ ਆ ਜਾਂਦਾ ਹੈ, ਜਦ ਕਿਸੇ ਗੱਲ ਤੇ ਇਕੱਠੇ ਹੱਸੇ ਸੀ, ਵਾਹ ਜਿੱਥੇ ਜਿੱਥੇ ਅਸੀਂ ਲੰਘ ਆਏ, ਜਿੱਥੋਂ ਜਿੱਥੋਂ ਅਸੀਂ ਲੰਘ ਆਏ, ਉਹਨਾਂ ਰਾਹਾਂ ਤੇ ਵੀ ਕੁਝ ਛੱਡ ਆਏ ਹਾਂ, ਹੂੰ ਜਿੱਥੋਂ ਜਿੱਥੋਂ ਅਸੀਂ ਲੰਘ ਆਏ ਉਹਨਾਂ ਰਾਹਾਂ ਤੇ ਵੀ ਕੁਝ ਛੱਡ ਆਏ ਹਾਂ, ਬਸ ਸਾਡੇ ਪੈਰਾਂ ਦੇ ਨਿਸ਼ਾਨ, ਅਸੀਂ ਆਪਸ ਵਿੱਚ ਹੁਣ ਗੱਲ ਨਹੀਂ ਕਰਦੇ, ਬਹੁਤ ਸਮਾਂ ਹੋ ਗਿਆ, ਅਸੀਂ ਆਪਸ ਵਿੱਚ ਹੁਣ ਗੱਲ ਨਹੀਂ ਕਰਦੇ, ਸਭ ਛੱਡ ਆਏ ਹਾਂ, ਜਿੱਥੇ ਅਸੀਂ ਇਕੱਠੇ ਤੁਰਦੇ ਸੀ, ਹੂੰ ਪਰ ਹਾਲੇ ਵੀ ਉੱਥੇ ਕੁਝ ਚੱਲਦਾ ਏ, ਵਾਹ ਸਾਡੀਆਂ ਪੈੜਾਂ ਦੀਆਂ ਗੁਫ਼ਤਗੂਆਂ, ਸਾਡੀਆਂ ਪੈੜਾਂ ਦੀਆਂ ਗੁਫ਼ਤਗੂਆਂ। ਕਿਆ ਮੈਨੂੰ ਬਾਤ, ਇਹ ਲੱਗਦਾ ਹੈ ਕਿ ਹਰੇਕ ਰਾਈਟਰ ਦੀ, ਹਰੇਕ ਲੇਖਕ ਦੀ, ਹਰੇਕ ਇਨਸਾਨ ਦੀ ਜਿਹਦੇ ਵੀ ਸਾਹ ਚੱਲਦੇ ਨੇ, ਹਰੇਕ ਕੁਦਰਤ ਦੇ ਨਮੂਨੇ ਦੀ ਜਿਹੜੇ ਅਸੀਂ ਹੈਗੇ ਆ, ਹੂੰ ਤੁਹਾਡੀ ਲੱਗਦਾ ਵੀਡੀਓ ਰੁਕ ਗਈ ਥੋੜਾ ਸ਼ਾਇਦ, ਹਾਂ ਹੁਣ ਨਹੀਂ, ਬਹੁਤ ਬਹੁਤ ਵਧੀਆ ਤੁਹਾਡੀ ਕਵਿਤਾ ਕਿਰਨ ਜੀ, ਕਿਆ ਬਾਤ ਹੈ। ਤੇ ਕਿਨ ਤੁਹਾਡੀ ਆਵਾਜ਼ ਆ ਰਹੀ ਹੈ? ਹੈਲੋ, ਤੁਸੀਂ ਲੱਗਦਾ ਆਪਣਾ ਮਿਊਟ ਕਰ ਲਿਆ ਤੁਸੀਂ ਆਪਣੇ ਆਪ ਨੂੰ। ਕਿਰਨ ਜੀ ਲੱਗਦਾ ਤੁਸੀਂ ਆਪਣੇ ਲੱਗਦਾ ਤੁਸੀਂ ਮਿਊਟ ਕਰ ਲਿਆ ਆਪਣੇ ਆਪ ਨੂੰ ਗਲਤੀ ਨਾਲ। ਹਾਂ ਨਹੀਂ, ਬਹੁਤ ਬਹੁਤ ਵਧੀਆ ਕਵਿਤਾ ਇਹਨਾਂ ਦੀ,
ਪੈੜਾਂ ਦੀ ਗੁਫ਼ਤਗੂ ਦਾ ਜਿਹੜਾ ਸਿਰਲੇਖ ਸੀਗਾ। ਔਰ ਇਹ ਵਾਕਈ ਗੱਲ ਸਹੀ ਹੈ ਕਿ ਜਦੋਂ ਆਪਾਂ ਕਿਸੇ ਨਾਲ ਹੱਸਦੇ ਹਾਂ ਜਾਂ ਕਿਸੇ ਨਾਲ ਖੁੱਲ੍ਹ ਕੇ ਹੱਸਦੇ ਜਾਂ ਖੁੱਲ੍ਹ ਕੇ ਰੋਂਦੇ ਹਾਂ ਤਾਂ ਆਪਾਂ ਨੂੰ ਉਹ ਜ਼ਿੰਦਗੀ ਜਾਂ ਉਹ ਪਲ ਜਾਂ ਉਹ ਥਾਵਾਂ ਯਾਦ ਰਹਿ ਜਾਂਦੀਆਂ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਗਾ। ਸੋ ਬਾਕੀ ਤਾਂ ਜ਼ਿੰਦਗੀ ਜਿਹੜੀ ਚੱਲਦੀ ਆਪਣੀ ਚੱਲੀ ਜਾਂਦੀ, ਜਿਹੜੀ ਆਪਣੀ ਇੱਕ ਆਮ ਚੱਲਦਾ ਸਿਸਟਮ ਜਿੱਦਾਂ ਚੱਲਦਾ। ਨਹੀਂ, ਥੈਂਕ ਯੂ ਕਰਨ ਜੀ। ਲੱਗਦਾ ਕੁਛ ਥੋੜ੍ਹੀ ਉਹਨਾਂ ਨੂੰ ਟੈਕਨੀਕਲ ਡਿਫੀਕਲਟੀ ਆਈ ਹੈ, ਪਰ ਚਲੋ ਖੈਰ ਕੋਈ ਨਹੀਂ, ਆਪਾਂ ਯਤਨ ਕਰਾਂਗੇ ਦੁਬਾਰਾ ਸੈਕੰਡ ਰਾਊਂਡ 'ਚ ਦੁਬਾਰਾ ਉਹਨਾਂ ਕੋਲ ਜਾਈਏ, ਆਪਾਂ ਉਹਨਾਂ ਨਾਲ ਗੱਲ ਕਰੀਏ ਆਪਾਂ। ਨਹੀਂ, ਥੈਂਕ ਯੂ ਕਰਨ ਜੀ। ਤੇ ਇਸ ਤੋਂ ਅੱਗੇ ਚੱਲਦੇ ਹਾਂ ਆਪਾਂ ਜੀ। ਕਿਰਨ ਜੀ, ਤੁਹਾਨੂੰ ਗੁਜ਼ਾਰਿਸ਼ ਹੈ ਤੁਸੀਂ ਮਿਊਟ ਕਰ ਲਿਓ ਆਪਣੇ ਨੂੰ ਪਲੀਜ਼। ਕਿਰਨ ਜੀ, ਤੇ ਇਸ ਤੋਂ ਅੱਗੇ ਚੱਲਦੇ ਹਾਂ ਜੀ ਆਪਾਂ। ਕਿਰਨ, ਤੁਹਾਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣਾ ਜਿਹੜਾ ਮਾਈਕ ਹੈ ਪਲੀਜ਼ ਮਿਊਟ ਕਰ ਲਿਓ ਪਲੀਜ਼ ਆਪਣਾ ਮਾਈਕ। ਹਾਂਜੀ, ਥੈਂਕ ਯੂ। ਇਸ ਤੋਂ ਅੱਗੇ ਚੱਲਦੇ ਜੀ ਆਪਾਂ। ਮੈਨੂੰ ਬੜੀ ਖੁਸ਼ੀ ਆ ਔਰ ਬੜਾ ਚੰਗਾ ਲੱਗ ਰਿਹਾ ਕਿ ਅੱਜ ਸਾਡੇ ਨਾਲ ਜੁੜੇ ਨੇ ਪ੍ਰੋਫੈਸਰ ਪ੍ਰਿਤਪਾਲ ਕੌਰ ਚਾਹਲ ਜੀ। ਔਰ ਵੱਡੀ ਗੱਲ ਹੈ ਕਿ ਮਤਲਬ ਆਪਾਂ PAU ਦੀ ਗੱਲ ਕਰਦੇ ਹਾਂ। ਮੈਨੂੰ ਆਪ ਯਾਦ ਹੈ ਕਿ ਮੈਂ PAU ਤੋਂ ਸਾਲ 2000 'ਚ M.Tech ਕੀਤੀ। ਮੈਂ ਉੱਥੋਂ M.Tech ਕਰਕੇ ਨਿਕਲਿਆ ਉੱਥੋਂ ਮੈਂ। ਅਤੇ ਉਸ ਤੋਂ ਮੇਰੇ ਖਿਆਲ ਉਸ ਤੋਂ ਪਹਿਲੇ ਮੈਡਮ ਉੱਥੇ ਸੀਗੇ, ਯੂਨੀਵਰਸਿਟੀ ਸੀਗੇ, ਅਤੇ ਬਾਅਦ 'ਚ ਮੈਡਮ ਇੱਥੇ ਆ ਗਏ ਨੇ, ਕੈਨੇਡਾ ਆ ਗਏ ਨੇ, ਵਿਨੀਪੈਗ ਸੇ। ਸੋ ਇੱਕ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਨਾਲ ਮੇਰਾ ਰਾਬਤਾ ਹੋਇਆ ਕਿ ਜਿਹੜੇ ਮੈਡਮ ਨੇ ਕੰਮ ਕੀਤਾ, ਕਮਾਲ ਦਾ ਕੰਮ ਕੀਤਾ ਜੀ। ਮੈਂ ਗੱਲ ਕਰਦਾ ਕਿ ਸਾਹਿਤ ਗੱਲ ਕਰਦਾ, ਪੰਜਾਬੀ ਸਾਹਿਤ ਦੀ। ਅਤੇ ਪਹਿਲੀ ਗੱਲ ਤਾਂ ਕਿ ਹਮੇਸ਼ਾ ਹੀ ਜਿੰਨੇ ਵੀ ਆਪਣੀਆਂ ਅਖਬਾਰਾਂ ਨੇ ਜਾਂ ਕਿਤਾਬਾਂ ਨੇ ਜਾਂ ਰਸਾਲਿਆਂ ਵਿੱਚ ਇਹਨਾਂ ਦੇ ਜਿਹੜੀਆਂ ਆਰਟੀਕਲ ਜਾਂ ਕਹਾਣੀਆਂ, ਕਵਿਤਾਵਾਂ ਜਾਂ ਵਿਅੰਗ ਰਚਨਾਵਾਂ ਛਪਦੀਆਂ ਰਹਿੰਦੀਆਂ ਨੇ ਆਮ ਤੌਰ 'ਤੇ। ਇਹਨਾਂ ਦੇ 2 ਕਹਾਣੀ ਸੰਗ੍ਰਹਿ ਆ ਚੁੱਕੇ ਨੇ, ਮਣਕੇ ਅਤੇ ਆਕਾਸ਼ ਗੰਗਾ। 2 ਨਾਵਲ ਆ ਚੁੱਕੇ ਨੇ, ਅੱਜ ਦੀ ਅਹਿਲਿਆ ਅਤੇ ਪਹਿਲੇ ਰੰਗ ਨਾ ਰਤੀਓ। 2 ਨਾਟਕ ਆ ਚੁੱਕੇ ਨੇ, ਜਨਮਦਾਤਾ, ਦਹਿਸ਼ਤ। 4 ਪੁਸਤਕਾਂ, ਬਾਲ ਪੁਸਤਕਾਂ। ਸੋ ਕਲੀਆਂ ਅਤੇ ਕਰੂੰਬਲਾਂ, ਜਨਮਦਿਨ ਦੀ ਪਾਰਟੀ, ਆਪਣਾ ਹਿੱਸਾ ਬਨਾਮ, ਸੱਚੀ ਖੁਸ਼ੀ ਔਰ ਮਿਹਨਤ। ਔਰ 2 ਕਾਵਿ ਸੰਗ੍ਰਹਿ। ਪਹਿਲਾ ਕਾਵਿ ਸੰਗ੍ਰਹਿ ਸੀ ਇਹਨਾਂ ਦਾ ਅਨਪੜ੍ਹੀ ਕਿਤਾਬ, ਚੇਤਨਾ ਪ੍ਰਕਾਸ਼ਨ ਵੱਲੋਂ, ਲੁਧਿਆਣਾ ਵੱਲੋਂ। ਔਰ ਦੂਸਰੀ ਕਿਤਾਬ ਇਹਨਾਂ ਦੀਆਂ ਸਾਵਨ ਦੀਆਂ ਚੜ੍ਹੀਆਂ। ਔਰ ਅੱਜ ਕੱਲ੍ਹ ਇਹ ਕੈਨੇਡਾ ਰਹਿ ਰਹੇ ਨੇ। ਔਰ ਬੜੀ ਮੈਨੂੰ ਖੁਸ਼ੀ ਹੋਈ ਜਦੋਂ ਮੈਂ ਤੁਹਾਡਾ ਕੰਮ ਦੇਖਿਆ ਕਿ ਤੁਸੀਂ ਇੰਨਾ ਕੰਮ ਕੀਤਾ ਪਿਆ ਪੰਜਾਬੀ ਸਾਹਿਤ ਵਾਸਤੇ। ਤਾਂ ਮੇਰੇ ਖਿਆਲ ਨਾਲ ਇੱਕ ਪ੍ਰੇਰਨਾ ਸਰੋਤ ਹੋ ਜਾਂਦਾ ਨਵਿਆਂ ਵਾਸਤੇ, ਖਾਸ ਤੌਰ 'ਤੇ ਜਦੋਂ ਕੁਛ ਨਵੇਂ ਆਪਾਂ ਗੱਲ ਕਰਦੇ ਹਾਂ ਕਿ ਚੰਦ ਕਵਿਤਾਵਾਂ ਲਿਖ ਲਈਆਂ, ਚੰਦ ਗਜ਼ਲਾਂ ਲਿਖ ਲਈਆਂ ਕਿ ਅਸੀਂ ਬਹੁਤ ਵੱਡਾ ਕੰਮ ਕਰ ਲਿਆ। ਸੋ ਮੈਨੂੰ ਲੱਗਦਾ ਕਿ ਤੁਹਾਨੂੰ ਦੇਖਣ ਲੱਗਾ, ਮੈਨੂੰ ਆਪਣੇ ਲੱਗਾ ਮੈਂ ਕੁਛ ਕੀਤਾ ਨਹੀਂ, ਇਹ ਤਾਂ ਬਹੁਤ ਕੁਛ ਕਰਨ ਵਾਲਾ ਬਾਕੀ ਪਿਆ। ਸੋ ਨਹੀਂ ਮੈਡਮ, ਤੁਹਾਡਾ ਬਹੁਤ ਸਵਾਗਤ ਹੈ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ। ਤੇ ਬਹੁਤ ਸ਼ੁਕਰੀਆ ਲਾਲੀ ਜੀ। ਨਹੀਂ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਵੱਡੀ ਗੱਲ ਹੈ ਜਿਹੜੀ PAU ਦਾ ਇੱਕ ਖਾਸ ਯੋਗਦਾਨ ਆ। ਜਦੋਂ ਗੱਲ ਕਰਦੇ PAU ਲੁਧਿਆਣਾ ਦੀ, PAU ਲੁਧਿਆਣਾ ਵਿੱਚ ਗੱਲ ਕਰੀਏ ਆਪਾਂ, ਪਾਤਰ ਸਾਹਿਬ ਨੇ ਜਾਂ ਗਿੱਲ ਸਾਹਿਬ ਨੇ ਜਾਂ ਜਿੰਨੇ ਵੀ ਜੁੜੇ ਨੇ PAU ਨਾਲ, ਹਮੇਸ਼ਾ ਹੀ ਕੁਛ ਨਾ ਕੁਛ ਸਾਹਿਤ ਪ੍ਰਤੀ ਜਾਂ ਪੰਜਾਬੀ ਪ੍ਰਤੀ ਉਹ ਚਿੰਤਨ ਰਹੇ ਨੇ ਤੇ ਕਰਦੇ ਰਹੇ ਨੇ। ਇਸ ਗੱਲ ਦੀ ਬਹੁਤ ਖੁਸ਼ੀ ਹੈ। ਔਰ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਇਸ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ। ਤੇ ਮੈਂ ਵੈਸੇ ਤੁਹਾਨੂੰ ਪੁੱਛਣਾ ਚਾਹਾਂਗਾ ਤੁਹਾਡਾ ਸਫ਼ਰ ਬਣਿਆ ਤੈਨੂੰ ਕੈਨੇਡਾ ਆਉਣ ਦਾ, ਉੱਥੋਂ ਯੂਨੀਵਰਸਿਟੀ ਤੋਂ ਬਾਅਦ ਕਿਵੇਂ ਬਣਿਆ, ਸਵਾਬ ਕਿੱਦਾਂ ਬਣਿਆ ਇੱਧਰ ਨੂੰ ਆਉਣ ਦਾ? ਸਭ ਤੋਂ ਪਹਿਲਾਂ ਤਾਂ ਲਾਲੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕਲਮਾਂ ਦੇ ਅੰਗ ਸੰਗ ਦੀ ਸਾਰੀ ਟੀਮ ਦਾ ਤਹਿ ਦਿਲ ਤੋਂ ਸ਼ੁਕਰੀਆ। ਔਰ ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ, ਤੁਸੀਂ ਮੈਨੂੰ ਦਰਸ਼ਕਾਂ ਦੇ, ਸਰੋਤਿਆਂ ਦੇ ਰੂਬਰੂ ਹੋਣ ਦਾ ਸਮਾਂ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਸਾਡੇ ਧੰਨਵਾਦ ਜੀ। ਕਹਿੰਦੇ ਆ ਵੀ ਇਹ ਤੁਹਾਡੀ ਡੈਸਟਨੀ ਹੈ, ਇਹ ਤੁਹਾਡਾ ਕਿਸਮਤ ਹੈ, ਤੁਹਾਨੂੰ ਜਿੱਥੇ ਖਿੱਚ ਲੈ ਜਾਂਦੀ ਹੈ। ਜਿਹੜੀਆਂ ਟੂਟੀਆਂ ਦਾ ਤੁਸੀਂ ਪਾਣੀ ਪੀਣਾ ਹੁੰਦਾ ਪੀਣਾ ਹੀ ਜਾਂਦਾ। ਸਹੀ ਗੱਲ ਹੈ। ਔਰ ਮੈਂ ਇੱਥੇ ਆਈ, ਪਰ ਤੁਸੀਂ PAU ਦੀ ਗੱਲ ਕੀਤੀ ਤੇ PAU ਬਾਰੇ ਮੈਂ ਇੱਕੋ ਗੱਲ ਕਹਿੰਦੀ ਆ ਕਿ PAU ਮਾਂ ਵਰਗੀ ਜਾਪੇ। ਹਾਏ ਹਾਏ, ਕਿਆ ਬਾਤਾਂ ਨੇ, ਵਾਹ। PAU ਮਾਂ ਵਰਗੀ ਜਾਪੇ, ਬਿਲਡਿੰਗਾਂ ਵਾਂਗ ਭਰਾਵਾਂ, ਮਿੱਟੀ ਦੇ ਕਣ ਹੀਰੇ ਜਾਪਣ, ਚੁੰਮ ਮੱਥੇ ਨਾਲ ਲਾਵਾਂ, ਇਸ ਦਾ ਨਾਮ ਮੇਰੇ ਨਾਲ ਚੱਲੇ, ਮੈਂ ਜਿੱਥੇ ਕਿਤੇ ਵੀ ਜਾਵਾਂ। ਘੁੱਗ ਵਸੇ ਮੇਰਾ PAU, ਘੁੱਗ ਵਸੇ ਮੇਰਾ PAU, ਮੇਰਾ ਬਣਿਆ ਰਹੇ ਪਰਛਾਵਾਂ, ਦਿਨ ਰਾਤ ਕਰੇ ਤਰੱਕੀ PAU, ਸਾਡੀ ਰਹਿਣ ਸਿਰਾਂ ਤੇ ਛਾਵਾਂ, ਸਾਡੇ ਰਹਿਣ ਸਿਰਾਂ ਤੇ ਛਾਵਾਂ, ਸਾਡੇ ਰਹਿਣ ਸਿਰਾਂ ਤੇ ਛਾਵਾਂ।
ਵਾਹ ਕੀ ਬਾਤ ਹੈ ਮੈਡਮ। ਬੜਾ ਬੜਾ ਮਜ਼ਾ ਆਇਆ। ਵੈਸੇ ਸਹੀ ਗੱਲ ਹੈ ਕਿ ਮੈਨੂੰ ਯਾਦ ਹੈ ਕਿ ਪੀਏਯੂ ਜਦੋਂ ਗਏ ਆ, ਪੀਏਯੂ ਪੜ੍ਹੇ ਆਪਾਂ, ਤੇ ਪੀਏਯੂ ਜਦੋਂ ਐਂਟਰ ਕਰਦੇ ਸੀ ਮੈਨੂੰ ਅਜੇ ਯਾਦ ਹੈ ਕਿ ਮੈਂ ਜਦੋਂ ਐਂਟਰ ਕੀਤਾ ਪੀਏਯੂ 'ਚ, ਤੇ ਪੀਏ ਦੇ ਇੱਕ ਉਹਨਾਂ ਦੀ ਗਰਾਊਂਡ ਦੇਖ ਕੇ, ਹਨਾ, ਹਰੀਆਂ ਭਰੀਆਂ ਗਰਾਊਂਡ ਦੇਖ ਕੇ, ਲੌਨ ਦੇਖ ਕੇ, ਸਾਰਾ ਕੁਛ, ਤੇ ਮਨ ਹੀ ਨਾ ਕੀਤਾ ਮੈਨੂੰ ਬਾਅਦ 'ਚ ਉੱਥੋਂ ਜੀਐਨਈ ਤੋਂ ਹੀ ਮੈਨੂੰ ਕੀ ਕਹਿੰਦੇ ਬੁਲਾਵਾ ਆਇਆ ਸੀ ਇੰਜੀਨੀਅਰਿੰਗ ਕਾਲਜ ਦਾ, ਤੇ ਪਰ ਦਿਲ ਨਹੀਂ ਕਿਤੇ ਛੱਡਣ ਨੂੰ, ਪੀਏਯੂ ਛੱਡੀ ਨਹੀਂ ਗਈ ਆਪਣੇ ਕੋਲ ਗੱਲ ਕਰਦੀ ਜੀ। ਜਿਹੜਾ ਸੋ ਵਾਹ। ਇੱਕ ਵਾਰੀ ਚਲਾ ਜਾਵੇ ਹਾਂਜੀ। ਔਰ ਔਰ ਵਾਕਈ ਆਪਣਾ ਮੈਂ ਗੱਲ ਕਰ ਰਿਹਾ ਕਿ ਕਿਰਨ ਜੀ, ਤੁਸੀਂ ਰੁਪਿੰਦਰ ਜੀ, ਉਹ ਮਤਲਬ ਪੀਏਯੂ ਇੱਕ ਕਮਾਲ ਦਾ ਇੱਕ ਵੱਖਰੀ ਇੱਕ ਸੰਸਥਾ ਹੈ, ਉਹ ਬੜਾ ਵਧੀਆ, ਕੀ ਬਾਤ ਹੈ। ਔਰ ਤੁਹਾਡੀ ਕਵਿਤਾ ਬੜੀ ਕਮਾਲ ਦੀ ਰਹੀ ਪੀਏਯੂ ਬਾਰੇ, ਵਾਹ, ਬੜਾ ਆਨੰਦ ਆ ਗਿਆ ਸੁਣ ਕੇ, ਕੀ ਬਾਤ ਹੈ। ਕਿਆ ਮੈਂ ਤੇ ਲੱਖਾਂ ਵਲੈਤਾਂ ਨੂੰ ਵਾਰ ਸੁੱਟਾਂ, ਵਾਹ, ਪੀਏਯੂ ਦੀ ਮਿੱਟੀ ਦੀ ਡਲੀ ਉੱਤੋਂ। ਆਹ ਵਾਹ, ਕੀ ਬਾਤਾਂ ਨੇ, ਵਾਹ। ਨਹੀਂ ਮੈਡਮ, ਵਾਕਈ ਬੜਾ ਮਜ਼ਾ ਆਇਆ ਜੀ, ਵਾਹ। ਨਹੀਂ, ਬਹੁਤ ਬਹੁਤ ਚੰਗਾ ਲੱਗਾ। ਔਰ ਤੁਹਾਡੀਆਂ ਕਵਿਤਾਵਾਂ ਵਿੱਚ ਮੈਂ ਦੇਖਿਆ ਕਿ ਤੁਹਾਡੀ ਕਵਿਤਾਵਾਂ, ਤੁਹਾਡੀ ਲੇਖਣੀ ਵਿੱਚ ਇੱਕ ਨਾ ਦਰਦ ਹੈ ਸਮਾਜ ਬਾਰੇ, ਇੱਕ ਔਰਤਾਂ ਪ੍ਰਤੀ ਇੱਕ ਚਿੰਤਨ ਹੈ। ਤੁਸੀਂ ਜਦੋਂ ਲਿਖਦੇ ਜੇ, ਗੱਲ ਕਰਦੇ ਜੇ, ਚੰਗਾ ਲੱਗਦਾ ਜੀ ਤੁਸੀਂ ਗੱਲ ਕਰਦੇ ਜੇ, ਜਿਹੜੀ ਔਰਤ ਹੈ, ਮੈਂ ਨਾ ਚਾਹੇ ਪੇਕਿਆਂ ਦੀ ਨਾ ਸਹੁਰਿਆਂ ਦੀ, ਮੈਂ ਕਿਸ ਪਾਸੇ ਰਹੀ ਨਹੀਂ ਅੱਜ, ਮੈਂ ਉਹ ਚੀਜ਼ ਆ। ਤੇ ਤੁਹਾਨੂੰ ਗੁਜ਼ਾਰਿਸ਼ ਹੈ ਕਿ ਪਲੀਜ਼ ਆਪਣੀਆਂ ਇੱਕ ਦੋ ਕਵਿਤਾਵਾਂ ਨਾਲ ਸਾਡੀ ਸਾਂਝ ਜ਼ਰੂਰ ਪਾਓ ਪਲੀਜ਼ ਸ਼ੁਕਰੀਆ ਜਨਾਬ, ਜ਼ਰੂਰ। ਜੀ। ਬਹੁਤ ਔਰ ਖੁਸ਼ੀ ਹੋਈ ਮੈਨੂੰ। ਤੁਹਾਡੇ ਕੋਲ ਤਰਾਨੇ ਵਿੱਚ ਵੀ ਸੁਣਾਂਗੇ ਆਪਾਂ। ਜ਼ਰੂਰ, ਜ਼ਰੂਰ, ਮੈਨੂੰ ਖੁਸ਼ੀ ਹੋਊਗੀ। ਜੀ ਜੀ ਪਲੀਜ਼। ਜਨਾਬ, ਆਪਾਂ ਹੁਣ ਵੀ ਦੇਖਦੇ ਹਾਂ, ਅਜੇ ਵੀ ਲੜਕੀ ਪੈਦਾ ਹੁੰਦੀ ਹੈ ਜਿਸ ਘਰ ਦੇ ਵਿੱਚ, ਆਪਾਂ ਅਜੇ ਵੀ ਲੜਕੀ ਨੂੰ ਆਪਾਂ ਭਾਵੇਂ ਅਸੀਂ ਬਹੁਤ ਸੱਭਿਆ ਸਮਾਜ ਦੇ, ਬਹੁਤ ਅਗਾਂਹ ਵਧੂ ਸਮਾਜ ਦੇ ਬਸ਼ਿੰਦੇ ਹੋ ਗਏ ਹਾਂ, ਪਰ ਬਿਲਕੁਲ ਜੀ। ਅਜੇ ਵੀ ਸਾਨੂੰ, ਖੁਦ ਮੇਰੀ ਮਾਂ ਮੈਨੂੰ ਕਹਿੰਦੀ ਸੀਗੀ ਕਿ ਬਈ ਲੈ ਕੁੜੇ ਤੇਰੇ ਕੁੜੀ ਹੋ ਗਈ। ਪਹਿਲਾ ਬੱਚਾ ਮੁੰਡਾ ਹੋ ਜਾਂਦਾ ਤਾਂ ਚੰਗਾ ਸੀ। ਹਾਂਜੀ ਹਾਂਜੀ ਮੈਂ ਉਹਦੇ ਲਈ ਕਹਿੰਨੀ ਆ, ਜੀ। ਸਭ ਤੋਂ ਪਹਿਲਾਂ ਤਾਂ ਮੈਂ ਔਰਤ ਦੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿੰਨੀ ਆ ਕਿ ਮੈਂ ਕੋਈ ਚੁਟਕਲਾ ਨਹੀਂ ਹਾਂ। ਆਹਾ, ਮੈਂ ਕੋਈ ਚੁਟਕਲਾ ਨਹੀਂ ਹਾਂ, ਸੁਣੋਗੇ ਤਾਂ ਹੱਸ ਦੇਵੋਗੇ। ਵਾਹ। ਮੈਂ ਕੋਈ ਚੁਟਕਲਾ ਨਹੀਂ ਹਾਂ, ਸੁਣੋਗੇ ਤਾਂ ਹੱਸ ਦੇਵੋਗੇ। ਮੈਂ ਕੋਈ ਅਖਬਾਰ ਵੀ ਨਹੀਂ ਹਾਂ, ਪੜੋਗੇ ਤੇ ਬੱਸ ਦੀ ਕਿਸੇ ਸੀਟ ਤੇ ਭੁੱਲ ਜਾਵੋਗੇ। ਹਾਏ ਹਾਏ, ਕੀ ਬਾਤ ਹੈ, ਵਾਹ। ਮੈਂ ਨਾਵਲ ਵੀ ਨਹੀਂ ਹਾਂ, ਜਿਸ ਨੂੰ ਕਿਸੇ ਲਾਇਬ੍ਰੇਰੀ ਜਾਂ ਆਪਣੇ ਘਰ ਦੀ ਕਿਸੇ ਅਲਮਾਰੀ ਵਿੱਚ ਸਜਾ ਕੇ ਰੱਖ ਦੇਵੋਗੇ। ਵਾਹ। ਮੈਂ ਔਰਤ ਹਾਂ। ਮੈਂ ਹੱਡ ਮਾਸ ਦੀ ਜਿਉਂਦੀ ਜਾਗਦੀ ਔਰਤ ਹਾਂ। ਮੈਂ ਜਨਨੀ ਹਾਂ, ਮੈਂ ਮਾਂ ਹਾਂ। ਮੈਂ ਜਨਨੀ ਹਾਂ, ਮੈਂ ਮਾਂ ਹਾਂ। ਮੈਂ ਕਿਤਾਬਾਂ ਤਾਂ ਕੀ, ਨਾਵਲ ਤਾਂ ਕੀ, ਮੈਂ ਤੇ ਸੰਸਾਰ ਰਚ ਸਕਦੀ ਹਾਂ। ਮੈਂ ਕਿਤਾਬਾਂ ਤਾਂ ਕੀ, ਨਾਵਲ ਤਾਂ ਕੀ, ਮੈਂ ਤਾਂ ਸੰਸਾਰ ਰਚ ਸਕਦੀ ਹਾਂ। ਕਿਸੇ ਆਪਣੇ ਦੇ ਤੁਰ ਜਾਣ ਤੇ ਮੈਂ ਵੈਣ ਵੀ ਪਾ ਸਕਦੀ ਹਾਂ। ਮੈਂ ਕਿਤਾਬਾਂ ਤਾਂ ਕੀ, ਮੈਂ ਤੇ ਸੰਸਾਰ ਰਚ ਸਕਦੀ ਹਾਂ। ਪਰ ਮੈਂ ਤੇ ਮਾਂ ਹਾਂ। ਮੈਂ ਸੰਸਾਰ ਰਚ ਸਕਦੀ ਹਾਂ, ਤਾਂ ਮੈਨੂੰ ਪਰ ਇੱਕ ਮੌਕਾ ਤਾਂ ਦਿਓ ਜ਼ਿੰਦਗੀ ਜੀਣ ਦਾ। ਮੈਨੂੰ ਇੱਕ ਮੌਕਾ ਤਾਂ ਦਿਓ ਜ਼ਿੰਦਗੀ ਜੀਣ ਦਾ, ਸੰਸਾਰ ਰਚਣ ਦਾ, ਸੰਸਾਰ ਨੂੰ ਸੁਨਹਿਰਾ ਬਣਾਉਣ ਦਾ, ਇਸ ਨੂੰ ਸੁੰਦਰ ਬਣਾਉਣ ਦਾ। ਮੈਂ ਮਾਂ ਹਾਂ, ਮੈਂ ਜਨਨੀ ਹਾਂ, ਮੈਂ ਮਾਂ, ਮੈਂ ਸੰਸਾਰ ਰਚ ਸਕਦੀ ਹਾਂ। ਕੀ ਬਾਤ ਹੈ ਜਨਾਬ, ਕਿਸੇ ਬੰਦੇ ਨੇ ਕਿਹਾ ਕਿ ਮੇਰੀ ਜ਼ਿੰਦਗੀ ਵਿੱਚ ਔਰਤ ਮਹਿਜ਼ ਇੱਕ ਸਿਫਰ ਹੈ, ਜਿਸ ਦੇ ਮਾਈਨਸ ਕਰਨ ਨਾਲ ਜਾਂ ਜਮਾ ਕਰਨ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਵਾਹ। ਉਹਦੇ ਲਈ ਮੇਰਾ ਇੱਕ ਨਿੱਕਾ ਜਿਹਾ ਦੋ ਲਾਈਨਾਂ। ਜੀ ਪਲੀਜ਼। ਤੇਰਾ ਇਹ ਕਹਿਣਾ ਕਿ ਤੇਰੇ ਲਈ ਔਰਤ ਇੱਕ ਸਿਫਰ ਦੇ ਬਰਾਬਰ ਹੈ, ਦੇ ਜਮਾ ਜਾਂ ਮਨਫੀ ਹੋਣ ਤੇ ਤੈਨੂੰ ਕੋਈ ਫਰਕ ਨਹੀਂ ਪੈਂਦਾ। ਵਾਹ। ਤੇਰਾ ਇਹ ਕਹਿਣਾ ਕਿ ਔਰਤ ਤਾਂ ਇੱਕ ਸਿਫਰ ਹੈ, ਜਿਸ ਦੇ ਜਮਾ ਹੋਣ ਜਾਂ ਮਨਫੀ ਹੋਣ ਨਾਲ ਤੈਨੂੰ ਕੋਈ ਫਰਕ ਨਹੀਂ ਪੈਣਾ। ਜਨਾਬ, ਔਰਤ ਤਾਂ ਸ਼ਕਤੀ ਹੈ। ਔਰਤ ਤਾਂ ਸ਼ਕਤੀ ਹੈ। ਕਦੀ ਆਪਣੇ ਦੁੱਖ ਇਸ ਨਾਲ ਜਰਬ ਕਰਕੇ ਵੇਖੀ, ਜ਼ੀਰੋ ਹੋ ਜਾਣਗੇ। ਕੀ ਬਾਤ ਹੈ। ਤੇ ਕਦੀ ਆਪਣੇ ਸੁੱਖ ਇਸ ਨਾਲ ਤਕਸੀਮ ਕਰਕੇ ਵੇਖੀ, ਅਨੰਤ ਹੋ ਜਾਣਗੇ, ਅਸੀਮ ਹੋ ਜਾਣਗੇ। ਕਦੀ ਆਪਣੇ ਸੁੱਖ ਇਸ ਨਾਲ ਤਕਸੀਮ ਕਰਕੇ ਦੇਖੀ,
अनंत हो जाएंगे, असीम वाह हो जाएंगे। औरत शक्ति है, औरत सिफर नहीं है, मैं सिफर नहीं हाँ, मैं जीरो नहीं हाँ। क्या बात है, वाह वाह। वैसे मैडम यकीन मनियो, ਅੱਜ ਤੱਕ ਮੈਂ ਮਤਲਬ ਕਾਫੀ ਕਵਿਤਰੀਆਂ ਨੂੰ ਜਾਂ ਕਵੀਆਂ ਨੂੰ ਸੁਣਿਆ ਕਾਫੀ ਨੂੰ, ਠੀਕ ਹੈ ਨਾ, ਪਰ ਮੇਰੇ ਖਿਆਲ ਨਾਲ ਅੱਜ ਪਹਿਲੀ ਵਾਰੀ ਮੈਂ ਸੁਣਿਆ ਕਿ ਵੀ ਤੁਹਾਡੇ ਕੋਲੋਂ ਤੁਹਾਡਾ ਅਨੁਮਾਨ ਔਰਤ ਬਾਰੇ ਕਿ ਮੈਂ ਅਖਬਾਰ ਨਹੀਂ ਆ, नहीं ਕਿ ਜਿਸ ਨੂੰ ਤੂੰ ਪੜ੍ਹ ਕੇ ਕਿਸੇ ਬੱਸ ਦੀ ਕਿਸੇ ਸੀਟ ਤੇ ਭੁੱਲ ਜਾਵੇਂ। मैं चुटकुला भी ਮੈਂ नहीं। ਮੈਂ ਚੁਟਕਲਾ ਵੀ ਨਹੀਂ ਆ। ਕਿਆ ਬਾਤ ਹੈ, ਵਾਹ। ਔਰ ਇਹ ਮੇਰੇ ਖਿਆਲ ਨਾਲ ਇਹ ਭਾਵਨਾ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੀ ਭਾਵਨਾ ਤੁਸੀਂ ਬਿਆਨ ਕੀਤੀ ਆ ਕਿ ਔਰਤ ਵਾਕਈ ਔਰਤ 'ਚ ਅਸੀਮ ਸ਼ਕਤੀ ਆ। ਔਰ ਜਿਹੜੇ ਵੀ ਜਨਾਬ ਕਹਿੰਦੇ ਨੇ ਕਿ ਜ਼ੀਰੋ ਆ, ਔਰਤ ਜ਼ੀਰੋ ਆ, ਹਨਾ, ਮੈਂ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਇੱਕ ਜੇ ਨਾ, ਜੇ ਤੁਹਾਡੇ ਇੱਕ ਨਾਲ ਜ਼ੀਰੋ ਨਾਲ ਲੱਗਦੀ ਜਾਵੇ ਤਾਂ ਕੰਮ ਕਿਤੇ ਪਹੁੰਚ ਜਾਂਦਾ, ਕਿਤੇ ਪਹੁੰਚ ਜਾਂਦਾ। ਸੋ ਔਰਤ ਕਦੇ ਵੀ ਜ਼ੀਰੋ ਵਾਲੀ ਗੱਲ ਨਹੀਂ ਹੈਗੀ, ਸਗੋਂ ਔਰਤ ਤੁਹਾਨੂੰ ਕੰਪਲੀਟ ਕਰ ਦਿੰਦੀ ਹਰ ਪਾਸਿਓਂ, ਇਹਦੇ 'ਚ ਕੋਈ ਸ਼ੱਕ ਨਹੀਂ। ਕਿਆ ਬਾਤ ਨਹੀਂ। देखो जनाब, लाली जी, शिव दी जेड़ी सियारी है ना जी, शिव दी सियारी जेड़ी है, सियारी मतलब औरत, एक जेड़ा इस्त्री लिंग है सियारी। जे शिव दी सिहारी कटती जावे तो शिव दा शव रह जांदा। ਬਿਲਕੁਲ ਜੀ, ਕਿਆ ਬਾਤਾਂ ਨੇ, ਬਿਲਕੁਲ ਸਹੀ ਗੱਲ ਕਹੀ ਤੁਸੀਂ। ਔਰ ਨਹੀਂ, ਮੈਨੂੰ ਤੁਹਾਡਾ ਜਿਹੜਾ ਕਹਿਣ ਦਾ ਅੰਦਾਜ਼ੇ ਬਿਆਨ ਬੜੇ ਤੁਸੀਂ ਠਹਿਰਾ ਕੇ ਗੱਲ ਕਰਦੇ ਜੀ, ਔਰ ਬੜੀ ਇੱਕ ਤੁਹਾਡੀ ਕਵਿਤਾ 'ਚ ਨਾ ਇੱਕ ਸੋਚ ਹੈ, ਉਹ ਬਹੁਤ ਕਮਾਲ ਦੀ ਸੋਚ ਹੈ। ਪਰ ਮੈਡਮ ਬਹੁਤ ਖੁਸ਼ੀ ਹੋਈ, ਔਰ ਤੁਹਾਡੇ ਕੋਲ ਅਸੀਂ ਦੁਬਾਰਾ ਦੂਜੀ ਰਾਊਂਡ 'ਚ ਫਿਰ ਆਵਾਂਗੇ, ਬੜੀ ਚੰਗਾ ਲੱਗ ਰਿਹਾ। ਤੇ ਜਿੰਨੇ ਵੀ ਦੋਸਤ ਇਸ ਟਾਈਮ ਫੇਸਬੁੱਕ ਦੇਖ ਰਹੇ ਨੇ, ਲਾਈਵ ਦੇਖ ਰਹੇ ਨੇ, ਉਹਨਾਂ ਵਿੱਚੋਂ ਜਿਨ੍ਹਾਂ ਦੇ ਤੁਹਾਡੇ ਵਾਸਤੇ ਫੀਡਬੈਕ ਆਈ ਆ, ਪ੍ਰੋਫੈਸਰ ਜਗਤਾਰ ਧੀਮਾਨ ਸਰ, ਪੀਏ ਯੂਥ ਨੇ ਸਾਡੇ ਧੀਮਾਨ ਸਰ, ਬੜੇ ਸਰ ਸਲੂਟ ਜੀ, ਸਲਾਮਤਾਂ ਨੂੰ। ਕੈਲਾਸ਼ ਮਲੋਈ ਸਰ, ਗੋਗੀ ਜੀ, ਰੀਤ ਕਮਲ ਕੌਰ ਜੱਜ ਜੀ, ਨੀਲੂ ਬੱਗਾ ਜੀ, ਰਵਿੰਦਰ ਰੁਪਾਲ ਜੀ, ਈਰਾਦੀਪ ਤ੍ਰਿਹਨ ਜੀ, ਨੀਲੂ ਬੱਗਾ ਜੀ, ਚਿਰਾਗ ਸਾਹਿਬ ਕਹਿ ਰਹੇ ਨੇ, ਮੁੰਡੀ ਸਾਹਿਬ ਕਹਿ ਰਹੇ ਨੇ, ਸੁਖਦੇਵ ਅਬੋਹਰ ਜੀ ਕਹਿ ਰਹੇ ਨੇ ਕਿ ਕਿਆ ਬਾਤ ਹੈ। ਔਰ ਮੇਰੇ ਖਿਆਲ ਨਾਲ ਕਿ ਜਿੰਨੇ ਵੀ ਦੋਸਤ ਇਸ ਟਾਈਮ ਦੇਖ ਰਹੇ ਨੇ, ਸਾਰਿਆਂ ਦੇ ਨਾਮ ਮੈਂ ਇਸ ਟਾਈਮ ਜਿੰਨੇ ਨਾਮ ਨਜ਼ਰ ਆਏ ਪੜ੍ਹੇ ਨੇ। ਤੁਹਾਡਾ ਸਾਰੇ ਜਿਹੜੇ ਜੋ ਸਟੂਡੈਂਟ ਨੇ ਫੇਸਬੁੱਕ ਤੇ ਲਾਈਵ ਤੇ ਜਾਂ ਲਾਈਵ ਟੀਵੀ ਤੇ ਜਾਂ YouTube ਲਾਈਵ ਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਯਕੀਨ ਮੰਨਿਓ, ਜਿੰਨਾ ਹੁੰਗਾਰਾ ਤੁਹਾਡੇ ਵੱਲ ਮਿਲਿਆ ਨਾ, ਤੁਹਾਨੂੰ ਸਾਰਿਆਂ ਨੂੰ ਹੈਟਸ ਆਫ ਸਲਾਮ ਇਸ ਪ੍ਰੋਗਰਾਮ ਵਾਸਤੇ, ਕਿਉਂਕਿ ਮੈਂ ਸੋਚਿਆ ਨਹੀਂ ਸੀ ਜਿੰਨਾ ਤੁਸੀਂ, ਮੈਨੂੰ ਲੱਗਦਾ ਸੀ, ਮੈਂ ਕਿਹਾ ਪਤਾ ਨਹੀਂ ਕਿਵੇਂ ਕਰਾਂਗੇ ਯਾਰ, ਮੈਂ ਕਿਵੇਂ ਸਾਰਾ ਕੁਝ ਹੋਵੇਗਾ, ਇੰਨੀ ਵੱਡੀ ਜ਼ਿੰਮੇਵਾਰੀ ਪਾਤੀ ਸਿਰ ਤੇ। ਪਰ ਜਦੋਂ ਤੁਹਾਡਾ ਹੁੰਗਾਰਾ ਮਿਲਿਆ, ਤੁਹਾਡਾ ਪਿਆਰ ਮਿਲਿਆ, ਮੈਨੂੰ ਲੱਗ ਰਿਹਾ ਵੀ ਸਾਰਾ ਕੁਝ ਰਸਤਾ ਬਹੁਤ ਆਸਾਨ ਹੋ ਗਿਆ, ਆਪਣੇ ਰਸਤਾ ਆਸਾਨ ਹੋ ਗਿਆ। ਕਿਆ ਬਾਤ ਹੈ। ਨਹੀਂ ਮੈਡਮ, ਤੁਹਾਡੇ ਫਿਰ ਸੁਣਾਂਗੇ ਅਗਲੀ ਵਾਰੀ ਯਾਤਰਾ ਵਿੱਚ, ਦੂਜੇ ਰਾਊਂਡ 'ਚ। ਤੇ ਮੈਂ ਫਿਰ ਪਹੁੰਚਾਂਗਾ ਰੁਪਿੰਦਰ ਹੋਣਾ ਕੋਲ। ਮੇਰੀ ਫਿਰ ਗੁਜ਼ਾਰਿਸ਼ ਹੈ ਰੁਪਿੰਦਰ ਹੋਣਾ ਨੂੰ ਕਿ ਰੁਪਿੰਦਰ ਜੀ ਪਲੀਜ਼ ਆਪਣੀਆਂ ਚੰਦ ਕਵਿਤਾਵਾਂ ਨਾਲ ਸਾਡੀ ਸਾਂਝ ਜ਼ਰੂਰ ਪਾਇਓ, ਔਰ ਸਾਨੂੰ ਹੋਰ ਖੁਸ਼ੀ ਹੋਏਗੀ ਤੁਹਾਡੀ ਸੁਣ ਕੇ ਕਵਿਤਾਵਾਂ। ਰੁਪਿੰਦਰ ਜੀ ਪਲੀਜ਼। ਜੀ ਸਰ, ਮੈਂ ਜੋ ਮੈਮ ਨੇ ਵਿਸ਼ਾ ਛੋਇਆ ਹੈ, ਪਹਿਲੇ ਉਹਦੇ ਬਾਰੇ ਥੋੜਾ ਜਿਹਾ ਗੱਲ ਕਰਨਾ ਚਾਹੁੰਦੀ ਹਾਂ ਕਿ ਮੈਂ ਵੀ ਇੱਕ ਇਸ ਚੀਜ਼ ਤੇ ਲਿਖਿਆ ਸੀਗਾ, ਕਿਉਂਕਿ ਅਸੀਂ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਮਾਂ ਦੇ ਰਿਸ਼ਤੇ ਨੂੰ ਬੜਾ ਵਡਿਆਇਆ ਜਾਂਦਾ ਆ, ਧੀ ਦੇ ਰਿਸ਼ਤੇ ਨੂੰ ਵਡਿਆਇਆ ਜਾਂਦਾ ਆ, ਤੇ ਜੋ ਪਤੀ ਪਤਨੀ ਦਾ ਰਿਸ਼ਤਾ ਆ, ਜੋ ਇੱਕ ਮੈਂ ਕਹੂੰਗੀ ਕਿ ਆਧਾਰ ਹੈਗਾ ਆ ਸਾਰੇ ਰਿਸ਼ਤਿਆਂ ਦਾ, ਉਹ ਜ਼ਿਆਦਾਤਰ ਜਿਹੜਾ ਆ ਮਜ਼ਾਕ ਦਾ ਵਿਸ਼ਾ ਬਣਾਇਆ ਜਾਂਦਾ। ਬਹੁਤ ਸਾਰੇ ਚੁਟਕਲੇ ਤੁਸੀਂ ਸੁਣਦੇ ਹੋਵੋਗੇ, ਦੇਖਦੇ ਹੋਵੋਗੇ, ਜਿਹੜਾ ਕਿ ਇਸ ਚੀਜ਼ ਦੇ ਲਈ ਮਤਲਬ ਬਣੇ ਹੋਏ ਆ, ਜਿਹੜੇ ਕਿ ਚੰਗੇ ਨਹੀਂ ਲੱਗਦੇ ਹੈਗੇ। ਤੋ ਇਸੇ ਵਿਸ਼ੇ ਤੇ ਮੈਂ ਵੀ ਇੱਕ ਕਵਿਤਾ ਲਿਖੀ ਹੈਗੀ ਆ, ਮੈਂ ਉਹ ਸਾਂਝਾ ਕਰਨਾ ਚਾਹੁੰਦੀ ਹਾਂ। ਮੈਂ ਇਹ ਕਵਿਤਾ ਲਿਖੀ ਹੈ ਲਾਵਾਂ ਬਾਰੇ, ਕਿ ਇੱਕ ਲਾਵਾਂ ਜਿਹੜੀਆਂ ਹੈਗੀਆਂ, ਜਿਸ ਇੱਕ ਬੰਧਨ ਜਿਹੜਾ ਬਣਾਉਂਦੀਆਂ ਹੈਗੀਆਂ ਦੋ ਧਿਰਾਂ ਦੇ ਵਿੱਚ, ਤੇ ਉਹਦੇ ਬਾਰੇ ਮੇਰੀ ਕਵਿਤਾ ਲਿਖੀ ਹੋਈ ਹੈ। ਲਾਵਾਂ ਮਹਿਜ਼ ਰੀਤ ਨਹੀਂ, ਕਿਸੇ ਧਾਰਮਿਕ ਕਾਇਦੇ ਦਾ ਵਿਧੀਪੂਰਨ ਸੰਚਾਲਨ ਨਹੀਂ। ਲਾਵਾਂ ਮਹਿਜ਼ ਰੀਤ ਨਹੀਂ, ਕਿਸੇ ਧਾਰਮਿਕ ਕਾਇਦੇ ਦਾ ਵਿਧੀਪੂਰਨ ਸੰਚਾਲਨ ਨਹੀਂ, ਸਗੋਂ ਦੋ ਦਿਲਾਂ ਨੂੰ ਜੋੜਨ ਵਾਲੀ ਪਿਆਰ ਤੇ ਇਤਫਾਕ ਦੀ ਗੰਢ ਹੈ। ਲਾਵਾਂ ਜਿਸਮਾਨੀ ਭੋਗ ਦਾ ਸਮਾਜਿਕ ਲਾਇਸੈਂਸ ਨਹੀਂ। ਲਾਵਾਂ ਸਮਾਜਿਕ ਭੋਗ ਦਾ, ਜਿਸਮਾਨੀ ਭੋਗ ਦਾ ਸਮਾਜਿਕ ਲਾਇਸੈਂਸ ਨਹੀਂ, ਨਾ ਹੀ ਬੱਚੇ ਪੈਦਾ ਕਰਨ ਤੇ ਸਾਖਦਾਰੀ ਘੜਨ ਦੀ ਕਸੌਟੀ ਹੈ, ਬਲਕਿ ਦੋ ਬੁੱਤਾਂ ਨੂੰ ਸੰਪੂਰਨ ਬਣਾਉਣ ਦਾ ਸੂਤਰ ਹੈ। ਲਾਵਾਂ ਮਹਿਜ ਚਾਰ ਕਾਵਿ-ਬੰਦਾਂ ਦਾ ਰਾਗਮਈ ਉਚਾਰਨ ਨਹੀਂ ਹੈ, ਸਗੋਂ ਰੂਹ ਨੂੰ ਹਰ ਪਲ ਸ਼ਰਸ਼ਾਰ ਕਰਨ ਵਾਲਾ ਅਗੰਮੀ ਸੰਗੀਤ ਹੈ। ਲਾਵਾਂ ਦੋ ਸਿਰਜਕ ਧਿਰਾਂ ਦੇ ਢਾਲ ਬਣਨ ਦਾ ਸਫ਼ਰ ਹੈ। ਲਾਵਾਂ ਇੱਕ ਦਿਲੀ ਅਹਿਦ ਹੈ, ਜੀਵਨ ਪੰਧ ਦੀ ਉੱਚੀ ਨੀਵੀਂ ਡਗਰ ਤੇ ਹੱਥ ਫੜੀ ਬੋਚ ਪੈਰ ਧਰਨ ਤੇ ਸੁਪਨੇ ਬੁਣਨ ਦਾ। ਲਾਵਾਂ ਇੱਕ ਬਚਨ ਹੈ, ਪ੍ਰਣ ਹੈ,
ਦੁੱਖਾਂ ਦੇ ਕਾਲੇ ਹਨੇਰੇ ਵਿੱਚ ਲੋ ਬਣ ਬਲਣ ਦਾ। ਲਾਵਾਂ ਤਾਂ ਉਮਰ ਪਿਆਰ ਵਫਾ ਦਾ ਜੀਵਨ ਬੀਮਾ ਹੈ। ਲਾਵਾਂ ਮਹਿਜ਼ ਰੀਤ ਨਹੀਂ ਹੈ, ਕਿਸੇ ਧਾਰਮਿਕ ਕਾਇਦੇ ਦਾ ਵਿਧੀ ਪੂਰਨ ਸੰਚਾਲਨ ਵੀ ਨਹੀਂ ਹੈ। ਕੀ ਬਾਤ ਹੈ, ਵਾਹ ਵਾਹ ਰੁਪਿੰਦਰ ਜੀ, ਕੀ ਬਾਤ ਹੈ। ਬੜਾ ਬੜਾ ਵਾਕਈ ਬੜਾ ਮਜ਼ਾ ਆਇਆ ਮੈਡਮ, ਵਾਕਈ ਹਨਾ, ਕੀ ਬਾਤ ਹੈ। ਵੀ ਤੁਸੀਂ ਲਾਵਾਂ ਬਾਰੇ ਜੋ ਗੱਲ ਕੀਤੀ ਬਿਲਕੁਲ ਸਹੀ ਕੀਤੀ ਹੈ ਕਿ ਲਾਵਾਂ ਬਾਰੇ ਬੇਸਿਕਲੀ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਵੀ ਆਪਾਂ ਇੱਕ ਔਰਤ ਜਾਂ ਮਰਦ ਜਦੋਂ ਇਕੱਠੇ ਹੁੰਦੇ ਨੇ ਇੱਕ ਸੂਤਰ ਜੀ ਵੱਜਦੇ ਨੇ, ਠੀਕ ਹੈ ਨਾ, ਤੇ ਪਰ ਬਹੁਤ ਕਮਾਲ ਦੀ ਕਵਿਤਾ ਹੈ ਤੁਹਾਡੀ, ਵਾਹ। ਇੱਕ ਸਮਾਜਿਕ ਬਹੁਤ ਸ਼ੁਕਰੀਆ ਜੀ। ਸਮਾਜਿਕ ਵਿਸ਼ੇ ਨੂੰ ਲੈ ਕੇ ਸਮਾਜਿਕ ਗੱਲ ਕੀਤੀ, ਬਹੁਤ ਬਹੁਤ ਮਜ਼ਾ ਆਇਆ, ਕੀ ਬਾਤ ਹੈ ਜੀ। ਔਰ ਇਹ ਜ਼ਰੂਰੀ ਵੀ ਹੈ ਨਾ, ਜ਼ਰੂਰੀ ਹੈ, ਸਾਨੂੰ ਇਹ ਗੱਲ ਹੋਣੀ ਚਾਹੀਦੀ ਹੈ, ਗੱਲ ਖੁੱਲ੍ਹ ਕੇ ਹੋਣੀ ਚਾਹੀਦੀ ਹੈ ਹਰ ਵਿਸ਼ੇ ਤੇ ਨਹੀਂ, ਬਹੁਤ ਵਿੱਚ ਤੁਹਾਡਾ ਸ਼ੁਕਰੀਆ ਰੁਪਿੰਦਰ ਜੀ, ਕੀ ਬਾਤ ਹੈ। ਔਰ ਜਿੰਨੇ ਵੀ ਦੋਸਤ ਦੇਖ ਰਹੇ ਨੇ ਤੁਹਾਨੂੰ, ਤੁਹਾਡੀ ਇਸ ਕਵਿਤਾ ਨੂੰ ਬੰਦੇ ਸਰਾਹ ਰਹੇ ਨੇ, ਚਾਹੇ ਕੈਲਾਸ਼ ਅਮਰੋਹੀ ਸਰ ਨੇ, ਚਾਹੇ ਢਿੱਲੋਂ ਸਾਹਿਬ ਨੇ, ਪਰਮਜੀਤ ਢਿੱਲੋਂ ਨੇ, ਰਵਿੰਦਰਪਾਲ ਜੀ ਨੇ, ਚਿਰਾਗ ਸਾਹਿਬ ਨੇ, ਔਰ ਸਾਰੇ ਇਸ ਗੱਲਾਂ ਸਹਿਮਤ ਹੋ ਰਹੇ ਤੁਹਾਡੀ ਕਿ ਤੁਹਾਡੀ ਕਵਿਤਾ ਨੇ ਇੱਕ ਵਧੀਆ ਸਮਾਜਿਕ ਸੁਨੇਹਾ ਦਿੱਤਾ ਲਾਵਾਂ ਬਾਰੇ। ਔਰ ਮੈਂ ਲਾਵਾਂ ਬਾਰੇ ਮੇਰੇ ਖਿਆਲ ਪਹਿਲੀ ਕਵਿਤਾ ਸੁਣੀ ਪਹਿਲੀ ਵਾਰੀ ਲਾਵਾਂ ਬਾਰੇ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਕੀ ਬਾਤ ਹੈ ਜੀ, ਵਾਹ ਵਾਹ। ਇਹਦੇ ਪਿੱਛੇ ਕਾਰਨ ਮੈਂ ਦੱਸਣਾ ਚਾਹੂੰਗੀ, ਕਿਉਂਕਿ ਜ਼ਿਆਦਾਤਰ ਸਾਡੇ ਸਮਾਜ ਦੇ ਜੋ ਹਾਲਾਤ ਹੈਗੇ ਆ ਉਹਦੇ ਵਿੱਚ ਔਰਤ ਦੀ ਤਰਾਸਦੀ ਜਿਹੜੀ ਹੈ ਬਹੁਤੀ ਵਾਰ ਅਸੀਂ ਦੇਖਦੇ ਹੈਗੇ ਆ ਕਿ ਉਹ ਮਰਦ ਵੱਲੋਂ ਕ੍ਰੀਏਟ ਕੀਤੀ ਦਿਖਾਈ ਜਾਂਦੀ ਹੈ। ਪਰ ਮੇਰਾ ਇਹ ਨਜ਼ਮ ਲਿਖਣ ਦਾ ਜੋ ਕਾਰਨ ਹੈ ਉਹ ਮੈਂ ਦੱਸਣਾ ਚਾਹੁੰਦੀ ਹਾਂ ਕਿ ਅਗਰ ਮੈਂ ਇਸ ਮੁਕਾਮ ਤੇ ਬੈਠ ਕੇ ਕੁਝ ਬੋਲ ਰਹੀ ਹਾਂ ਜਾਂ ਲਿਖ ਰਹੀ ਹਾਂ, ਉਹਦੇ ਪਿੱਛੇ ਮੇਰੇ ਲਿਖਣ ਦੇ ਪਿੱਛੇ ਤਾਂ ਵੱਡੀ ਜੋ ਸਪੋਰਟ ਹੈਗੀ ਆ ਉਹ ਲਾਵਾਂ ਦੀ ਮੈਂ ਕਹੂੰਗੀ, ਕਿਉਂਕਿ ਮੇਰੇ ਜੋ ਜੀਵਨ ਸਾਥੀ ਹੈ ਉਹਨਾਂ ਦੀ ਸਪੋਰਟ ਹੈ, ਉਹਨਾਂ ਦੀ ਹੀ ਅਗਵਾਈ ਦੀ ਸੀ ਕਿ ਮੈਂ ਇਸ ਪਾਸੇ ਵੱਲ ਤੁਰੀ ਹੈਗੀ ਆ। ਨਹੀਂ ਕਿ ਸ਼ਾਇਦ ਮੈਂ ਵਿਆਹ ਦੇ ਬਾਅਦ ਜ਼ਿੰਮੇਵਾਰੀਆਂ 'ਚ ਫਸ ਕੇ ਰਹਿ ਜਾਂਦੀ, ਸ਼ਾਇਦ ਕਲਮ ਨਾ ਦੁਬਾਰਾ ਚੱਕਦੀ, ਪਰ ਅਗਰ ਮੈਂ ਲਿਖ ਰਹੀ ਹਾਂ ਤਾਂ ਉਹਦੇ ਪਿੱਛੇ ਮੇਰੇ ਜੀਵਨ ਸਾਥੀ ਦਾ ਬਹੁਤ ਵੱਡਾ ਸਹਿਯੋਗ ਹੈ। ਇਸੇ ਕਰਕੇ ਮੈਂ ਇਸ ਵਿਸ਼ੇ ਨੂੰ ਮਤਲਬ ਕਿ ਆਪਣੀ ਕਲਮ ਰਾਹੀਂ ਛੋਇਆ ਹੈ। ਨਹੀਂ, ਬਹੁਤ ਵਧੀਆ, ਕੀ ਬਾਤਾਂ ਨੇ, ਵਾਹ। ਔਰ ਤੁਹਾਡੀ ਗੱਲ ਸਹੀ ਹੈ ਕਿ ਇਹ ਜ਼ਰੂਰੀ ਹੋ ਜਾਂਦਾ ਜਦੋਂ ਜੀਵਨ ਸਾਥੀ ਤੁਹਾਨੂੰ ਮਿਲਦਾ। ਮੈਂ ਵਿਆਹ ਤੋਂ ਬਾਅਦ ਗੱਲ ਕਰਦਾ, ਚਾਹੇ ਹਸਬੈਂਡ ਹੈ ਚਾਹੇ ਵਾਈਫ ਹੈ, ਠੀਕ ਹੈ ਨਾ। ਜਿਹੜਾ ਹਸਬੈਂਡ ਹੈ ਜੋ ਵਾਈਫ ਦੀ ਸਪੋਰਟ ਕਰੇ, ਜਿਹੜੀ ਵਾਈਫ ਹੈ ਜਿਹੜੀ ਹਸਬੈਂਡ ਦੀ ਸਪੋਰਟ ਕਰੇ, ਤਾਂ ਮੇਰੇ ਖਿਆਲ ਤੁਹਾਡੀ ਜਿਹੜੀ ਕਲਾ ਦਾ ਸਫ਼ਰ ਆ, ਚਾਹੇ ਕਿਸੇ ਵਿਸ਼ੇ ਤੇ ਹੋਵੇ, ਤੁਹਾਡੇ ਚਾਹੇ ਕਵਿਤਾ ਲਿਖ ਰਹੇ ਜੇ, ਚਾਹੇ ਤੁਸੀਂ ਪੇਂਟਿੰਗ ਕਰ ਰਹੇ ਜੇ, ਚਾਹੇ ਤੁਸੀਂ ਕੋਈ ਵਿਸ਼ਾ ਲਾ ਲਓ ਕਲਾ ਦਾ, ਤੇ ਉਹਦੇ 'ਚ ਤੁਹਾਨੂੰ ਇੱਕ ਹੌਸਲਾ ਮਿਲਦਾ। ਔਰ ਮੈਨੂੰ ਇਸ ਗੱਲ ਤਾਂ ਵੈਸੇ ਤੁਹਾਡੇ ਰਾਹੀਂ ਕਹਾਂਗਾ ਮੈਂ ਰੁਪਿੰਦਰ ਜੀ ਕਿ ਮੇਰਾ ਆਪਣਾ ਸ਼ੇਖਰ ਸਰ ਨੂੰ ਮਤਲਬ ਮੇਰਾ ਸਲਾਮ ਉਹਨਾਂ ਨੂੰ ਪਹੁੰਚੇ ਕਿ ਉਹ ਇਹਨਾਂ ਤੁਹਾਨੂੰ ਸਾਥ ਦੇ ਰਹੇ, ਤੁਹਾਡਾ ਹੌਸਲਾ ਦੇ ਰਹੇ ਨੇ। ਔਰ ਸਹੀ ਗੱਲ ਮੈਂ ਚਾਹੁੰਦਾ ਕਿ ਜਿੰਨੇ ਵੀ ਜਿੰਨੇ ਹਸਬੈਂਡ ਨੇ, ਜਿੰਨੇ ਪਤੀ ਨੇ ਆਪਣਾ ਗੱਲ ਕਰਦੇ ਨੇ ਸਾਡੀ ਕਮਿਊਨਿਟੀ ਪੰਜਾਬੀ ਵਿੱਚ, ਉਹਨਾਂ ਦਾ ਫਰਜ਼ ਬਣਦਾ ਕਿ ਆਪਣੀਆਂ ਪਤਨੀਆਂ ਨੂੰ ਪੂਰਾ ਸਾਥ ਦੇਣ ਹਰ ਪਾਸਿਓਂ, ਠੀਕ ਹੈ ਨਾ। ਇਹ ਜ਼ਰੂਰੀ ਨਹੀਂ ਕਿ ਜਿਹੜੀ ਰਸੋਈ ਸਿਰਫ ਕੀ ਕਹਿੰਦੇ ਔਰਤਾਂ ਨੇ ਸਾਂਭੀ, ਰਸੋਈ ਦਾ ਜਿਹੜਾ ਆਪਣੇ ਮਰਦ ਆ ਉਹਨਾਂ ਦਾ ਫਰਜ਼ ਬਣਦਾ ਕਿ ਉਹ ਵੀ ਸਾਥ ਨਾਲ ਦੇਣ, ਕਿਹੜੀ ਗੱਲ ਹੈ, ਠੀਕ ਹੈ ਨਾ। ਥੈਂਕ ਯੂ ਸੋ ਮਚ। ਇਸ ਤੋਂ ਅੱਗੇ ਚੱਲਦੇ ਹਾਂ ਆਪਾਂ, ਫਿਰ ਦੁਬਾਰਾ ਚੱਲਦੇ ਹਾਂ ਆਪਾਂ ਕਿਰਨ ਪਾਵਾ ਜੀ ਕੋਲ। ਤੇ ਕਿਰਨ ਜੀ, ਤੁਹਾਡਾ ਫਿਰ ਇੱਕ ਵਾਰੀ ਸਵਾਗਤ ਹੈ ਜੀ ਪ੍ਰੋਗਰਾਮ 'ਚ। ਤੇ ਕਿਰਨ ਜੀ, ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ ਤੁਹਾਡਾ ਜੇ ਕਿਰਨ ਜੀ, ਕਿਰਨ ਪਾਵਾ ਜੀ, ਤੁਸੀਂ ਮਾਈਕ ਔਨ ਕਰ ਲਓ ਆਪਣਾ ਪਲੀਜ਼। ਲੱਗਦਾ ਮੈਡਮ, ਲੱਗਦਾ ਕੁਛ ਗੜਬੜ ਹੋ ਰਹੀ ਹੈ ਨਾ, ਕੁਛ ਹੈ ਨਾ, ਕੋਈ ਟੈਕਨੀਕਲੀ ਡਿਫੀਕਲਟੀ ਕੁਛ ਆ ਰਹੀ ਹੈ, ਦੈਟਸ ਫਾਈਨ। ਪਰ ਮੈਡਮ ਮੈਨੂੰ ਲੱਗ ਰਿਹਾ ਕਿ ਕਹਿੰਦੇ ਆ ਕੁਛ ਦੋਸਤ ਮੈਂ ਕਹਿ ਰਹੇ ਵੀ ਤੁਸੀਂ ਕੁਛ ਸੁਣਾਓ, ਤੇ ਮੈਂ ਜੇ ਕਹੋ ਤਦ ਤੱਕ ਮੈਂ ਕੁਛ ਸੁਣਾ ਦੇਣਾ, ਠੀਕ ਹੈ ਨਾ। ਤੇ ਮੇਰੀ ਆਪਣੀ ਤੁਸੀਂ ਜਿਵੇਂ ਗੱਲ ਕੀਤੀ ਸੀ ਕਿਤਾਬ ਆ ਸੂਰਜਾ ਵੇ ਸੂਰਜਾ, ਪਿੱਛੇ ਰਿਲੀਜ਼ ਹੋਈ ਹੈ, ਠੀਕ ਹੈ ਜੀ। ਕੀਤੀ ਹੈ ਕੈਫੇ ਵਰਡ ਵਾਲਿਆਂ ਨੇ, ਠੀਕ ਹੈ, ਸੁਖਰਾਜ ਉਹਨਾਂ ਨੇ ਰਿਲੀਜ਼ ਕੀਤੀ ਹੈ ਕਿਤਾਬ। ਔਰ ਕਿਉਂਕਿ ਸਾਰਾ ਕੁਛ COVID-19 ਕਰਕੇ ਸਾਰਾ ਕੁਛ ਹੀ ਅਸਤ ਵਿਅਸਤ ਹੋ ਗਿਆ, ਤਾਂ ਫਿਰ ਵੀ ਜਿਨ੍ਹਾਂ ਦੋਸਤਾਂ ਨੇ ਖਰੀਦੀ ਹੈ ਕਿਤਾਬ, ਜਿਨ੍ਹਾਂ ਦੇ ਕਮੈਂਟਸ ਆਏ ਨੇ, ਫੀਡਬੈਕ ਆਈ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਮੈਂ ਚਾਹੁੰਦਾ ਕਿ ਐਟਲੀਸਟ ਹੋਰ ਨਹੀਂ ਕੋਈ ਪੰਜਾਬੀ ਸਾਹਿਤ ਵਿੱਚ ਆਪਾਂ ਇੱਕ ਰੁਝਾਨ ਪੈਦਾ ਕਰੀਏ ਕਿਤਾਬਾਂ ਖਰੀਦ ਕੇ ਬਾਈ ਕਰਨ ਦਾ, ਤੇ ਜਦ ਤੱਕ ਜਿਹੜੀ PDF ਉਸ ਤੋਂ ਅਸੀਂ ਥੋੜਾ ਪਰਹੇਜ਼ ਕਰੀਏ, ਤੇ ਜਿਹੜੀ ਆਪਣੀ ਰੀਅਲ ਕਿਤਾਬ ਨੂੰ ਲੈ ਕੇ ਪੜ੍ਹੀਏ ਆਪਾਂ, ਤੇ ਇੱਕ ਨਾ ਉਹਦੇ ਨਾਲ ਇੱਕ ਜਿਹੜਾ ਪੰਜਾਬੀ ਸਾਹਿਤ ਨੂੰ ਖੁਲਾਰਾ ਮਿਲਦਾ, ਬੇਸਿਕਲੀ ਆਹ ਚੀਜ਼ ਆ। ਥੈਂਕ ਯੂ ਸੋ ਮਚ ਮੈਡਮ। ਮੈਂ ਨਾ ਇੱਕ ਤੁਹਾਡਾ ਨਾਲ ਰੁਪਿੰਦਰ ਜੀ, ਮੈਡਮ ਤੁਹਾਡੇ ਨਾਲ ਇੱਕ ਮੈਂ ਆਪਣੀ ਰਚਨਾ ਦੀ ਸਾਂਝ ਪਾਉਣਾ ਇਸੇ ਕਿਤਾਬ 'ਚੋਂ ਸੂਰਜਾ ਚੋਂ। ਤੇ ਉਹ ਇਵੇਂ ਸੀ ਕਿ ਜਿਹੜਾ ਪਹਿਲਾ ਸ਼ੇਅਰ ਉਹ ਬੇਸਿਕਲੀ ਮਾਂ ਵਾਸਤੇ ਆ, ਕਿ ਉਹ ਇਵੇਂ ਸੀ ਕਿ ਨਿਗਾਹਾਂ ਤੋਂ ਪਰੇ ਕੋਈ ਦੁਆਵਾਂ ਮੰਗ ਰਿਹਾ ਹੋਣਾ, ਨਿਗਾਹਾਂ ਤੋਂ ਪਰੇ ਕੋਈ ਦੁਆਵਾਂ ਮੰਗ ਰਿਹਾ ਹੋਣਾ, ਮੇਰੇ ਪਹਿਰਾਂ ਨੂੰ ਜੋ ਮਾਫਿਕ ਉਹ ਰਾਵਾਂ ਮੰਗ ਰਿਹਾ ਹੋਣਾ, ਮੇਰੇ ਪਹਿਰਾਂ ਨੂੰ ਜੋ ਮਾਫਿਕ
ਉਹ ਰਾਵਾਂ ਮੰਗ ਰਿਹਾ ਹੋਣਾ। ਬੇਸਿਕਲੀ ਇਹ ਸ਼ੇਰ ਲਿਖਿਆ ਸੀ ਮਾਂ ਵਾਸਤੇ। ਘੜੀ ਮਾਂ ਹਮੇਸ਼ਾ ਸੋਚਦੀ ਹੈ ਕਿ ਆਪਣੇ ਤੁਹਾਡਾ ਜੇ ਧੀ ਚਾਹੇ ਪੋਤਿਆ ਕਿ ਉਹ ਜਿਹੜੀਆਂ ਰਾਹਾਂ ਚੰਗੀਆਂ ਰਾਹ ਮਿਲਣ, ਸਹੀ ਰਾਹ ਚੱਲਦਾ ਰਹੇ। ਸੋ ਉਸ ਵਾਸਤੇ ਸੀਗਾ ਕਿ ਤੇ ਇਹਦਾ ਇੱਕ ਅਗਲਾ ਸ਼ੇਰ ਸੀ ਕਿ ਮੇਰਾ ਕਿਰਦਾਰ ਜਾਣਿਓ, ਮੈਂ ਉਸ ਦੀ ਹੀ ਨਬਜ਼ ਤੋਂ ਵਾਕਿਫ। ਮੇਰਾ ਕਿਰਦਾਰ ਜਾਣਿਓ, ਮੈਂ ਉਸ ਦੀ ਹੀ ਨਬਜ਼ ਤੋਂ ਵਾਕਿਫ। ਮੇਰੀ ਧੁੱਪ ਨੂੰ ਪਰਾਂ ਕਰਕੇ ਉਹ ਛਾਵਾਂ ਮੰਗ ਰਿਹਾ ਹੋਣਾ। ਮੇਰੀ ਧੁੱਪ ਨੂੰ ਪਰਾਂ ਕਰਕੇ ਉਹ ਛਾਵਾਂ ਮੰਗ ਰਿਹਾ ਹੋਣਾ। ਇਹਦਾ ਇੱਕ ਸ਼ੇਰ ਸੀ ਕਿ ਮੁਲਾਕਾਤਾਂ ਤਾਂ ਇੱਕ ਦੋ ਸਨ, ਮਗਰ ਨੇ ਦਿਲ ਦੇ ਨਕਸ਼ੇ ਤੇ। ਮੁਲਾਕਾਤਾਂ ਤਾਂ ਇੱਕ ਦੋ ਸਨ, ਮਗਰ ਨੇ ਦਿਲ ਦੇ ਨਕਸ਼ੇ ਤੇ। ਕਿ ਪੰਛੀ ਮੁੜ ਕੇ ਉਹੀ ਸ਼ਾਂਤ ਥਾਵਾਂ ਮੰਗ ਰਿਹਾ ਹੋਣਾ। ਕਿ ਪੰਛੀ ਮੁੜ ਕੇ ਉਹੀ ਸ਼ਾਂਤ ਥਾਵਾਂ ਮੰਗ ਰਿਹਾ ਹੋਣਾ। ਇਹਦਾ ਲਾਸਟ ਸ਼ੇਰ ਲਾਸਟ ਐਕਸਪੀਰੀਅੰਸ ਸੀਗੇ ਕਿ ਯਤੀਮਾਂ ਨੂੰ ਸਹਾਰਾ ਮਿਲ ਗਿਆ ਇੱਕ ਆਸ਼ਮ ਅੰਦਰ। ਯਤੀਮਾਂ ਨੂੰ ਸਹਾਰਾ ਮਿਲ ਗਿਆ ਇੱਕ ਆਸ਼ਰਮ ਅੰਦਰ। ਮਗਰ ਬਚਪਨ ਤਾਂ ਸੁਪਨੇ ਵਿੱਚ ਵੀ ਮਾਵਾਂ ਮੰਗ ਰਿਹਾ ਹੋਣਾ। ਮਗਰ ਬਚਪਨ ਤਾਂ ਸੁਪਨੇ ਵਿੱਚ ਵੀ ਮਾਵਾਂ ਮੰਗ ਰਿਹਾ ਹੋਣਾ। ਨਿਗਾਹਾਂ ਤੋਂ ਪਰੇ ਕੋਈ ਦੁਆਵਾਂ ਮੰਗ ਰਿਹਾ ਹੋਣਾ। ਮੇਰੇ ਪੈਰਾਂ ਨੂੰ ਜੋ ਮਾਫਿਕ ਉਹ ਰਾਵਾਂ ਮੰਗ ਰਿਹਾ ਹੋਣਾ। ਉਹ ਰਾਵਾਂ ਮੰਗ ਰਿਹਾ। ਥੈਂਕ ਯੂ ਜੀ। थैंक यू सो मच। थैंक यू मैडम, थैंक यू बहुत और बहुत शुक्रिया। क्या बात ने। ਤੇ ਮੇਰੇ ਖਿਆਲ ਨਹੀਂ ਹੈ ਕਿ ਜਦੋਂ ਆਪਾਂ ਜੋ ਵੀ ਆਪਾਂ ਮਹਿਸੂਸ ਕਰਦੇ ਹਾਂ, ਚਾਹੇ ਉਹ ਆਲੇ ਦੁਆਲੇ ਜਿਵੇਂ ਵਾਪਰਦਾ, ਤੇ ਆਪਾਂ ਉਹੀ ਉਸ ਨੂੰ ਆਪਾਂ ਕਲਮ ਦੇ ਰੂਪ ਚ ਉਤਾਰਦੇ ਹਾਂ। ਤੇ ਜਿਹੜੀ ਕੁਦਰਤ ਦੀ ਇੱਕ ਮਿਹਰ ਹੈ ਸਾਡੇ ਉੱਤੇ ਕਿ ਆਪਾਂ ਲਿਖ ਸਕਦੇ ਹਾਂ। ਠੀਕ ਹੈ ਨਾ, ਕਿਉਂਕਿ ਉਸ ਤੋਂ ਬਿਨਾਂ ਗੱਲ ਬਣਦੀ ਨਹੀਂ। ਉਸ ਤੋਂ ਬਿਨਾਂ ਹਾਂਜੀ। ਕਿਰਨ ਜੀ ਤੁਹਾਡਾ ਮਾਈਕ ਆਉਣਾ? ਕਿਰਨ ਤੁਹਾਡਾ ਹੁਣ ਇਸ ਟਾਈਮ? ਹਾਂਜੀ ਸਰ। ਹਾਂਜੀ। ਹਾਂ ਕਿਰਨ, ਮੈਂ ਤੁਹਾਨੂੰ ਪੁੱਛ ਰਿਹਾ ਸੀ, ਬੇਸਿਕਲੀ ਗੱਲ ਵਿੱਚ ਰਹਿ ਗਈ ਸੀ ਆਪਣਾ। ਗੱਲ ਕਰਦੇ ਹਾਂ ਕਿ ਤੁਹਾਡਾ ਲਿਖਣ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ? ਥੋੜਾ ਦੱਸੋਗੇ ਆਪਣੇ ਬਾਰੇ ਥੋੜਾ ਜਿਹਾ? ਸਰ ਮੇਰਾ ਲਿਖਣ ਦਾ ਸਫ਼ਰ ਜਦੋਂ ਮੈंने ਬੀਐਡ ਸਟਾਰਟ ਕਰੀ ਰੈਗੂਲਰ ਯੂਨੀਵਰਸਿਟੀ ਕਾਲਜ ਦੇ ਵਿੱਚ, ਤੇ ਬਸ ਐਵੇਂ ਪਰਸਨਲ ਡਾਇਰੀ ਤੇ ਲਿਖੀਦਾ ਹੁੰਦਾ ਸੀਗਾ। ਉੱਥੇ ਲਾਇਬ੍ਰੇਰੀ ਵਾਲੇ ਸਰ ਨੇ ਇੱਕ ਵਾਰੀ ਡਾਇਰੀ ਪੜ੍ਹੀ ਸੀਗੀ, ਤੇ ਉਹਨਾਂ ਨੇ ਮਤਲਬ ਮੋਟੀਵੇਟ ਕੀਤਾ ਸੀਗਾ ਕਿ ਤੁਸੀਂ ਇਸ ਨੂੰ ਕਵਿਤਾ ਦਾ ਰੂਪ ਦਿਓ, ਜਿਹੜੇ ਤੁਸੀਂ ਇੱਕਦਮ ਮਤਲਬ ਆਪਾਂ ਡੇਲੀ ਡਾਇਰੀ ਲਿਖਦੇ ਹਾਂ ਉਸ ਤਰੀਕੇ ਨਾਲ ਹੀ ਸੀਗਾ। ਤੇ ਕਹਿੰਦੇ ਤੁਹਾਡੇ ਲਿਖਣ ਦਾ ਹਮੇਸ਼ਾ ਮਤਲਬ ਜੋ ਢੰਗ ਮੈਂ ਦੇਖਿਆ ਪੂਰੀ ਡਾਇਰੀ ਦੇ ਵਿੱਚ, ਉਹ ਖੁੱਲੀ ਕਵਿਤਾ ਦਾ ਹੈ, ਕਿਉਂਕਿ ਮੈਨੂੰ ਨਹੀਂ ਪਤਾ ਸੀ ਇਸ ਨੂੰ ਕੀ ਕਹਿੰਦੇ ਨੇ। ਤਾਂ ਉਹਨਾਂ ਨੇ ਕਿਹਾ ਕਿ ਇਹ ਨਜ਼ਮ ਦੀ ਉਹਦੇ ਵਿੱਚ ਹੈ, ਤੁਸੀਂ ਇਸ ਨੂੰ ਸਿਰਫ ਉਹਨੂੰ ਆਧਾਰ ਦੇ ਵਿੱਚ ਸ਼ਬਦ ਦੇਣੇ ਨੇ ਇੱਕ ਤਰ੍ਹਾਂ ਦੇ। ਥੋੜਾ ਵੋਕੈਬਲਰੀ ਤੇ ਕੰਮ ਕਰੋ, ਜੇ ਤੁਹਾਡਾ ਸ਼ਬਦਕੋਸ਼ ਵੱਡਾ ਹੋ ਜਾਏਗਾ ਤਾਂ ਹੋਰ ਵੀ ਵਧੀਆ ਹੋ ਜਾਏਗਾ। ਤੇ ਉਹਨਾਂ ਨੇ ਹੀ ਮਤਲਬ ਮੈਨੂੰ ਬਿਨਾਂ ਹੀ ਉਹ ਕਦੇ, ਜਿਹੜੀ ਯੂਨੀਵਰਸਿਟੀ ਦਾ ਸਾਡਾ ਹੈ ਆਪਣਾ ਪਟਿਆਲੇ ਸਟੇਟ ਕਾਲਜ ਦਾ ਮੈਗਜ਼ੀਨ ਆਉਂਦਾ ਸੀਗਾ, ਉਹਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਮੇਰੀ ਤੁਹਾਡੀ ਸ਼ਾਇਦ ਆਵਾਜ਼ ਦਾ ਫਿਰ ਕੁਛ ਹੋ ਗਿਆ, ਕੁਛ ਹਾਂ ਲੱਗਦਾ ਮੇਰੇ ਖਿਆਲ ਨਾਲ ਆਪਣਾ ਕੁਛ ਨੈਟਵਰਕ ਦੀ ਥੋੜੀ ਪ੍ਰੋਬਲਮ ਆ ਜਾਂਦੀ, ਮੈਨੂੰ ਲੱਗਦਾ ਪੰਜਾਬ 'ਚ ਕੁਛ ਨਾ ਕੁਛ। ਤੇ ਕਈ ਵਾਰੀ ਜੇ ਤੁਸੀਂ ਥੱਲੇ ਬੈਠੇ ਹੋ ਜਾਂ ਨੀਚੇ ਬੈਠੇ ਹੋ ਰੂਮ 'ਚ, ਤੇ ਕਈ ਵਾਰੀ ਸਿਗਨਲ ਦੀ ਥੋੜੀ ਪ੍ਰੋਬਲਮ ਆ ਜਾਂਦੀ ਹੈ। ਹਾਂ ਚੀਜ਼ ਹੈ। ਹਾਂ ਨਹੀਂ, ਪਰ ਜਿਵੇਂ ਦੱਸ ਰਹੇ ਸੀ ਵਧੀਆ ਲੱਗਾ ਸੁਣ ਕੇ ਕਿ ਸ਼ੁਰੂਆਤੀ ਦੌਰ ਵਿੱਚ ਆਪਾਂ ਸਾਰੇ ਇਵੇਂ ਕਰਦੇ ਹਾਂ। ਆਪਾਂ ਸ਼ੁਰੂਆਤੀ ਦੌਰ ਵਿੱਚ ਜੋ ਮਨ 'ਚ ਆਇਆ ਲਿਖ ਕੇ ਰੱਖ ਲਿਆ ਨਾ, ਤੇ ਉਹ ਕਈ ਵਾਰੀ ਠੀਕ ਲੱਗਦਾ, ਕਈ ਵਾਰੀ ਠੀਕ ਨਹੀਂ ਲੱਗਦਾ ਨਾ, ਤੇ ਉਹ ਚੀਜ਼ ਹੋ ਜਾਂਦੀ ਹੈ। ਤੇ
ਮੈਨੂੰ ਆ ਗੱਲ ਚੇਤੇ ਆ ਗਈ ਕਿ ਇੱਕ ਇਵੇਂ ਹੀ ਇੱਕ ਹੈ ਸੀ ਮੁੰਡਾ ਸੀਗਾ 10ਵੀਂ ਪੜ੍ਹਦਾ ਸੀਗਾ, ਤੇ ਉਹਨੇ ਕੁਝ ਲਿਖਿਆ, ਮੈਨੂੰ ਲਿਖ ਕੇ ਵਿਖਾਇਆ ਉਹਨੇ, ਤੇ ਉਹਦੇ ਜੋ ਖਿਆਲ ਸੀ ਉਸ ਟਾਈਮ, ਖਿਆਲ ਭਾਵੇਂ ਸੀ ਕੁਛ ਜਿਵੇਂ ਕਿ ਜੋ ਲਿਖਿਆ ਉਹਨੇ ਕਿ ਸੜਕ ਕੇ ਕਿਨਾਰੇ ਮਤ ਚਲੋ ਕਿਨਾਰਾ ਟूट जाता है, ਹਨਾ, ਤੇ ਜਬ ਨया ਸਾਥੀ ਮਿਲਤਾ ਹੈ ਪੁਰਾਣਾ ਭूल जाता है। ਤੇ ਬੇਸ਼ੱਕ ਉਹ ਕੋਈ ਤੁਕਬੰਦੀ ਕੁਛ ਨਹੀਂ ਸੀ, ਪਰ ਉਹ ਐਟਲੀਸਟ ਉਹਦਾ ਲਿਖਣ ਦਾ ਜਿਹੜਾ ਕੰਮ ਸ਼ੁਰੂ ਹੋ ਚੁੱਕਾ ਸੀ ਉਸ ਟਾਈਮ ਤੇ ਉਸ ਮੁੰਡੇ ਦਾ। ਸੋ ਇਵੇਂ ਹੀ ਆ, ਇਹੀ ਯਤਨ ਹੈ ਕਿ ਜਿਹੜੀ ਨਵੀਆਂ ਕਲਮਾਂ ਨੇ ਜੋ ਅੱਜ ਲਿਖ ਰਹੀਆਂ ਨੇ, ਉਹ ਇਹਦੇ ਚ ਯਕੀਨੀ ਆ ਕਿ ਜੋ ਅੱਜ ਲਿਖ ਰਹੀਆਂ ਨੇ ਉਹ ਕੱਲ ਨੂੰ ਕੁਛ ਹੋਰ ਲਿਖਣਗੀਆਂ, ਉਸ ਤੋਂ ਬਿਹਤਰ ਕਰਨਗੀਆਂ। ਤੇ ਸਾਡਾ ਜਿਹੜਾ ਸਫ਼ਰ ਹੈ ਇਹ ਬਿਹਤਰੀ ਵਾਲੇ ਪਾਸੇ ਚੱਲਦਾ ਬੇਸਿਕਲੀ। ਜੋ ਅੱਜ ਆਪਾਂ ਕਰ ਰਹੇ ਹਾਂ, ਕੱਲ ਨੂੰ ਉਹਦੇ ਚ ਹੋਰ ਕੁਛ ਐਡ ਹੁੰਦਾ, ਕੁਛ ਹੋਰ ਸਿੱਖਦੇ ਆਪਾਂ, ਹੋਰ ਸਿੱਖਦੇ ਹਾਂ, ਉਹ ਚੱਲੀ ਜਾਂਦਾ ਉਹਦੇ ਚ। ਅੱਜ ਇਹ ਸਫ਼ਰ ਹੈ। ਨਹੀਂ, ਬਹੁਤ ਬਹੁਤ ਸਵਾਗਤ ਆ, ਥੈਂਕ ਯੂ ਕਰਨ ਜੀ ਤੁਹਾਡਾ। ਤੇ ਲੱਗਦਾ ਤੁਹਾਡੀ ਕੋਈ ਡਿਫੀਕਲਟੀ ਆ ਰਹੀ, ਟੈਕਨੀਕਲ ਡਿਫੀਕਲਟੀ ਆ ਰਹੀ ਤੁਹਾਡੀ ਕਿ ਆਪਣਾ ਪ੍ਰੋਗਰਾਮ ਚ ਤੁਹਾਡੀ ਆਵਾਜ਼ ਦੀ? ਹਾਂਜੀ ਸਰ, ਨੈਟਵਰਕ ਇਸ਼ੂ ਹੋ ਜਾਂਦਾ ਹੈ, ਸੌਰੀ। ਹਾਂਜੀ ਨਹੀਂ, ਪਰ ਤੁਸੀਂ ਦੱਸ ਰਹੇ ਸੀ, ਤੁਹਾਡੀ ਗੱਲ ਸਹੀ ਹੈ, ਤੁਸੀਂ ਦੱਸ ਰਹੇ ਸੀ ਆਪਣਾ ਲਿਖਣ ਦਾ ਸਬਕ, ਗੱਲ ਕਰ ਰਿਹਾ ਸੀ ਮੈਂ ਵੀ ਆਪਾਂ ਸਾਰੇ ਇਵੇਂ ਸ਼ੁਰੂ ਕਰਦੇ ਹਾਂ, ਡਾਇਰੀ 'ਚ ਜਾਂ ਕਾਗਜ਼ ਤੇ ਮਾੜਾ ਮੋਟਾ ਲਿਖ ਰਿਹਾ, ਠੀਕ ਹੈ, ਫਿਰ ਮਨ 'ਚ ਇੱਕ ਇੱਛਾ ਹੁੰਦੀ ਕਿਸੇ ਨੂੰ ਦਿਖਾਈਏ ਆਪਾਂ ਕੀ ਲਿਖਿਆ, ਹਨਾ। ਮੈਨੂੰ ਇੱਛਾ ਹੁੰਦੀ ਸੀਗੀ ਜਦੋਂ ਮੈਂ ਪੜ੍ਹਦਾ ਸੀਗਾ। ਸਰ ਨਹੀਂ, ਮੇਰੀ ਇੱਛਾ ਕਦੇ ਨਹੀਂ ਹੋਈ ਕਿ ਮੈਂ ਕਿਸੇ ਨਾਲ ਗੱਲ ਕਰਾਂ ਇਸ ਬਾਰੇ ਜਾਂ ਦਿਖਾਵਾਂ। ਜੀ ਬਸ ਇੱਕ ਵਾਰੀ ਮੇਰੀ ਡਾਇਰੀ ਉੱਥੇ ਰਹਿ ਗਈ ਸੀ ਤੇ ਸਰ ਨੇ ਖੁਦ ਹੀ ਪੜ੍ਹੀ ਉਹ ਡਾਇਰੀ ਕਿ ਕਿਸੇ ਬੱਚੇ ਦੀ ਰਹਿ ਗਈ ਵਿੱਚ ਹੈ ਕੀ ਜੀ। तो उन्होंने बहुत मतलब प्रोत्साहित किया कि ये चीज़ एवं हो सकती है। वो चीज़ मार्च नहीं क्योंकि उन्होंने अपनी बुक्स है नहीं, तो उस तो बाद मतलब ऐ लग्या कि अगर सर इन्ना कह रहे हैं तो शुरू करके देखते हैं। तो जो गलतियां होंदी सी, लय होंदी सी, सर ने फिर बहुत समझाया कि एवं नहीं एवं करते, क्योंकि वो खुद बहुत वड्डे मतलब लिखते हैं इन्हां चीज़ां नूं। तो खुद लाइब्रेरी दे विच सर ने तो डेली ना कोल नवीं बहुत किताबां आंदियां ने। बिल्कुल हाँ, वो जरूरी है। ਜਿਹੜੇ ਬੰਦੇ ਵੀ ਜਿਹੜਾ ਵੀ ਇਸ ਕੰਮ 'ਚ ਸਾਹਿਤ 'ਚ ਕੰਮ ਕਰ ਰਹੇ ਨੇ, ਜਿਹੜੇ ਬੰਦੇ ਪਰ ਆਪਣੇ ਸੀਨੀਅਰ ਬੰਦੇ ਜਿਹੜੇ ਨਾਮਵਰ ਜਿਹੜੇ ਬਣ ਚੁੱਕੇ ਨੇ, ਨੈਚੁਰਲੀ ਉਹਨਾਂ ਨੇ ਬਹੁਤ ਟਾਈਮ ਲਾਇਆ ਹੁੰਦਾ ਇਸ ਚੀਜ਼ ਵਿੱਚ, ਔਰ ਉਹਨਾਂ ਨੂੰ ਪਤਾ ਲੱਗ ਜਾਂਦਾ ਉਹਨਾਂ ਨੂੰ। ਔਰ ਇੱਕ ਗੁਜ਼ਾਰਿਸ਼ ਹੈ ਜਿਹੜੇ ਵੀ ਆਪਣੇ ਜਿਹੜੇ ਉਸਤਾਦ ਨੇ, ਸਾਡੇ ਉਸਤਾਦ ਸਾਹਿਬਾਨ ਨੇ, ਜਾਂ ਜਿਹੜੀਆਂ ਆਪਣੇ ਨਾਮਵਰ ਕਲਮਾਂ ਨੇ, ਕਿ ਜਿੰਨੀਆਂ ਵੀ ਕੋਈ ਨਵੀਆਂ ਕਲਮਾਂ ਲਿਖਦੀਆਂ ਨੇ ਉਹਨਾਂ ਨੂੰ ਹੋਰ ਹੌਸਲਾ ਦਿਓ, ਉਹਨਾਂ ਨੂੰ ਬਲ ਮਿਲਦਾ, ਕੁਛ ਹੋਰ ਨਵਾਂ ਕਰਨ ਦਾ ਬਲ ਮਿਲਦਾ। ਵਾਹ, ਕੀ ਬਾਤ। ਬਿਲਕੁਲ, ਥੈਂਕ ਯੂ ਕਰਨ ਜੀ। ਤੇ ਮੈਡਮ ਤੁਹਾਡੇ ਕੋਲ ਫਿਰ ਦੁਬਾਰਾ ਤੁਹਾਡੇ ਕੋਲ ਆ ਗਿਆ, ਤੁਹਾਡੇ ਕੋਲ ਵਾਪਸ ਆ ਗਿਆ ਮੈਂ, ਠੀਕ ਹੈ ਜੀ। ਫਿਰ ਆਪਾਂ ਦੁਬਾਰਾ ਕੈਨੇਡਾ ਜਾ ਗਏ। ਤੇ ਅੱਗੇ ਇੱਕ ਕਿਸੇ ਦੋਸਤ ਨੇ ਲਿਖਿਆ ਸੀ, ਕਮੈਂਟ ਕੀਤਾ ਸੀ ਕਿ ਤੁਸੀਂ ਵੀ ਪਲੀਜ਼ ਠੀਕ ਕਰ ਲਓ ਮੈਡਮ ਦਾ ਨਾਮ, ਕਿ ਤੁਸੀਂ ਲਿਖਿਆ ਵੀ ਅਮਰੀਕਾ ਲਿਖਿਆ ਤੇ ਉਹ ਕੈਨੇਡਾ 'ਚ ਆ। ਤੇ ਮੈਂ ਕਿਹਾ ਪਤਾ ਨਹੀਂ ਕਿਉਂ ਸ਼ਾਇਦ ਮੈਂ ਅਮਰੀਕਾ ਜਿਹੜਾ ਮੈਨੂੰ ਲੱਗਦਾ ਮੈਡਮ ਅਮਰੀਕਾ 'ਚ ਰਹਿ ਰਹੇ ਨੇ ਅੱਜ ਕੱਲ੍ਹ। ਮੇਰਾ ਅਮਰੀਕਾ 'ਚ ਹੀ ਘਰ ਹੈਗਾ। ਹਾਂਜੀ, ਸੋ ਸਭ ਠੀਕ ਹੋ ਗਿਆ। ਨਹੀਂ ਮੈਡਮ, ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਅਸੀਂ ਬਿਲਕੁਲ ਮੈਨੂੰ ਲੱਗ ਰਿਹਾ ਜਿਵੇਂ ਅਸੀਂ ਇੱਕ ਪਰਿਵਾਰ 'ਚ ਬੈਠੇ ਹਾਂ, ਇਸ ਟਾਈਮ ਪਰਿਵਾਰ 'ਚ ਬੈਠੇ ਹਾਂ ਆਪਾਂ ਚਾਰੇ ਜਾਣੇ, ਆਪਾਂ ਗੱਲਬਾਤ ਕਰ ਰਹੇ ਹਾਂ ਤੇ ਮਜ਼ਾ ਲੱਗ ਨਹੀਂ ਰਿਹਾ ਕਿ ਆਪਾਂ ਫਾਰਮਲ ਗੱਲ ਕਰ ਰਹੇ ਹਾਂ। ਬੜਾ ਮਜ਼ਾ ਆ ਰਿਹਾ। ਔਰ ਮੈਡਮ ਤੁਹਾਨੂੰ ਗੁਜ਼ਾਰਿਸ਼ ਹੈ ਕਿ ਪਲੀਜ਼ ਆਪਣੀ ਜ਼ਰੂਰ ਸਾਨੂੰ ਇੱਕ ਦੋ ਆਪਣੀ ਤੁਹਾਡੀ ਰਚਨਾਵਾਂ ਤਰੰਨਮ ਸੁਣਾਓ ਤੇ ਬੜਾ ਮਜ਼ਾ ਆਏਗਾ। ਜ਼ਰੂਰ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸੁਣਾਉਣੀ ਆ। ਮੇਰੀ ਕਿਤਾਬ ਆਈ ਜੀ, ਪਹਿਲੀ ਕਿਤਾਬ ਆਈ ਕਵਿਤਾਵਾਂ ਦੀ, ਅਨਪੜ੍ਹੀ ਕਿਤਾਬ, ਜਿਹੜੀ ਸਤੀਸ਼ ਗੁਲਾਟੀ ਸਾਹਿਬ ਨੇ, ਚੇਤਨਾ ਪ੍ਰਕਾਸ਼ਨ ਵਾਲਿਆਂ ਨੇ ਛਾਪੀ, ਤੇ ਬਹੁਤ ਅੱਛੀ ਛਾਪੀ ਉਹਨਾਂ ਨੇ, ਬਹੁਤ ਵਧੀਆ ਕਿਤਾਬ। ਤੇ ਉਹ ਜਿਹੜੀ ਮੇਰੀ ਕਿਤਾਬ ਦੀ ਜਿਹੜੀ ਟਾਈਟਲ ਕਵਿਤਾ ਹੈ, ਮੈਂ ਤੁਹਾਨੂੰ ਮੁੱਖ ਕਵਿਤਾ ਮੈਂ ਜ਼ਰੂਰ ਸੁਣਾਉਣਾ ਚਾਹੂੰਗੀ। ਅਨਪੜ੍ਹੀ ਕਿਤਾਬ। ਇੱਕ ਅਨਪੜ੍ਹੀ ਕਿਤਾਬ ਹਾਂ ਮੈਂ, ਕਦੀ ਪੜ੍ਹ ਕੇ ਮੈਨੂੰ ਵੇਖ ਜ਼ਰਾ। ਇੱਕ ਅਨਪੜ੍ਹੀ ਕਿਤਾਬ ਹਾਂ ਮੈਂ, ਕਦੀ ਪੜ੍ਹ ਕੇ ਮੈਨੂੰ ਵੇਖ ਜ਼ਰਾ। ਮੇਰਾ ਇੱਕ ਇੱਕ ਅੱਖਰ ਜਾਗਦਾ ਹੈ, ਕਦੀ ਹੱਥਾਂ 'ਚ ਫੜ ਕੇ ਵੇਖ ਜ਼ਰਾ। ਵਾਹ, ਦੁਬਾਰਾ ਮੈਡਮ, ਦੁਬਾਰਾ ਬੋਲੋ ਜੀ ਪਲੀਜ਼। ਵਾਹ। ਇੱਕ ਅਨਪੜ੍ਹੀ ਕਿਤਾਬ ਹਾਂ ਮੈਂ, ਕਦੀ ਪੜ੍ਹ ਕੇ ਮੈਨੂੰ ਵੇਖ ਜ਼ਰਾ। ਮੇਰਾ ਇੱਕ ਇੱਕ ਅੱਖਰ ਜਾਗਦਾ ਹੈ, ਕਦੀ ਹੱਥਾਂ 'ਚ ਫੜ ਕੇ ਵੇਖ ਜ਼ਰਾ। ਵਾਹ, ਕੀ ਬਾਤ। ਤੂੰ ਕਾਵ ਕਲਪਨਾ ਮੈਂ ਰੁੱਖੀ ਵਾਰਤਕ। ਤੂੰ ਕਾਵ ਕਲਪਨਾ ਮੈਂ ਰੁੱਖੀ ਵਾਰਤਕ, ਤੂੰ ਹੋਂਦ ਰੱਬ ਦੀ ਮੈਂ ਨਿਰੀ ਨਾਸਤਕ। ਵਾਹ। ਤੂੰ ਕਾਵ ਕਲਪਨਾ ਮੈਂ ਰੁੱਖੀ ਵਾਰਤਕ, ਤੂੰ ਹੋਂਦ ਰੱਬ ਦੀ ਮੈਂ ਨਿਰੀ ਨਾਸਤਕ। ਨਾਸਤਕ ਤੋਂ ਮੈਂ ਬਣਾ ਆਸਤਕ, ਕਦੀ ਬਣ ਕੇ ਰੱਬ ਤੂੰ ਵੇਖ ਜ਼ਰਾ। ਵਾਹ। ਮੇਰਾ ਇੱਕ ਇੱਕ ਅੱਖਰ ਜਾਗਦਾ ਹੈ, ਕਦੀ ਹੱਥਾਂ 'ਚ ਫੜ ਕੇ ਵੇਖ ਜ਼ਰਾ। ਕੀ ਬਾਤ। ਵਾਹ। ਤੂੰ ਸ਼ਬਦ ਹੈ ਮੈਂ ਅੱਖਰ ਮਾਤਰ। ਤੂੰ ਸ਼ਬਦ ਹੈ ਮੈਂ ਅੱਖਰ ਮਾਤਰ, ਤੂੰ ਅੱਖਰ ਹੈ ਮੈਂ ਲਗ ਮਾਤਰ। ਵਾਹ। ਤੂੰ ਸ਼ਬਦ ਹੈ ਮੈਂ ਅੱਖਰ ਮਾਤਰ, ਜੇ ਤੂੰ ਅੱਖਰ ਹੈ ਮੈਂ ਲਗ ਮਾਤਰ। ਨਾ ਤੂੰ ਪੂਰਾ ਨਾ ਪੂਰੀ ਮੈਂ ਪਾਤਰ, ਕਦੀ ਸ਼ਬਦ ਬਣਾ ਕੇ ਵੇਖ ਜ਼ਰਾ। ਮੇਰਾ ਇੱਕ ਇੱਕ ਅੱਖਰ ਜਾਗਦਾ ਹੈ, ਕਦੀ ਹੱਥਾਂ 'ਚ ਫੜ ਕੇ ਵੇਖ ਜ਼ਰਾ। ਵਾਹ, ਕੀ ਬਾਤ ਹੈ।
वाह मैं रात हाँ मस्या तू चन्न है पूरा, मैं रात हाँ मस्या तू चन्न है पूरा, तू नींद है गूढ़ी मैं सुपन अधूरा। हम्म तू मैं रात हाँ मस्या तू चन्न है पूरा, तू नींद है गूढ़ी मैं सुपन अधूरा, है कोरा कागज मेरा जीवन पूरा, बन सुपन संदूरी वेख जरा। आहा मेरा एक एक अखर जागदा है, कदी हत्थां च फड़ के वेख जरा, कदी क्या हत्थां बात च फड़ के वेख जरा। वाह क्या बात है वाह तो मेरी दूसरी किताब आई जी की नाम सावन दी चढ़ियां सावन दियां झड़ियां। सावन मैं थानू दो तीन चीजां सुनाना चाहनी है। जरूर प्लीज प्लीज बिल्कुल बिल्कुल साडे कोल टाइम है कोई गल नहीं बिल्कुल please। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਉਹ ਸੁਣਾਉਣੀ ਹੈ ਜਿਹੜੇ ਮੈਂ ਹੁਣੇ ਲਿਖੇ ਆ ਟੱਪੇ। बिल्कुल प्लीज जी ਪਤਾ ਨਹੀਂ ਟੱਪੇ ਤੁਹਾਨੂੰ ਪਸੰਦ ਆਉਣਗੇ ਕਿ ਨਹੀਂ, नहीं प्लीज सारे सुन रहे हैं ਪਰ ਮੈਨੂੰ ਬੜੇ ਪਸੰਦ ਆ। जी जी प्लीज ਕੁਝ ਦਿਲ ਨੂੰ ਤਾਂ ਡੰਗੇ ਆਏ ਹਾਏ, ਕੁਝ ਦਿਲ ਨੂੰ ਤਾਂ ਡੰਗੇ ਆਏ, ਬਣ ਖੁਸ਼ਬੂ ਮਾਇਆ ਸਾਡੇ ਸੁਪਨੇ ਚੋਂ ਲੰਘੇ ਆਏ, ਸਾਡੇ ਸੁਪਨੇ ਚੋਂ ਲੰਘੇ ਆਏ, वाह ਵਿੱਚ ਸੁਪਨੇ ਉਡੀਕਾਂਗੇ ਹਾਏ, ਵਿੱਚ ਸੁਪਨੇ ਉਡੀਕਾਂਗੇ, ਕੈਨਵਸ ਬਣ ਮਾਇਆ ਨਵੇਂ ਰੰਗ ਉਲੀਕਾਂਗੇ, क्या बात ਨਵੇਂ ਰੰਗ ਉਲੀਕਾਂਗੇ। क्या बात है वाह Excuse me. मैंने पता नहीं वाह वाह ਪੁੱਛਾਂ ਤੇਰੇ ਸਵੇਰੇ ਤੋਂ, ਪੁੱਛਾਂ ਤੇਰੇ ਸਵੇਰੇ ਤੋਂ, ਪੁੱਛਾਂ ਤੇਰੇ ਸਵੇਰੇ ਤੋਂ, ਧੁੱਪ ਮਣ ਉਤਰੇਗਾ ਕਦੋਂ ਮੇਰੇ ਬਨੇਰੇ ਆਹਾ, ਵਾਹ। ਤੋਂ, वाह वाह कदम मेरे बनेरे तुम, क्या बात है वाह तेरे बाजों की हाल चन्ना, तेरे बाजों की हाल चन्ना, हर पल इंज गुजरे जिवें गुजरे 100 साल चन्ना, वाह जिवें गुजरे 100 साल चन्ना। क्या बात है अखीरला जी। जी, दिल ਦਿੱਤਾ ਤੇ ਗਵਾ ਕੋਈ ਨਾ ਆਏ, ਦਿਲ ਦਿੱਤਾ ਤੇ ਗਵਾ ਕੋਈ ਨਾ, ਜਿੰਦ ਕਲਬੂਤ ਜਹੀ ਹੁਣ ਸਾਹਾਂ ਦਾ ਵਿਸਾ ਕੋਈ ਨਾ, क्या बात है ਸਾਹਾਂ ਦਾ ਵਾਹ, ਵਿਸਾ ਵਾਹ। ਕੋਈ ਨਾ। वाह वाह Thank you क्या so much. बात है मैडम वाह क्या बात है वाह ਤੁਹਾਡੀ ਆਵਾਜ਼ ਔਰ ਤੁਹਾਡੀ ਤਰਨਮ ਬੜੀ ਕਮਾਲ ਦੀ ਵਾਹ क्या बात है Thank you so much. वाह वाह और और ਟੱਪੇ ਸਾਰੇ ਕਮਾਲ ਦੇ ਤੁਹਾਡੇ क्या बात है प्लीज ਹਾਂਜੀ मैं मेरे ख्याल 100 तो ऊपर टप्पे लिखे होने हैं जी। वाह 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 प्लीज सुनाओ तरनम सुनाओ प्लीज ਤੁਹਾਡੀ ਕਵਿਤਾ ਹੀ ਤੁਹਾਨੂੰ ਸੁਣਦਾ ਵਿੱਚ ਤੁਹਾਡੀ ਵੇਟ ਕਰ ਰਹੇ ਹਾਂ ਤੁਹਾਡੀ ਮੈਂ सुना देनी है जी। जी जी मैं प्लीज दरअसल ना हुणे पिछे जे होया कि मैं थानू एक सुनानी है। ਆਨੇ ਤੁਹਾਡੇ ਪਹਿਲੇ ਤੁਹਾਡਾ ਆਪਣਾ ਨੀਲੂ ਬਾਗਾ ਜੀ ਲੁਧਿਆਣਵੀ ਕਹਿ ਰਹੇ ਨੇ ਕਿ ਵਾਹ ਮੈਡਮ ਔਰ ਕਲਾਸ਼ ਮਲੋਈ ਸਰ ਕਹਿ ਰਹੇ ਨੇ ਵੀ ਵਾਹ ਜਸਮੀਨ ਮੱਲੀ ਜੀ ਕਹਿ ਰਹੇ ਨੇ और आप चिराग साहब कह रहे हैं भी क्या बात है रुपिंदरपाल जी कह रहे हैं कमाल दी आवाज है जी का सुनते जाइए और तिमान सर कह रहे हैं कि रंगली शाम बन गई है लाली जी
क्या बात है। हाँ नहीं, मेरे ख्याल ਤੁਹਾਡਾ ਸਾਰੇ ਜਿੰਨੇ ਦੋਸਤ ਜੁੜੇ ਨੇ, ਚਾਹੇ ਆਪ ਬਲਦੇਵ ਕ੍ਰਿਸ਼ਨ ਸ਼ਰਮਾ ਜੀ, ਜਿੰਨੇ ਵੀ ਜੁੜੇ ਨੇ, ਔਰ ਸਾਰੇ ਹੀ ਮਤਲਬ ਕਮਾਲ ਦੇ ਸਾਰੇ ਜਿਹੜੇ ਨਾਲ ਜੁੜੇ ਨੇ, ਸਾਰੇ ਬੜੇ ਕਮਾਲ ਦੇ ਲੇਖਕ ਨੇ ਆਪਣੇ ਆਪ 'ਚ। ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤੁਹਾਡਾ ਸ਼ੁਕਰ ਹੈ ਜਿੰਨੇ ਨਾਲ ਜੁੜੇ ਨੇ। ਤੁਹਾਡੀ ਇਸ ਬੜੀ ਫੀਡਬੈਕ ਹੈ, ਹੌਸਲਾ ਮਿਲਦਾ ਇੱਕ ਰਾਈਟਰ ਨੂੰ, ਇੱਕ ਲੇਖਕ ਨੂੰ, ਕਿ ਕੁਝ ਹੋਰ ਵਧੀਆ ਕਰੇ। ਸੋ ਤੁਹਾਡਾ ਬਹੁਤ ਸ਼ੁਕਰੀਆ, ਤੁਹਾਡਾ ਇਵੇਂ ਨਾਲ ਜੁੜੇ ਰਹੋ। ਮੈਡਮ ਕੋ ਸੁਣਦੇ ਆਪਾਂ ਕੁਝ ਹੋਰ ਜੀ। ਮੈਡਮ ਪਲੀਜ਼। ਮੈਂ ਸੁਣਾਵਾਂ ਜੀ? ਜੀ ਜੀ, ਮੈਂ ਇਸ ਤੋਂ ਪਹਿਲਾਂ ਰੁਪਿੰਦਰ ਹੋਣਾ ਕੋਲ ਦੁਬਾਰਾ ਆਵਾਂ, ਮੈਂ ਤੁਹਾਡੇ ਕੋਲ ਕੁਝ ਸੁਣਦਾ ਤੁਹਾਡੇ ਕੋਲ। ਠੀਕ ਹੈ ਜੀ। ਸਰ ਮੈਂ ਤੁਹਾਨੂੰ ਦੋ ਚੀਜ਼ਾਂ ਸੁਣਾਉਣਾ ਚਾਹਾਂਗੀ। ਜੀ ਮੈਡਮ ਪਲੀਜ਼। ਇੱਕ ਤਾਂ ਇਹ ਹੈ ਕਿ ਭਈ ਵਕਤ ਬਨਾਮ ਸ਼ੀਸ਼ਾ। ਮੈਂ ਗਿਆ ਵਕਤ, ਮੈਂ ਬੀਤਿਆ ਵਕਤ ਜਾਂ ਇਤਿਹਾਸ ਨਹੀਂ ਹਾਂ। ਮੈਂ ਬੀਤਿਆ ਵਕਤ ਜਾਂ ਇਤਿਹਾਸ ਨਹੀਂ ਹਾਂ, ਜੋ ਨਾ ਬਦਲ ਪਾਵਾਂਗੇ। ਵਾਹ। ਮੈਂ ਬੀਤਿਆ ਵਕਤ ਜਾਂ ਇਤਿਹਾਸ ਨਹੀਂ ਹਾਂ, ਜੋ ਨਾ ਬਦਲ ਪਾਵਾਂਗੀ। ਮੈਂ ਤੇ ਸ਼ੀਸ਼ਾ ਹਾਂ ਜਨਾਬ, ਬਦਲੋਗੇ ਤੁਸੀਂ ਤੇ ਮੈਂ ਵੀ ਬਦਲ ਜਾਵਾਂਗੀ। ਕਿਆ ਬਾਤ ਹੈ। ਵਾਹ ਵਾਹ ਵਾਹ। ਸ਼ੀਸ਼ਾ ਸੱਚ ਵੀ ਕਿੱਥੇ ਦਿਖਾਉਂਦਾ ਹੈ ਜਨਾਬ। ਸ਼ੀਸ਼ਾ ਸੱਚ ਵੀ ਕਿੱਥੇ ਦਿਖਾਉਂਦਾ ਹੈ ਜਨਾਬ। ਸੱਜੇ ਨੂੰ ਖੱਬਾ ਤੇ ਖੱਬੇ ਨੂੰ ਸੱਚਾ ਹੀ, ਸੱਜੇ ਨੂੰ ਖੱਬਾ ਤੇ ਖੱਬੇ ਨੂੰ ਸੱਜਾ ਹੀ ਦਿਖਾਉਂਦਾ ਹੈ ਜਨਾਬ। ਵਾਹ। ਅੱਖਾਂ ਵਿੱਚ ਤੈਰਦੀ ਨਮੀ ਦੀ ਵਜ੍ਹਾ ਤੇ ਟੁੱਟੇ ਦਿਲ ਦੀ ਦਾਸਤਾਨ, ਸ਼ੀਸ਼ਾ ਕਿੱਥੇ ਦੱਸ ਪਾਉਂਦਾ ਹੈ ਜਨਾਬ। ਵਾਹ ਕਿਆ ਬਾਤ ਹੈ। ਬੁੱਲਾਂ ਦੇ ਕੋਨਿਆਂ ਤੇ ਛੁਪੀ ਮੁਸਕਾਨ, ਬੁੱਲਾਂ ਦੇ ਕੋਨਿਆਂ ਤੇ ਛੁਪੀ ਮੁਸਕਾਨ ਤੇ ਅੱਖਾਂ ਦੇ ਕੋਇਆਂ 'ਚ ਅਟਕੇ ਹੰਝੂ। ਵਾਹ। ਸ਼ੀਸ਼ਾ ਵਜ੍ਹਾ ਦੂਸਰੀ ਤੇ ਰੋਗ ਅਲੱਗ ਦਿਖਾਉਂਦਾ ਹੈ ਜਨਾਬ। ਕਿਆ ਬਾਤ ਹੈ। ਵਾਹ। ਹਿਲਦੇ ਨੇ ਬੁੱਲ, ਹਿਲਦੇ ਨੇ ਬੁੱਲ ਤੇ ਸੁਣਾ ਜਾਂਦੇ ਨੇ ਕਹਾਣੀ। ਹਿਲਦੇ ਨੇ ਬੁੱਲ ਤੇ ਸੁਣਾ ਜਾਂਦੇ ਨੇ ਕਹਾਣੀ। ਸ਼ੀਸ਼ਾ ਹੁੰਗਾਰਾ ਵੀ ਕਿੱਥੇ ਦੇ ਪਾਉਂਦਾ ਹੈ ਜਨਾਬ। ਕਿਆ ਬਾਤ ਹੈ। ਘੰਟਿਆਂ ਬੱਧੀ ਦੇਖਦੇ ਰਹੋ ਸ਼ੀਸ਼ਾ, ਦਿਨ ਜਾਂ ਰਾਤ। ਵਾਹ। ਘੰਟਿਆਂ ਬੱਧੀ ਦੇਖਦੇ ਰਹੋ ਸ਼ੀਸ਼ਾ, ਦਿਨੇ ਜਾਂ ਰਾਤ। ਸ਼ੀਸ਼ਾ ਤਾਂ ਸਿਰਫ ਇੱਕੋ ਹੀ ਟਾਈਮ ਦਿਖਾ ਪਾਉਂਦਾ ਹੈ ਜਨਾਬ। ਕਿਆ ਬਾਤ ਹੈ। ਦਿਨ ਨੂੰ ਦਿਨ ਤੇ ਰਾਤ ਨੂੰ ਰਾਤ ਕਿੱਥੇ ਬਤਾ ਪਾਉਂਦਾ ਹੈ ਜਨਾਬ। ਵਾਹ। ਉਸ ਵਕਤ ਸ਼ੀਸ਼ਾ ਤਾਂ ਸਿਰਫ ਇੱਕੋ ਹੀ ਸਮਾਂ ਦਿਖਾ ਦਿੰਦਾ ਹੈ ਜਨਾਬ। ਬਦਲਦਾ ਸਮਾਂ ਸ਼ੀਸ਼ਾ ਨਹੀਂ ਦਿਖਾ ਪਾਉਂਦਾ। ਸ਼ੀਸ਼ਾ ਤਾਂ ਇੱਕੋ ਹੀ ਸਮਾਂ ਦਿਖਾ ਪਾਉਂਦਾ ਹੈ ਜਨਾਬ। ਉਸ ਵਕਤ ਸ਼ਾਇਦ ਲਲੀ ਜੀ ਦਿਖਣਾ ਹੈ, ਉਸ ਵਕਤ ਸ਼ਾਇਦ ਸ਼ੀਸ਼ਾ ਸਮਝਾਉਣਾ ਚਾਹੁੰਦਾ ਹੈ ਇਹ, ਉਸ ਵਕਤ ਸ਼ਾਇਦ ਸ਼ੀਸ਼ਾ ਸਮਝਾਉਣਾ ਚਾਹੁੰਦਾ ਹੈ ਇਹ, ਕਿ ਬੀਤੇ ਦੀ ਕੈਦ ਤੇ ਆਉਣ ਵਾਲੇ ਕੱਲ, ਬੀਤੇ ਦੀ ਕੈਦ ਤੇ ਆਉਣ ਵਾਲੇ ਕੱਲ ਦਾ ਹਿਸਾਬ ਛੱਡ ਦੇ ਚਾਹਲ। ਬੀਤੇ ਦੀ ਕੈਦ ਤੇ ਆਉਣ ਵਾਲੇ ਕੱਲ ਦਾ ਹਿਸਾਬ ਛੱਡ ਦੇ ਚਾਹਲ। ਇਸ ਇੱਕ ਪਲ ਨੂੰ ਜੀ ਭਰ ਕੇ ਜੀ ਲੋ ਜਨਾਬ, ਇਸ ਇੱਕ ਪਲ ਨੂੰ ਜੀ ਭਰ ਕੇ ਜਨਾਬ ਜੀ ਲੋ ਜਨਾਬ। ਇਸ ਪਲ ਨੂੰ ਜ਼ਿੰਦਗੀ ਬਣਾ ਲੋ ਜਨਾਬ, ਇਸ ਪਲ ਜ਼ਿੰਦਗੀ ਜੀ ਲੋ ਜਨਾਬ, ਇਸ ਪਲ ਜੀ ਲੋ ਜਨਾਬ। ਵਾਹ ਕਿਆ ਬਾਤ ਹੈ ਮੈਡਮ, ਵਾਹ ਮਜ਼ਾ ਆਨੰਦ ਆ ਗਿਆ ਜੀ। ਕਿਆ ਬਾਤ ਹੈ ਤੁਹਾਡੀ। ਔਰ ਤੁਹਾਡੀ ਮੈਂ ਦੇਖਿਆ ਤੁਹਾਡੀ ਇੱਕ ਖਾਸ ਚੀਜ਼ ਤੁਹਾਡੇ ਦੇਖੀ ਮੈਂ ਨੋਟ ਕੀਤੀ ਹੈ ਕਿ ਤੁਸੀਂ ਜਦੋਂ ਸ਼ਬਦ ਵਰਤੇ, ਤੁਹਾਡੀ ਜਦੋਂ ਸ਼ਬਦ ਵਰਤੇ ਤੁਸੀਂ ਕਹਿੰਦੇ ਜਨਾਬ, ਤੇ ਉਹਦੇ 'ਚ ਕਮਾਲ ਦਾ ਇੱਕ ਆਨੰਦ ਹੈ, ਕਮਾਲ ਦਾ ਤੁਹਾਡਾ ਕਹਿੰਦਾ ਲਹਿਜ਼ਾ ਆ, ਤੇ ਤੁਹਾਡੀ ਪੂਰੀ ਕਵਿਤਾ ਸ਼ੀਸ਼ੇ ਨੂੰ ਲੈ ਕੇ ਵਾਕਈ ਕਿਆ ਬਾਤ ਹੈ। ਔਰ ਤੁਸੀਂ ਜਦੋਂ ਕੋਈ ਵਿਸ਼ਾ ਫੜਦੇ ਜੇ, ਤੁਸੀਂ ਉਹਨੂੰ ਛੱਡ ਦੇਣੀ, ਤੁਸੀਂ ਉਹਦਾ ਪੂਰਾ ਇਨਸਾਫ ਕਰਦੇ ਜੇ। ਠੀਕ ਹੈ ਨਾ। ਤੇ ਇਹ ਮੇਰੇ ਖਿਆਲ ਨਾਲ ਇੱਕ ਖਾਸੀਅਤ ਹੁੰਦੀ ਹੈ ਸਾਡੇ ਬੇਸਿਕਲੀ, ਮੈਂ ਗੱਲ ਕਰਾਂ ਜਿੰਨੇ ਨਵੇਂ ਲਿਖਦੇ ਨੇ, ਤਾਂ ਜਦੋਂ ਤੁਸੀਂ ਕੋਈ ਵਿਸ਼ਾ ਫੜ ਲਿਆ, ਯਤਨ ਕਰੋ ਕਿ ਉਸ ਵਿਸ਼ੇ ਨੂੰ ਪੂਰਾ ਇਨਸਾਫ ਕਰੋ ਉਸ ਵਿਸ਼ੇ ਨਾਲ। ਠੀਕ ਹੈ ਨਾ। ਉਹਦੇ ਜਿੰਨੇ ਪਹਿਲੂ ਨੇ, ਚਾਹੇ ਦਿਨ ਦਾ, ਚਾਹੇ ਰਾਤ ਦਾ, ਚਾਹੇ ਜੋ ਤੁਹਾਨੂੰ ਨਜ਼ਰ ਆ ਰਿਹਾ, ਸੱਜਾ ਖੱਬਾ ਜਿਵੇਂ ਨਜ਼ਰ ਆ ਰਿਹਾ, ਉਹ ਹਰ ਚੀਜ਼ ਪੂਰੀ ਹੋਣੀ ਚਾਹੀਦੀ ਉਹਦੇ 'ਚ। ਕਿਆ ਸਾਹਮਣੇ ਸੱਜਾ ਖੱਬਾ, ਖੱਬਾ ਸੱਜਾ ਦਿਖਾਈ ਦਿੰਦਾ ਹੈ, ਉਲਟ ਹੁੰਦਾ ਬਿਲਕੁਲ। ਹਾਂਜੀ ਸਹੀ ਗੱਲ ਹੈ। ਕਿਆ ਬਾਤਾਂ ਨੇ। ਵਾਹ। ਪਰ ਬਹੁਤ ਵਧੀਆ ਰਿਹਾ। ਵਾਹ। ਸ਼ੀਸ਼ਾ ਉਹੀ ਦਿਖਾਉਂਦਾ ਜੋ ਤੁਸੀਂ ਦੇਖਦੇ ਆ, ਉਹ ਬਿਲਕੁਲ ਚੀਜ਼ ਤਾਂ ਨਹੀਂ ਦਿਖਾਉਂਦਾ। ਸਹੀ ਗੱਲ ਹੈ। ਕਿਆ ਬਾਤ ਹੈ। ਨਹੀਂ ਜੇ ਤੁਸੀਂ ਬਦਲਦੇ ਆ, ਤੁਸੀਂ ਲਿਪਸਟਿਕ ਲਗਾ ਕੇ ਆ ਗਏ ਤਾਂ ਤੁਸੀਂ ਲਿਪਸਟਿਕ ਲੱਗੀ ਦੇਖੋਗੇ। ਸਹੀ ਗੱਲ ਹੈ। ਕਿਆ ਬਾਤਾਂ ਨੇ। ਵਾਹ। ਨਹੀਂ ਬਹੁਤ ਵਾਹ ਮੈਡਮ, ਅੱਜ ਵਾਕਈ ਬੜਾ ਮਜ਼ਾ ਆਇਆ ਤੁਹਾਡੀ ਸੁਣ ਕੇ, ਰਚਨਾਵਾਂ ਸੁਣ ਕੇ। ਕਿਆ ਬਾਤਾਂ ਨੇ। ਬਦਲੋਗੇ ਤੁਸੀਂ ਤੇ ਮੈਂ ਵੀ ਬਦਲ ਜਾਵਾਂਗਾ। ਵਾਹ ਬਿਲਕੁਲ। ਔਰ ਤੁਹਾਡੀ ਗੱਲ ਸਹੀ ਹੈ ਕਿ ਜਿਹੜਾ ਸ਼ੀਸ਼ਾ ਇੱਕ ਬੇਸਿਕਲੀ ਇੱਕ ਆਇਨਾ, ਇੱਕ ਸਮਾਜਿਕ ਸਿਸਟਮ ਹੈ, ਇੱਕ ਢਾਂਚਾ ਹੈ
ਕਿ ਜੇ ਤੁਸੀਂ ਬਦਲੋਗੇ ਤੇ ਮੈਂ ਹੀ ਬਦਲ ਜਾਵਾਂਗੀ, ਕੋਈ ਸ਼ੱਕ ਨਹੀਂ ਇਹਦੇ 'ਚ, ਠੀਕ ਹੈ ਨਾ। ਹਾਂ, ਜਿਵੇਂ ਕਹਿੰਦੇ ਆ ਕਿ ਟੂ ਐਵਰੀ ਐਕਸ਼ਨ ਦੇयर ਇਜ਼ ਐਨ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ, ਉਹੀ ਇੱਕ ਲਾ, ਇੱਕ ਸਾਇੰਸ ਦਾ ਲਾ, ਇੱਕ ਬੇਸਿਕਲੀ ਉਹੀ ਚੀਜ਼ ਹੈ ਕਿ ਜਿਹੜਾ ਸਮਾਜ ਹੈ, ਚਾਹੇ ਤੁਹਾਡਾ ਚਾਹੇ ਘਰ ਹੈ, ਚਾਹੇ ਜੋ ਵੀ ਆ, ਜਦੋਂ ਤੁਸੀਂ ਔਰਤ ਪ੍ਰਤੀ ਆਪਣਾ ਇੱਕ ਰਵੱਈਆ ਬਦਲੋਗੇ ਤਾਂ ਕੁਦਰਤੀ ਗੱਲ ਆ ਔਰਤ ਵੀ ਆਪਣਾ ਰਵੱਈਆ ਤੁਹਾਡੇ ਪ੍ਰਤੀ ਬਦਲ ਲਏਗੀ। ਸੋ ਇੱਕ ਬਹੁਤ ਵਧੀਆ ਰਿਹਾ ਜੀ, ਕਿਆ ਬਾਤਾਂ ਨੇ, ਵਾਹ। ਨਹੀਂ, ਮੈਂ ਯਤਨ ਕਰਾਂਗਾ ਕਿ ਆਪਣਾ ਰੁਪਿੰਦਰ ਜੀ ਹੋਣਾ ਕੁਝ, ਰੁਪਿੰਦਰ ਜੀ ਹੁਣ ਕੁਛ ਨਾ ਕੁਛ ਸੁਣਾਉਣਾ ਚਾਹਣ ਤੇ ਬੜੀ ਖੁਸ਼ੀ ਹੈ ਰੁਪਿੰਦਰ ਜੀ। ਆਪਾਂ ਚਾਹਾਂਗੇ ਕਿ ਜਿਹੜੇ ਥੋੜੇ 10-15 ਮਿੰਟ ਰਹਿ ਗਏ ਨੇ ਤਾਂ ਆਪਾਂ ਸਾਰੇ ਯੂਜ਼ ਕਰ ਲਈਏ ਚੰਗੀ ਤਰ੍ਹਾਂ ਨਾ। ਤੇ ਮੇਰੀ ਗੁਜ਼ਾਰਿਸ਼ ਹੈ ਰੁਪਿੰਦਰ ਹੋਣਾ ਨੂੰ ਫਿਰ, ਤੇ ਉਸ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਮੈਂ ਪਹੁੰਚਾਂਗਾ ਕਿਰਨ ਹੋਣਾ ਕੋਲ ਦੁਬਾਰਾ। ਜੀ ਰੁਪਿੰਦਰ ਜੀ ਪਲੀਜ਼। ਜੀ ਸਰ, ਮੈਂ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਛੋਟੇ ਬੱਚੇ ਸੀਗੇ, ਆਪਾਂ ਛੋਟੇ ਹੁੰਦੇ ਸੀ, ਪੜ੍ਹਦੇ ਹੁੰਦੇ ਸੀਗੇ ਕਿ ਮੇਰਾ ਦੇਸ਼ ਮਹਾਨ ਹੈ ਜੀ, ਮੇਰਾ ਦੇਸ਼ ਮੇਰੀ ਇੱਜ਼ਤ ਹੈ, ਅਣਖ ਹੈ, ਉਦੋਂ ਇੱਕ ਜਿਹੜੇ ਮਾਨਸਿਕ ਸਾਂਝ ਬਣ ਚੁੱਕੀ ਹੁੰਦੀ ਹੈ ਬੱਚੇ ਦੀ ਆਪਣੇ ਦੇਸ਼ ਦੇ ਨਾਲ। ਤੇ ਜਦੋਂ ਲਿਖਣਾ ਸ਼ੁਰੂ ਕੀਤਾ ਸੀ, ਹਰ ਇਨਸਾਨ ਪਹਿਲੇ ਆਪਣੇ ਨਿੱਜ ਬਾਰੇ ਕਵਿਤਾਵਾਂ ਲਿਖਦਾ ਹੈ, ਛੋਟੇ ਛੋਟੇ ਜੋ ਉਹਦੇ ਨਿੱਜ ਨਾਲ ਸੰਬੰਧਿਤ ਵਿਸ਼ੇ ਹੁੰਦੇ ਆ। ਔਰ ਇਸ ਸਾਲ ਦੇ ਸ਼ੁਰੂਆਤ ਤੋਂ ਲੈ ਕੇ ਕਹਿ ਲਓ ਕਿ ਜਦ ਪਿਛਲਾ ਸਾਲ ਦੇ ਐਂਡ ਵਿੱਚ ਜਿਹੜਾ ਮੋਸਟਲੀ ਜੋ ਮੈਂ ਲਿਖਿਆ, ਉਹ ਸਾਡੇ ਦੇਸ਼ ਵਿੱਚ ਜੋ ਗੜਬੜ ਚੱਲ ਰਹੀ ਸੀ ਰਾਜਨੀਤਿਕ ਸਮਾਜਿਕ ਹਾਲਾਤਾਂ ਨੂੰ ਲੈ ਕੇ ਲਿਖਿਆ। ਇੱਕ ਮੇਰੀ ਕਵਿਤਾ ਦੇਸ਼ ਦੀ ਆਜ਼ਾਦੀ ਬਾਰੇ ਹੈ, ਉਹ ਸਾਂਝੀ ਕਰਨਾ ਚਾਹੂੰਗੀ। ਮੇਰੇ ਬਾਪ ਨੇ ਦੱਸਿਆ ਸੀ ਕਿ ਉਸਦੇ ਬਾਪ ਦੇ ਬਾਪ ਸਮੇਂ ਦੁੱਧ ਚਿੱਟੇ ਹਾਕਮ ਦਾ ਕਾਲਾ ਸਿਆਹ ਰਾਜ ਚੱਲਦਾ ਸੀ। ਦੇਸ਼ ਦੀਆਂ ਹੱਦਾਂ ਸਰਹੱਦਾਂ ਤੋਂ ਲੈ ਕੇ ਘਰਾਂ ਦੀਆਂ ਵਲਗਣਾ ਤੱਕ ਉਸ ਦੀ ਨਿਰੰਕੁਸ਼ ਪ੍ਰਭੁਤਾ ਸੀ। ਵਿਹੜਿਆਂ ਦੀਆਂ ਵਸਤਾਂ ਤੋਂ ਲੈ ਕੇ ਔਰਤਾਂ ਤੇ ਫਸਲਾਂ ਤੋਂ ਲੈ ਕੇ ਨਸਲਾਂ, ਸੱਤਾਧਾਰੀ ਲਈ ਰਾਖਵੇਂ ਲਗਾਨ ਸੀ। ਇੱਜ਼ਤ, ਅਣਖ, ਆਜ਼ਾਦੀ ਦੇ ਬੋਲ ਹਿੱਕਾਂ ਅੰਦਰ ਪਾਰੇ ਵਾਂਗ ਲਰਜ਼ਦੇ ਤਾਂ ਜ਼ਰੂਰ ਸੀ, ਪਰ ਮੂੰਹਾਂ ਤੱਕ ਆਣ ਤੇ ਮਿਲਦੇ ਸੀ ਜੇਲ੍ਹ ਖਾਨੇ ਤੇ ਫਾਂਸੀ ਦੇ ਫੰਦੇ। ਹਾਕਮ ਦੀ ਜੁੱਤੀ ਤੇ ਝੁਕੇ ਸਿਰ ਦਾ ਅਨੁਪਾਤ ਪੁਸ਼ਤਾਂ ਦੇ ਵਰਤਮਾਨ ਤੇ ਭਵਿੱਖ ਨੂੰ ਤੈਅ ਕਰਦਾ ਸੀ। ਮੇਰੇ ਬਾਪ ਨੇ ਦੱਸਿਆ ਸੀ ਕਿ ਉਸਦੇ ਬਾਪ ਦਾ ਬਾਰ ਵਿੱਚ ਹੱਸਦਾ ਵਸਦਾ ਘਰ ਪਰਿਵਾਰ ਖੇਤ ਖਲਿਆਣ ਸੀ। ਆਜ਼ਾਦੀ ਮਿਲੀ ਸੀ ਇੱਕ ਰਾਤ, ਕਤਲੋ ਗਾਰਤ, ਲੁੱਟ ਖੋਹ, ਮਾਰ ਧਾੜ ਦੀ ਅੰਨੀ ਨੇਰੀ ਵਗੀ ਸੀ। ਔਰਤਾਂ ਬੇਪਤ ਹੋਈਆਂ ਸੀ, ਪਰ ਦੁੱਧ ਚਿੱਟੀ ਚਮੜੀ ਦੀ ਥਾਂ ਤੇ ਕਾਲੀ ਵੈਸ਼ੀ ਕਣਕ ਵੰਨੀ ਚਮੜੀ ਸੀ। ਮੈਂ ਵੀ ਦੱਸਾਂਗੀ ਆਪਣੇ ਵਾਰਸਾਂ ਨੂੰ ਕਿ ਸਾਡੇ ਜੰਮਣ ਤੋਂ ਵਰ੍ਹਿਆਂ ਪਹਿਲਾਂ ਆਜ਼ਾਦੀ ਮਿਲ ਚੁੱਕੀ ਸੀ। ਸਾਡੇ ਮੁਲਕ ਵਿੱਚ ਆਜ਼ਾਦੀ ਦਿਵਸ, ਸੰਵਿਧਾਨ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਬੋਲਣ ਦੀ ਆਜ਼ਾਦੀ ਤਾਂ ਮਿਲੀ, ਪਰ ਸ਼ਬਦ ਤੈਅ ਸਨ। ਧਰਮ ਦੀ ਆਜ਼ਾਦੀ ਮਿਲੀ, ਪਰ ਹਾਕਮ ਦੀ ਟੋਪੀ ਤੇ ਝੰਡੇ ਦਾ ਰੰਗ ਤੈਅ ਕਰਦਾ ਸੀ ਕਿ ਘਰਾਂ ਅੰਦਰ ਤੇ ਬਾਜ਼ਾਰਾਂ ਅੰਦਰ ਕਿਹੜਾ ਰੰਗ ਮਹਿਫੂਜ਼ ਰਹੇਗਾ। ਨਸ਼ਿਆਂ ਦਾ ਅੰਨਾ ਖੂਹ ਉਬਲ ਕੇ ਘਰਾਂ ਦੀਆਂ ਦਹਿਲੀਜ਼ਾਂ ਲੰਘ ਆਇਆ ਸੀ। ਅਣਜੰਮੀਆਂ ਕੁੱਖਾਂ ਵਿੱਚ ਕਤਲ ਹੋ ਰਹੀਆਂ ਸਨ ਤੇ ਜੰਮੀਆਂ ਹਰ ਗਲੀ ਹਰ ਸੜਕ ਦੀ ਨੁੱਕਰੇ ਹਵਸ ਦੇ ਅੰਨੇ ਦੈਂਤ ਹੱਥੋਂ। ਸੰਘਰਸ਼ ਦੀਆਂ ਹਾਕਮ ਦੇ ਪਾੜੇ ਦੇ ਕੁੱਤੇ ਸੰਘਰਸ਼ ਦੀਆਂ ਪੈੜਾਂ ਸੁੰਘਦੇ, ਗਲੀਆਂ ਵਿੱਚ ਭੜਕਦੇ ਫਿਰਦੇ ਤੇ ਤਬਾਹੀਆਂ ਦਾ ਇਤਿਹਾਸ ਰਚਦੇ। ਨੋਟਬੰਦੀ, ਨਜ਼ਰਬੰਦੀ, ਨਸਲਬੰਦੀ, ਜ਼ਮੀਰਬੰਦੀ ਸ਼ਬਦੀ ਵਿਕਾਸ ਯਾਨ ਦੇ ਪਹੀਏ ਬਣ ਚੁੱਕੇ ਸਨ ਤੇ ਅੰਧਾਧੁੰਦ ਧੂਹੀ ਲਿਜਾਈ ਜਾ ਰਹੇ ਸਨ ਮਹਾਤੜਾਂ ਦੀ ਰੋਟੀ, ਜਵਾਨਾਂ ਦੇ ਸੁਪਨੇ ਤੇ ਬਜ਼ੁਰਗਾਂ ਦੀ ਲਾਠੀ। ਉਫ, ਮੇਰੇ ਮਾਸੂਮ ਬੱਚੇ ਕਿੰਜ ਸਹਿਣਗੇ ਆਪਣੀ ਸਰਜ਼ਮੀਨ ਦੀ ਮਜ਼ਹਬੀ ਬੋ ਮਾਰਦੀ ਸ਼ਰਮਨਾਕ ਵਿਰਾਸਤ। ਉਫ, ਮੈਂ ਕਿਵੇਂ ਦੱਸਾਂਗੀ ਆਪਣੀ ਸਰਜ਼ਮੀਨ ਦਾ ਇੱਕ ਕੌੜਾ ਸੱਚ, ਮੈਂ ਕਿਵੇਂ ਦੱਸਾਂਗੀ। ਵਾਹ, ਕੀ ਬਾਤ ਹੈ ਜੀ, ਵਾਹ, ਬਹੁਤ 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 ਹਨਾ ਮੈਡਮ। ਦੱਸਾਂਗੀ ਆਪਣੀ ਸਰਜ਼ਮੀਨ ਦਾ ਕੌੜਾ ਸੱਚ, ਬੜਾ ਸੱਚ, ਵਾਹ ਕੀ ਬਾਤ ਹੈ। ਔਰ ਇਹਨਾਂ ਮੇਰੇ ਖਿਆਲ ਨਾਲ ਕਿ ਤਕਰੀਬਨ ਉਸ ਵਿਸ਼ੇ ਵਿੱਚ ਕਾਫੀ ਕੁਐਸਚਨ ਇਸ਼ੂ ਹੋਇਆ ਸਮਾਜ ਬਾਰੇ, ਇੱਕ ਸਰਕਾਰੀ ਸਿਸਟਮ ਬਾਰੇ, ਕਿ ਕਿਵੇਂ ਸਭ ਕੁਝ ਪਹਿਲਾਂ ਤੈਅ ਕੀਤਾ ਜਾਂਦਾ ਹੈ, ਤੁਹਾਨੂੰ ਉਸ ਚੀਜ਼ ਨੂੰ ਫੋਲੋ ਕਰਨਾ ਪੈਂਦਾ। ਵਾਹ, ਨਹੀਂ ਬਹੁਤ ਲਾਲੀ ਜੀ, ਇਹਨਾਂ ਦੀ ਜਿਹੜੀ ਹੈਗੀ ਆ ਨਸ਼ਿਆਂ ਦੇ ਜੀ, ਨਸ਼ਿਆਂ ਦੇ ਬਾਰੇ ਜ਼ਿਕਰ ਕੀਤਾ ਤੇ ਨਸ਼ਿਆਂ ਦਾ ਅੱਜ ਕੱਲ੍ਹ ਵਾਕਈ ਬਹੁਤ ਬੁਰਾ ਹਾਲ ਹੈ। ਸਹੀ ਗੱਲ ਜੀ, ਕੋਈ ਸ਼ੱਕ ਨਹੀਂ ਮੇਰੀ ਫਰੈਂਡ ਹੈ, ਹਾਂਜੀ, ਮੈਂ ਕੋ ਐਜੂਕੇਸ਼ਨ ਚ ਪੜ੍ਹੀ ਥਰੂ ਤਾਂ ਮੇਰੀ ਫਰੈਂਡ ਸੀ ਤੇ ਉਹਦਾ ਸਾਡੀ ਕਲਾਸ ਮੇਰੀ ਕਲਾਸ ਫੈਲੋ ਸੀ ਤੇ ਉਹਦਾ ਵੀ ਦੋਸਤ ਵੀ ਸੀ, ਮਤਲਬ ਹਾਂਜੀ ਬਿਲਕੁਲ ਕਾਫੀ ਹੈ, ਨਸ਼ਿਆਂ ਦਾ ਕੰਮ ਕਾਫੀ ਆ। ਉਹਦਾ ਵਿਆਹ ਹੋ ਗਿਆ, ਲੇਕਿਨ ਵਿਆਹ ਹੋ ਗਿਆ ਤੇ ਫਿਰ ਫਾਦਰ ਦੀ ਡੈਥ ਹੋ ਗਈ ਤੇ ਉਹ ਨਸ਼ਿਆਂ ਚ ਪੈ ਗਿਆ। 6 ਪਤਾ ਕਰਦੇ ਸੀ ਉਹਦਾ, ਕੁੰਵਰ ਜੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਜੀ। ਇੰਨਾ ਸੋਹਣਾ ਸੀ ਉਹ, ਬਹੁਤ ਸੋਹਣਾ ਸੁਨੱਖਾ ਮੁੰਡਾ ਸੀ, ਵਾਲੀਬਾਲ ਤੇ ਫੁੱਟਬਾਲ ਦਾ ਬਹੁਤ ਵਧੀਆ ਪਲੇਅਰ ਸੀਗਾ।
ਤੇ ਉਹਦੇ ਲਈ ਮੈਂ ਇੱਕ ਕਵਿਤਾ ਲਿਖੀ ਸੀਗੀ, ਤੇ ਉਹਦੇ ਛੋਟੇ ਛੋਟੇ ਬੱਚੇ, ਤੇ ਮੈਨੂੰ ਬਹੁਤ ਦੁੱਖ ਲੱਗਿਆ ਉਹਨਾਂ ਨੂੰ ਦੇਖ ਕੇ। ਜੀ ਜੀ ਤੁਸੀਂ ਪਹਿਲਾਂ ਜੇ ਕਹੋ ਤਾਂ ਮੈਂ ਪਹਿਲਾਂ, ਤੁਸੀਂ ਉਹਨਾਂ ਤੋਂ ਸੁਣ ਲਵੋ। ਕਿੰਨਾ ਨਾ ਠੀਕ ਹੈ, ਚਲੋ ਮੈਂ ਕਹਿੰਦਾ ਮੈਂ ਅੱਜ ਬਾਅਦ ਤੁਹਾਡੇ ਕੋਲ ਕਵਿਤਾ ਦੇ ਆਉਂਦੇ ਆ, ਠੀਕ ਹੈ ਜੀ। ਤੇ ਕਹਿੰਦੀ ਤੁਹਾਡੀ ਮੇਰੇ ਖਿਆਲ ਆਈ ਹੋਪ ਕਿ ਤੁਹਾਡੀ ਆਵਾਜ਼ ਠੀਕ ਹੋ ਗਈ ਹੋਗੀ, ਸੈੱਟ ਹੋਈ ਹੋਗੀ। ਹਾਂਜੀ ਸਰ। ਠੀਕ ਹੈ ਨਾ, ਹਾਂਜੀ ਹਾਂਜੀ। ਕਹਿੰਦੀ ਤੁਹਾਡਾ ਫਿਰ ਇੱਕ ਵਾਰੀ ਸਵਾਗਤ ਹੈ ਜੀ। ਤੇ ਪਲੀਜ਼ ਆਪਣੀ ਤੁਹਾਡੀਆਂ ਰਚਨਾਵਾਂ ਨਾਲ ਇੱਕ ਦੋ ਰਚਨਾਵਾਂ ਸਾਡੀ ਸਾਂਝ ਜ਼ਰੂਰ ਪਾਓ ਪਲੀਜ਼, ਤੇ ਖੁਸ਼ੀ ਹੋਏਗੀ ਆਪਾਂ ਨੂੰ। ਥੈਂਕ ਯੂ। ਮੇਰੀ ਰਚਨਾ ਦਾ ਸਿਰਲੇਖ ਹੈ ਵਫਾਦਾਰੀ। ਜੀ। ਆਪਾਂ ਉਂਝ ਹੀ ਬੋਲ ਦਿੰਦੇ ਹਾਂ ਕਿ ਇਨਸਾਨ ਨੂੰ ਪਾਣੀ ਵਰਗਾ ਰਹਿਣਾ ਚਾਹੀਦਾ ਹੈਗਾ, ਤੇ ਜ਼ਮੀਨ ਜਿਹੜੀ ਹੈਗੀ ਹੈ ਆਪਾਂ ਨੂੰ ਦਫਨ ਕਰਨ ਤੋਂ ਬਾਅਦ ਵਾਪਿਸ ਨਹੀਂ ਕਰਦੀ ਆਪਣਾ ਸਰੀਰ। ਜੀ ਬਿਲਕੁਲ। ਉਸੇ ਕਿੱਸੇ ਵਿੱਚ ਹੈ, ਪਾਣੀ ਵਰਗੇ ਰਿਸ਼ਤਿਆਂ ਵਿੱਚ ਰਹਿੰਦੀ ਹਾਂ, ਪਾਣੀ ਵਰਗੇ ਰਿਸ਼ਤਿਆਂ ਵਿੱਚ ਰਹਿੰਦੀ ਹਾਂ, ਲੰਘੇ ਪਾਣੀ ਵਾਪਸ ਨਹੀਂ ਆਉਂਦੇ, ਸਭ ਲੰਘ ਜਾਂਦੇ ਨੇ। ਪਾਣੀ ਵਰਗੇ ਰਿਸ਼ਤਿਆਂ ਵਿੱਚ ਰਹਿੰਦੀ ਹਾਂ, ਲੰਘੇ ਪਾਣੀ ਵਾਪਸ ਨਹੀਂ ਆਉਂਦੇ, ਸਭ ਲੰਘ ਜਾਂਦੇ ਨੇ। ਧਰਤੀ ਜਿਸਨੂੰ ਬੁਲਾ ਲਵੇ ਆਪਣੇ ਕੋਲ ਰੱਖ ਲੈਂਦੀ ਏ, ਧਰਤੀ ਜਿਸਨੂੰ ਬੁਲਾ ਲਵੇ ਆਪਣੇ ਕੋਲ ਰੱਖ ਲੈਂਦੀ ਹੈ ਸਦਾ ਲਈ। ਤੂੰ ਧਰਤੀ ਵਰਗਾ ਹੋ ਜਾ ਮੇਰੇ ਲਈ, ਤੂੰ ਧਰਤੀ ਵਰਗਾ ਹੋ ਜਾ ਮੇਰੇ ਲਈ, ਸਿਰਫ ਮੇਰੇ ਲਈ। ਮੈਂ ਆਵਾਂਗੀ, ਤੂੰ ਰੱਖ ਲਵੀਂ ਸਦਾ ਲਈ ਆਪਣੇ ਕੋਲ। ਵਾਹ, ਕੀ ਬਾਤ ਹੈ। ਛੋਟੀ ਜਿਹੀ ਕਵਿਤਾ ਹੈ। ਜੀ ਰਾਗ। ਜੀ। ਮੇਰੇ ਮਨ ਵਿੱਚ ਚਲਦੇ ਰਾਗ, ਸ਼ਬਦ ਬਣ ਤੇਰੇ ਬੁੱਲਾਂ ਤੇ ਆਉਂਦੇ। ਮੇਰੇ ਮਨ ਵਿੱਚ ਚਲਦੇ ਰਾਗ, ਸ਼ਬਦ ਬਣ ਤੇਰੇ ਬੁੱਲਾਂ ਤੇ ਆਉਂਦੇ। ਉਦੋਂ ਧਰਤੀ ਤੇ ਅੰਬਰ ਇੱਕ ਹੋਏ ਜਾਪਦੇ। ਮੇਰੇ ਮਨ ਵਿੱਚ ਚਲਦੇ ਰਾਗ, ਸ਼ਬਦ ਬਣ ਤੇਰੇ ਬੁੱਲਾਂ ਤੇ ਆਉਂਦੇ। ਉਦੋਂ ਧਰਤੀ ਤੇ ਅੰਬਰ ਇੱਕ ਹੋਏ ਜਾਪਦੇ। ਤੇਰੇ ਮੇਰੇ ਰਿਸ਼ਤਿਆਂ ਦਾ ਇੱਕ ਨਾ ਹੋਣਾ, ਤੇਰੇ ਮੇਰੇ ਰਿਸ਼ਤਿਆਂ ਦਾ ਇੱਕ ਨਾ ਹੋਣਾ, ਤੇ ਫਿਰ ਵੀ ਹਰ ਵਾਰ ਅਚੇਤ ਵਿੱਚ ਕਿਸੇ ਮੋੜ ਤੇ ਮਿਲ ਜਾਣਾ। ਤੇਰੇ ਮੇਰੇ ਰਿਸ਼ਤਿਆਂ ਦਾ ਇੱਕ ਨਾ ਹੋਣਾ, ਤੇ ਫਿਰ ਵੀ ਹਰ ਵਾਰ ਅਚੇਤ ਹੋ ਕਿਸੇ ਮੋੜ ਤੇ ਮਿਲ ਜਾਣਾ। ਜਿਵੇਂ ਅਸੀਂ ਦੋਵੇਂ ਹੀ ਸੁਚੇਤ ਹੋਈਏ। ਕੁਦਰਤ ਵੀ ਸਿਰਜੇਗੀ ਉਹ ਮੁਕੰਮਲ ਆਲਮ, ਕੁਦਰਤ ਵੀ ਸਿਰਜੇਗੀ ਉਹ ਮੁਕੰਮਲ ਆਲਮ ਸਾਡੇ ਇੱਕ ਹੋਣ ਲਈ। ਵਾਹ, ਮੈਨੂੰ ਉਸੇ ਤਰ੍ਹਾਂ ਹੀ ਮੇਰੇ ਮਨ ਵਿੱਚ ਚਲਦੇ ਤੇਰੇ ਮੇਰੇ ਰਾਗ ਲੱਗਦੇ ਨੇ। ਵਾਹ, ਕੀ ਬਾਤ ਹੈ। ਬਹੁਤ ਬਹੁਤ ਵਧੀਆ ਕਰਨ ਜੀ। ਔਰ ਤੁਹਾਡੀ ਕਵਿਤਾ ਦੀ ਇੱਕ ਖਾਸੀਅਤ ਜ਼ਰੂਰ ਹੈ, ਮੈਂ ਜਦੋਂ ਪੜ੍ਹਦਾ ਤੁਹਾਡੀ ਕਵਿਤਾ ਬੇਸ਼ੱਕ ਆਪਾਂ ਗੱਲ ਕਰਦੇ ਹਾਂ ਕਿ ਛੋਟੀ ਕਵਿਤਾ, ਪਰ ਉਹਦੀ ਕਵਿਤਾ ਤੁਹਾਡਾ ਜਿਹੜੀ ਇੱਕ ਦਰਸ਼ਕ ਆ ਜਾਂ ਪਾਠਕ ਆ ਉਹਨੂੰ ਸੋਚਣ ਤੇ ਮਜਬੂਰ ਕਰਦੀ ਹੈ। ਇਹ ਤੁਹਾਡੀ ਇੱਕ ਕਵਿਤਾ ਦੀ ਇੱਕ ਪ੍ਰਾਪਤੀ ਹੈ। ਬਹੁਤ ਬਹੁਤ ਵਧੀਆ। ਵਾਹ, ਇਹ ਵੀ ਜ਼ਰੂਰੀ ਹੁੰਦਾ, ਸਹੀ ਗੱਲ ਹੈ। ਕੀ ਬਾਤ ਹੈ। ਵਾਹ। ਅਖੀਰ ਵਿੱਚ ਮੇਰੀ ਕਵਿਤਾ ਹੈ, ਮੈਂ ਬੁੱਧ ਨਹੀਂ ਹੋਣਾ। ਵਾਹ, ਪਲੀਜ਼। ਆ ਥੋੜੀ ਲੰਬੀ ਕਵਿਤਾ ਹੈ। ਕੋਈ ਗੱਲ ਨਹੀਂ ਜੀ, ਪਲੀਜ਼। ਮੈਂ ਉਸ ਰਿਸ਼ਤੇ ਨੂੰ ਵੀ ਨਿਭਾਇਆ, ਨਾ ਮਿਲਣਾ ਜਿਸ ਦੀ ਪਹਿਲੀ ਸ਼ਰਤ ਸੀ। ਮੈਂ ਉਸ ਰਿਸ਼ਤੇ ਨੂੰ ਵੀ ਨਿਭਾਇਆ, ਨਾ ਮਿਲਣਾ ਜਿਸ ਦੀ ਪਹਿਲੀ ਸ਼ਰਤ ਸੀ। ਮੁਹੱਬਤ ਇਬਾਦਤ ਹੁੰਦੀ ਏ ਤੇ ਇਬਾਦਤ ਵਿੱਚ ਸ਼ਰਤਾਂ ਨਹੀਂ ਹੁੰਦੀਆਂ। ਮੁਹੱਬਤ ਇਬਾਦਤ ਹੁੰਦੀ ਹੈ ਤੇ ਇਬਾਦਤ ਦੇ ਵਿੱਚ ਸ਼ਰਤਾਂ ਨਹੀਂ ਹੁੰਦੀਆਂ। ਉਲਾਂਭੇ ਨਹੀਂ ਹੁੰਦੇ, ਤਰਕ ਨਹੀਂ ਹੁੰਦੀਆਂ, ਤੇ ਤੇਰੀਆਂ ਮੇਰੀਆਂ ਦਲੀਲਾਂ ਵੀ ਨਹੀਂ ਹੁੰਦੀਆਂ। ਬਸ ਹੁੰਦਾ ਏ ਉਮਰਾਂ ਦਾ ਕਬੂਲਨਾਮਾ। ਉਲਾਂਭੇ ਨਹੀਂ ਹੁੰਦੇ, ਤਰਕ ਨਹੀਂ ਹੁੰਦੇ, ਦਲੀਲਾਂ ਨਹੀਂ ਹੁੰਦੀਆਂ, ਬਸ ਹੁੰਦਾ ਏ ਉਮਰਾਂ ਦਾ ਕਬੂਲਨਾਮਾ। ਜਨਮਾਂ ਦਾ ਸਮਰਪਣ, ਕਦੇ ਨਾ ਮੁੱਕਣ ਵਾਲੀਆਂ ਗੱਲਾਂ। ਉਮੀਦ ਤਾਂ ਕੋਈ ਕੀਤੀ ਹੀ ਨਹੀਂ, ਉਮੀਦ ਤਾਂ ਕੋਈ ਕੀਤੀ ਹੀ ਨਹੀਂ। ਕਹਿਣ ਦੀਆਂ ਗੱਲਾਂ ਤੋਂ ਤਾਂ ਆਰ ਪਾਰ ਸੀ, ਕੁਝ ਖਾਸ ਜਾਂ ਆਮ ਦਾ ਭੇਦ ਹੀ ਨਹੀਂ ਰੱਖਿਆ। ਕਹਿਣ ਦੀਆਂ ਗੱਲਾਂ ਤੋਂ ਆਰ ਪਾਰ ਸੀ, ਕੁਝ ਆਮ ਜਾਂ ਖਾਸ ਦਾ ਭੇਦ ਹੀ ਨਹੀਂ ਰੱਖਿਆ। ਕਿਉਂ? ਮੈਂ ਔਰਤ ਹਾਂ, ਮੈਂ ਬੁੱਧ ਨਹੀਂ ਹੋਣਾ। ਮੈਂ ਪੂਜਾ ਹੋ ਸਕਦੀ ਹਾਂ, ਜਦੋਂ ਸਭ ਖਤਮ ਕਰਨਾ ਹੋਵੇ ਮੈਂ ਅੱਗ ਵੀ ਹੋ ਸਕਦੀ ਹਾਂ। ਕਿਉਂ? ਮੈਂ ਔਰਤ ਹਾਂ, ਮੈਂ ਬੁੱਧ ਨਹੀਂ ਹੋਣਾ, ਮੈਂ ਪੂਜਾ ਹੋਣਾ ਹੈ। ਜੇ ਸਭ ਖਤਮ ਵੀ ਕਰਨਾ ਹੋਇਆ ਮੈਂ ਅੱਗ ਹੋ ਜਾਵਾਂਗੀ। ਤੂੰ ਕਿਸੇ ਹਵਨ ਦੇ ਵਿੱਚ ਆਹੂਤੀ ਦੇ ਦੀ,
ਤੂੰ ਕਿਸੇ ਹਵਨ ਦੇ ਵਿੱਚ ਆਹੂਤੀ ਦੇ ਦੀ ਮੇਰੀਆਂ ਸਭ ਇੱਛਾਵਾਂ ਦੀ, ਪਰ ਸ਼ਰਤ ਏ ਤੂੰ ਆਪਣਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪਰ ਸ਼ਰਤ ਹੈ ਤੂੰ ਆਪਣਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਾਹਰ ਆਪਣੀ ਚੌਕਟ ਤੇ ਰੱਖ ਆਵੀਂ ਤੇ ਮੈਂ ਤੇਰੀ ਦੇਹ ਤੋਂ ਬਾਅਦ ਸਾਰਾ ਕੁਝ ਝਾੜ ਦੇਵਾਂਗੀ ਜੋ ਦੁਨੀਆਦਾਰੀ ਦੀ ਮਿੱਟੀ ਦਾ ਮੇਰੇ ਤੇ ਚੜਿਆ ਏ। ਵਾਹ। ਚੌਕਟ ਤੋਂ ਲੰਘਦਿਆਂ ਖਿਆਲ ਰੱਖੀ, ਚੌਕਟ ਤੋਂ ਲੰਘਦਿਆਂ ਖਿਆਲ ਰੱਖੀ, ਚੌਕਟ ਤੇ ਜਗਦੇ ਚਿਰਾਗ ਸਿਰਫ ਚਾਨਣ ਹੀ ਨਹੀਂ ਹੁੰਦੇ, ਅੱਗ ਵੀ ਹੁੰਦੇ ਨੇ। ਚੌਕਟ ਤੋਂ ਲੰਘਦਿਆਂ ਖਿਆਲ ਰੱਖੀ, ਚੌਕਟ ਤੇ ਜਗਦੇ ਚਿਰਾਗ ਅੱਗ ਹੀ ਨਹੀਂ ਹੁੰਦੇ, ਕਿਧਰੇ ਤੇਰੀ ਸੂਰਤ ਦਾ ਪੱਲਾ ਅੱਗ ਨਾ ਫੜ ਲਵੇ, ਕਿਧਰੇ ਤੇਰੀ ਸੂਰਤ ਦਾ ਪੱਲਾ ਅੱਗ ਨਾ ਫੜ ਲਵੇ ਤੇ ਤੂੰ ਸਵਾ ਨਾ ਹੋ ਜਾਵੇ। ਸਾਰੇ ਸਫ਼ਰ ਦੀ ਉਮੀਦ ਮਿਟ ਜਾਵੇਗੀ, ਸੁਪਨਿਆਂ ਦੀ ਗਾਥਾ ਖਤਮ ਹੋ ਜਾਵੇਗੀ, ਟੁੱਟ ਜਾਵੇਗੀ ਤੈਨੂੰ ਮੇਰੇ ਮਿਲਣ ਦੀ ਆਂਗ ਤੇ ਤਾਂਗ, ਪਿਘਲ ਜਾਵੇਗਾ ਤੇਰਾ ਇੱਕ ਹੋਣ ਲਈ ਕੀਤੀ ਹਰ ਕੋਸ਼ਿਸ਼ ਦਾ ਸਵਾਂਗ, ਪਿਘਲ ਜਾਵੇਗਾ ਤੇਰਾ ਇੱਕ ਹੋਣ ਦੀ ਕੋਸ਼ਿਸ਼ ਦਾ ਹਰ ਸਵਾਂਗ। ਤੂੰ ਹਮੇਸ਼ਾ ਯਾਦ ਰੱਖੀ ਮੈਂ ਔਰਤ ਹਾਂ, ਪੂਜਾ ਹੋ ਸਕਦੀ ਹਾਂ, ਮੈਂ ਕਦੀ ਨਹੀਂ ਹੋਵਾਂਗੀ ਬੁੱਧ, ਮੈਂ ਬੁੱਧ ਸੱਚੀ ਨਹੀਂ ਹੋਣਾ ਚਾਹੁੰਦੀ। ਕੀ ਬਾਤ ਹੈ, ਵਾਹ ਵਾਹ, ਬਹੁਤ ਬਹੁਤ ਕਮਾਲ ਦੀ ਕਵਿਤਾ ਤੁਹਾਡੀ ਕਿਰਨ ਜੀ। ਔਰ ਮੇਰੇ ਖਿਆਲ ਤੁਹਾਡੀ ਕਵਿਤਾ ਜਾਂ ਰੁਪਿੰਦਰ ਜੀ ਦੀ ਕਵਿਤਾ ਲਾਵਾਂ ਦੀ ਗੱਲ ਕਰਦੇ ਆ ਜਾਂ ਮੈਡਮ ਗੱਲ ਕਰ ਰਹੇ ਤੇ ਗੱਲ ਉੱਥੇ ਆਈ ਨਹੀਂ ਜੀ, ਗੱਲ ਕਰ ਰਹੇ ਸ਼ੀਸ਼ਾ ਕਵਿਤਾ ਸੀ ਉਹਨਾਂ ਦੀ ਲਾਵਾਂ ਸੀ, ਤੁਹਾਡੀ ਬੁੱਧ ਨਹੀਂ ਹੋਣਾ ਹਨਾ, ਤੇ ਗੱਲ ਅਖੀਰ ਤੇ ਆਪਾਂ ਉੱਥੇ ਗੱਲ ਕਰ ਰਹੇ ਹਾਂ ਕਿ ਜਦੋਂ ਵੀ ਅਸੀਂ ਮਿਲਦੇ ਹਾਂ ਆਪਾਂ ਇੱਕ ਦੋ ਚਾਹੇ ਮਰਦ ਔਰਤ ਜਦੋਂ ਮਿਲਦੇ ਨੇ ਲਾਮ ਫੇਰੇ ਹੁੰਦੇ ਨੇ ਜਾਂ ਕੋਈ ਸਮਾਜਿਕ ਬੰਧਨ ਬਣਦਾ, ਤੇ ਜਦ ਤੱਕ ਉਹ ਆਪਣੀ ਜਿਹੜੀ ਈਗੋਇਸਟਿਕ ਹਨਾ ਜਿਹੜੀ ਆਪਣੀ ਤੁਹਾਡੇ 5 ਵਿਕਾਰ ਨੇ ਉਹ ਛੱਡ ਕੇ ਤੁਹਾਡੇ ਨਾਲ ਜੋ ਮਿਲਦੇ ਨੇ ਚੱਲਦੇ ਨੇ ਤਾਂ ਸਫ਼ਰ ਸੌਖਾ ਹੋ ਜਾਂਦਾ, ਸਫ਼ਰ ਸੁਹਾਨਾ ਹੋ ਜਾਂਦਾ। ਕਿਆ ਬਾਤ ਹੈ, ਨਹੀਂ ਬਹੁਤ 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 ਵਧੀਆ ਕਰਨ ਜੀ, ਕਿਆ ਬਾਤ ਨਹੀਂ, ਵਾਹ, ਥੈਂਕ ਯੂ ਸੋ ਮਚ। ਔਰ ਮੈਨੂੰ ਤੁਹਾਡੀ ਗੱਲ ਤੋਂ ਗੱਲ ਚਿੱਤਿਆ ਕਿ ਮੈਂ ਇੱਕ ਆਈ ਥਿੰਕ ਆਈ ਰੋਟ ਲਾਈਕ 4 ਲਾਈਨਾਂ ਲਿਖੀਆਂ, 4 ਲਾਈਨਾਂ ਸੀਗੀਆਂ, ਇਵੇਂ ਸੀ ਕਿ ਮੈਡਮ ਇਵੇਂ ਸੀਗੇ ਕਿ ਆਪਣਾ ਆਪ ਬਚਾਵਾਂ ਕਿੱਦਾਂ, ਇੱਕ ਔਰਤ ਕਹਿ ਰਹੀ ਹੈ ਕਿ ਆਪਣਾ ਆਪ ਬਚਾਵਾਂ ਕਿੱਦਾਂ, ਟੱਠੇ ਖੂਹ ਵਿੱਚ ਪਾਵਾਂ ਕਿੱਦਾਂ, ਤੇ ਹਰ ਇੱਕ ਅੱਖ ਦੇ ਅੰਦਰ ਚਿੱਕੜ, ਹਰ ਇੱਕ ਅੱਖ ਦੇ ਅੰਦਰ ਚਿੱਕੜ ਆਪਣੇ ਉੱਤੋਂ ਲਾਵਾਂ ਕਿੱਦਾਂ। ਸੋ ਉਹੀ ਗੱਲਾਂ ਬਾਤਾਂ ਕਰ ਰਹੇ ਹਾਂ, ਬਿਲਕੁਲ ਨਹੀਂ, ਥੈਂਕ ਯੂ। ਔਰ ਮੈਂ ਹੁਣ ਪਹੁੰਚਾਂਗਾ ਮੈਡਮ ਪ੍ਰਿਤਪਾਲ ਕੌਰ ਚਾਹਲ ਕੋਲ, ਨਸ਼ਿਆਂ ਬਾਰੇ ਗੱਲ ਕਰਦੇ ਸੀਗੇ, ਤੇ ਮੈਡਮ ਪਲੀਜ਼ ਆਪਣੀ ਹਾਂਜੀ ਉਸ ਕਵਿਤਾ ਬਾਰੇ ਪਹੁੰਚ ਤੁਹਾਡੇ ਮੈਡਮ ਪ੍ਰਿਤਪਾਲ ਕੌਰ ਚਾਹਲ ਜੀ, ਜੀ ਪਲੀਜ਼। ਸਰ ਇੱਕ 2 ਲਾਈਨਾਂ ਤੁਹਾਡੇ, ਤੁਸੀਂ ਔਰਤ ਦੀ ਗੱਲ ਕਰ ਰਹੇ ਸੀ ਜੀ, ਪਲੀਜ਼। ਔਰਤ ਹਾਂ ਮੈਂ, ਔਰਤ ਹਾਂ ਮੈਂ, ਨਹੀਂ ਜੱਗ ਵਿੱਚ ਮੇਰਾ ਸਿਰਨਾਵਾ, ਔਰਤ ਹਾਂ ਮੈਂ, ਨਹੀਂ ਜੱਗ ਵਿੱਚ ਮੇਰਾ ਸਿਰਨਾਵਾ, ਨਾ ਸਹੁਰਾ ਨਾ ਪੇਕਾ ਘਰ ਆਪਣਾ, ਨਾ ਔਰਤ ਦੇ ਨਾਂ ਦੀ ਤਾਂ ਫੱਟੀ ਨਹੀਂ ਲੱਗਦੀ ਆ ਘਰ, ਬਿਲਕੁਲ ਜੀ, ਬਿਲਕੁਲ। ਔਰਤ ਹਾਂ ਮੈਂ, ਨਹੀਂ ਜੱਗ ਵਿੱਚ ਮੇਰਾ ਸਿਰਨਾਵਾ, ਨਾ ਸਹੁਰਾ ਨਾ ਪੇਕਾ ਘਰ ਆਪਣਾ, ਮੈਂ ਕਿੱਥੇ ਆਲਣਾ ਪਾਵਾਂ, ਬੀਤਿਆ ਬਚਪਨ ਜਿਸ ਘਰ ਦੇ ਵਿੱਚ, ਬੀਤਿਆ ਬਚਪਨ ਜਿਸ ਘਰ ਦੇ ਵਿੱਚ, ਬਣੇ ਬਗਾਨਾ ਜਦ ਪੈਰ ਡੋਲੀ ਵਿੱਚ ਪਾਵਾਂ, ਬਣੇ ਨਾ ਸਹੁਰਾ ਘਰ ਵੀ ਮੇਰਾ, ਜਿੱਥੇ ਸਾਰੀ ਉਮਰ ਬਿਤਾਵਾਂ, ਵਿੱਚ ਹਵਾ ਦੇ ਉੱਡਦੀ ਫਿਰਦੀ, ਵਿੱਚ ਹਵਾ ਦੇ ਉੱਡਦੀ ਫਿਰਦੀ, ਮੈਂ ਲੱਭਦੀ ਆਪਣਾ ਪਰਛਾਵਾਂ, ਬਿਨ ਮਾਵਾਂ ਕੋਈ ਪੀੜ ਨਾ ਜਾਣੇ, ਬਿਨ ਮਾਵਾਂ ਕੋਈ ਪੀੜ ਨਾ ਜਾਣੇ, ਮਾਵਾਂ ਹੁੰਦੀਆਂ ਠੰਡੀਆਂ ਛਾਵਾਂ। ਵਾਹ, ਕਿਆ ਬਾਤ। ਜਨਾਬ ਜਦੋਂ ਮੇਰੇ ਮੰਮੀ ਗੁਜ਼ਰੇ ਪਿਛਲੇ ਸਾਲ, 2 ਲਾਈਨਾਂ ਜੀ ਪਲੀਜ਼। ਨਾ ਪੁੱਛਣਾ ਕਿਸੇ ਨੇ ਹਾਲ ਮੇਰਾ, ਨਾ ਪੁੱਛਣਾ ਕਿਸੇ ਨੇ ਹਾਲ ਮੇਰਾ, ਨਹੀਂ ਫਿਕਰ ਕਿਸੇ ਨੇ, ਨਾ ਪੁੱਛਣਾ ਕਿਸੇ ਨੇ ਹਾਲ ਮੇਰਾ, ਨਾ ਫਿਕਰ ਕਿਸੇ ਨੇ ਕਰਨੇ, ਨਾ ਕਿਸੇ ਨੇ ਗਲੇ ਲਗਾਉਣਾ, ਨਾ ਹੱਥ ਸਿਰ ਤੇ ਕਿਸੇ ਨੇ ਧਰਨੇ, ਆਪੂ ਰੁੱਸੂ ਆਪੂ ਮੰਨੂ, ਆਪੂ ਰੁੱਸੂ ਆਪੂ ਮੰਨੂ, ਹਰ ਕੰਮ ਮੈਨੂੰ ਆਪੇ ਪੈਣੇ ਕਰਨੇ, ਨਾ ਕਿਸੇ ਨੇ ਪਿੱਠ ਥਪਕਣੀ, ਨਾ ਮਾਂ ਸਦਕੇ ਕਹਿ ਕੇ, ਦਿਲ ਦੇ ਦੁੱਖ ਕਿਸੇ ਨੇ ਸੁਣਨੇ, ਕਿਆ ਬਾਤ। ਮੇਰੇ ਜੀਵਨ ਦੇ ਵਿੱਚ ਢੁੱਲੀਆਂ ਡਾਢੀਆਂ ਗਰਮ ਹਵਾਵਾਂ, ਮਾਵਾਂ ਹੁੰਦੀਆਂ ਠੰਡੀਆਂ ਛਾਵਾਂ। ਵਾਹ, ਕਿਆ ਬਾਤ।
ਨਹੀਂ ਮੈਡਮ, ਮੇਰੇ ਪਤਾ ਜੀ ਮੈਨੂੰ ਮੈਡਮ ਅਸਲ 'ਚ ਨਾ ਇੱਕ ਜਿਹੜਾ ਮਾਂ ਨਾਲ ਇੱਕ ਨਾਤਾ ਆ, ਜਿਹੜਾ ਧੀ ਦਾ ਇੱਕ ਮਾਂ ਨਾਲ ਨਾਤਾ, ਉਹਦਾ ਕੋਈ ਹੋਰ ਕੋਈ ਬਦਲ ਹੈ ਨਹੀਂ, ਉਹਦਾ ਕੋਈ ਵਿਕਲਪ ਹੈ ਨਹੀਂ। ਇੱਕ ਬਹੁਤ ਇਮੋਸ਼ਨਲ, ਬਹੁਤ ਸਟਰੋਂਗ ਅਟੈਚਮੈਂਟ ਹੁੰਦੀ ਹੈ, ਕੋਈ ਸ਼ੱਕ ਨਹੀਂ ਉਹਦੇ 'ਚ। ਤੇ ਮੈਨੂੰ ਯਾਦ ਹੈਗਾ ਤੁਹਾਡੀ ਗੱਲ ਤੋਂ ਇੱਕ ਬੜਾ ਪੁਰਾਣਾ ਗੀਤ ਸੀ, ਮੈਨੂੰ ਯਾਦ ਹੈ, ਉਹਨਾਂ ਗਿਆ ਸੀ ਸ਼ਾਇਦ ਸੁਰਿੰਦਰ ਕੌਰ ਚ ਗਿਆ ਸੀ ਕਿ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਹਨਾ, ਕੁਛ ਕਰਦੀਆਂ ਗੱਲਾਂ ਅੜੀਆਂ ਨੇ। ਤੇ ਉਹਦੇ ਚ ਆਉਂਦਾ ਸੀ ਵੀ ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ, ਹਨਾ। ਤੇ ਮੈਨੂੰ ਲੱਗਦਾ, ਮੇਰਾ ਦਿਲ ਕਹਿੰਦਾ ਕਿ ਜਿਹੜਾ ਉਹ ਗੀਤ ਹੈ ਨਾ, ਉਹਦੇ ਹੁਣ ਬੋਲ ਬਦਲਣ ਦੀ ਲੋੜ ਆ। ਸਹੀ ਗੱਲ ਹੈ, ਠੀਕ ਹੈ ਨਾ। ਹੁਣ ਸਾਨੂੰ ਕਹਿਣ ਦੀ ਲੋੜ ਹੈ ਕਿ ਨਹੀਂ, ਕਣਕਾਂ ਲੰਮੀਆਂ ਧੀਆਂ ਨੂੰ ਵੀ ਜੰਮੀ ਮੇਰੀ ਮਾਏ। ਸਾਨੂੰ ਹੁਣ ਉਲਟ ਕਹਿਣ ਦੀ ਲੋੜ ਹੈ। ਉਹ ਇੱਕ ਉਸ ਸਮਾਂ ਸੀਗਾ, ਪੁਰਾਣਾ ਸਮਾਂ ਸੀ, ਜੋ ਵੀ ਸੀਗਾ। ਤੇ ਪਰ ਨਹੀਂ, ਤੁਹਾਡੀ ਕਵਿਤਾ ਸੀ, ਨਸ਼ੇ ਵਾਲੀ ਕਵਿਤਾ ਸੀ, ਗੱਲ ਕਰ ਰਹੇ ਸੀਗੇ। ਜੇ ਤੁਸੀਂ ਸੁਣਾ ਪਲੀਜ਼, ਜ਼ਰੂਰ। ਸਾਡੇ ਕੋਲ ਆਪਣਾ 7 ਮਿੰਟ ਹੈ, ਬਸ ਮੈਂ 2 ਮਿੰਟ ਸੁਣਾ ਦਿੰਦੀ ਹਾਂ। ਕੋਈ ਗੱਲ ਨਹੀਂ, ਆਰਾਮ ਨਾਲ, ਕੋਈ ਗੱਲ ਨਹੀਂ। ਮੇਰੀ ਕਵਿਤਾ ਦਾ ਵਿਸ਼ਾ ਜੀ ਅਨਹਦ ਨਾਦ ਜੀ। ਅਨਹਦ ਨਾਦ। ਤੇ ਇਹ ਕਵਿਤਾ ਮੈਂ ਉਹਨਾਂ ਨੂੰ ਡੈਡੀਕੇਟ ਕਰਦੀ ਹਾਂ, ਆਪਣੇ ਫਰੈਂਡਸ ਨੂੰ। ਜੀ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਹੈ, ਮੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਹੈ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਉਹਦੀਆਂ ਹੁੰਦਾ ਜੋ ਨਵਾਬ ਏ। ਗੱਠਵਾਂ ਸਰੀਰ ਉਹਦਾ, ਉੱਚਾ ਲੰਮਾ ਕੱਦ ਸੀ। ਵਾਹ। ਗੱਠਵਾਂ ਸਰੀਰ ਉਹਦਾ, ਉੱਚਾ ਲੰਮਾ ਕੱਦ ਸੀ। ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ। ਵਾਹ। ਗਾਉਂਦਾ ਸੀ ਉਹ ਜਿਵੇਂ ਅਨਹਦ ਨਾਦ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਵਾਹ। 6 ਫੁੱਟ ਕੱਦ ਉਹਦਾ, ਨਸ਼ਿਆਂ ਨੇ ਖਾ ਲਿਆ। 6 ਫੁੱਟ ਕੱਦ ਉਹਦਾ, ਨਸ਼ਿਆਂ ਨੇ ਖਾ ਲਿਆ। ਰੰਗ ਬਦਰੰਗ ਹੋਇਆ, ਮਰਜ਼ਾਂ ਨੇ ਢਾ ਲਿਆ। ਕਾਲਾ ਜਿਹਾ ਰੰਗ ਲੱਗੇ ਉੰਨਿਆਂ ਕਬਾਬੇ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਵਾਹ। ਤੁਰ ਗਿਆ ਬਾਪ ਬੜੀ ਮਾਂ ਮਜਬੂਰ ਸੀ। ਤੁਰ ਗਿਆ ਬਾਪ ਬੜੀ ਮਾਂ ਮਜਬੂਰ ਸੀ। ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ। ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੇ ਉਹਦੀ ਵਾਟੀ ਵੱਲੋਂ 2 ਲਾਈਨਾਂ ਜੀ। ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ। ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ। ਰੱਬ ਨੇ ਕਿਉਂ ਜ਼ਿੰਦਗੀ 'ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਕਿਆ ਬਾਤ। ਤੁਰ ਗਿਆ ਤੂੰ ਚੰਨਾ ਜਿੰਦ ਅਸਾਂ ਗਾਲ ਲਈ। ਤੁਰ ਗਿਆ ਤੂੰ ਚੰਨਾ
जिंद असां गाली विछोड़े वाली अग विच जिंद असां बाली वाह तेरे बाजों होया हुण साडा बुरा हाल है वाह मेरा वो जमाती मैनू हुण तक याद है। क्या बात है। मेरा वो जमाती मैनू हुण तक याद है कुंडियां सी मुछां जिवें हुंदा ओ नवाब वाह मेरा वो जमाती क्या बात। मैनू हुण तक याद है कुंडियां सी मुछां जिवें हुंदा ओ नवाब क्या बात है। वाह वाह क्या बात है मैडम। वाह क्या बात है। वाह ਔਰ ਬੇਸਿਕਲੀ ਤੁਸੀਂ ਇੱਕ ਕਵਿਤਾ ਦੇ ਮਾਧਿਅਮ ਰਾਹੀਂ ਇੱਕ ਗੀਤ ਦੇ ਮਾਧਿਅਮ ਰਾਹੀਂ ਦੱਸਿਆ ਕਿਹੜਾ ਨਸ਼ਿਆਂ ਨਾਲ ਕਿ ਇੱਕ ਜਵਾਨ ਘਰ ਦਾ ਮੁੰਡਾ ਹੁੰਦਾ ਵੀ ਜਵਾਨ ਬੱਚੇ ਦਾ ਕਿਵੇਂ ਹੋ ਜਾਂਦਾ। ਸੋ ਨਸ਼ਿਆਂ ਤੋਂ ਪਰਹੇਜ਼ ਕਰਨ ਦੀ ਨਸ਼ਿਆਂ ਤੋਂ ਗੁਰੇਜ਼ ਕਰਨ ਦੀ ਲੋੜ ਹੈ ਔਰ ਸਮਾਜਿਕ ਤੌਰ ਤੇ ਵੀ ਜਦੋਂ ਕੋਈ ਤੁਹਾਡੇ ਨੇੜੇ ਤੇੜੇ ਕੋਈ ਬੰਦਾ ਨਸ਼ਾ ਕਰ ਰਿਹਾ ਤੇ ਇੱਕ ਸਾਡਾ ਫਰਜ਼ ਬਣਦਾ ਆਪਣਾ ਜਾਤੀ ਫਰਜ਼ ਬਣਦਾ ਕਿ ਉਸ ਬਾਰੇ ਗੱਲ ਕੀਤੀ ਜਾਵੇ ਨਸ਼ਿਆਂ ਤੋਂ ਉਹਨੂੰ ਦੂਰ ਰੱਖਿਆ ਜਾਵੇ। ਔਰ ਮੈਨੂੰ ਖੁਸ਼ੀ ਹੈ ਕਿ कैलाश मुरली सरकार ने एक दर्द भरी कविता और जगतार तमान सर कह रहे हैं कांग्रेचुलेशन प्रितपाल एंड लाली जी क्रिस्टल क्लियर मैसेज पाल गुरदासपुरी जी कह रहे हैं कि वाह और तरसेम नूर सर जी ताहिरा सरां जी रुपिंदर रुपाल जी कह रहे हैं वाह वाह और जिन्ने भी साडे नाल जसप्रीत कौर फलकुणी कह रहे ने वाह और मेरे ख्याल जिन्ने भी साडे नाल जुड़े ने इस टाइम सारे ही कमाल दे आपस विच अपना एक इन्हां दा नाम है एक मुकाम है जिन्ने दोस्त जुड़े नाल चाहे तमान सर ने चाहे फलक मैडम ने चाहे तारा सराज जी ने ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਵੱਡੀ ਗੱਲ ਹੈ ਕਿ ਬਹੁਤ ਵਧੀਆ ਪ੍ਰੋਗਰਾਮ ਰਿਹਾ ਪੂਰਾ ਓਵਰਆਲ। किरण जी किरण पावा जी रुपिंदर शेखर सुमन जी और मैडम प्रीतोकर चाहल एक बड़ा आनंद आया पूरे प्रोग्राम अंदर पता नहीं चलिया कि 1.5 घंटा कितने चला गया बहुत जल्दी सारा कुछ दिल करता है कि डिस्टर्ब सर 2 मिनट है ਆਪਾਂ ਕੋਲ फिलहाल तो मैं अपना 2 मिनट 1 ਮਿੰਟ ਮੈਂ ਕਰ ਜੇ ਉਹ ਵੀ ਮੁਸ਼ਕਲ ਦੱਸੋ ਪਲੀਜ਼ ਦੱਸੋ ਤੁਸੀਂ ਪਲੀਜ਼। ਨਹੀਂ ਸਰ ਐਕਚੁਅਲੀ ਉਹ ਪ੍ਰਿਤਪਾਲ ਮੈਮ ਤੋਂ ਕੱਲ ਅਸੀਂ ਸੁਣਿਆ ਸੀ ਸਾਵਣ ਤੇ ਗਾਣਾ ਉਹ ਨਜ਼ਮ ਸੁਣਨੀ ਸੀ ਅਸੀਂ ਦੁਬਾਰਾ ਤੇ ਅਸੀਂ ਮੈਡਮ ਨੂੰ ਕਿਹਾ ਸੀ ਕੱਲ ਉਸ ਨਾਲ ਸ਼ੁਰੂ ਕਰਿਓ। ਉਹ ਅੱਛਾ ਨਹੀਂ मैं सुना दिनी जी। हाँ जी बिल्कुल मैम जी प्लीज मैं फटाफट सुना दिनी जी प्लीज फटाफट सुना के सी। थैंक यू। गर्मी दिया धुप्पां ने अग सीने लाई है सावन दिया चढ़िया ने ए अग बुझाई है वाह गर्मी दिया धुप्पां ने अग सीने लाई है सावन दिया चढ़िया ने ए अग बुझाई है पोए पट्ठी बन जावे जिवें दाने पुजदे ने इस सज विआही दे जिवें सुपने टुटदे ने सावन दे बदला ने बिजली लिशकाई है सावन दिया चढ़िया ने ए अग बुझाई है क्या बात है। मोर भी नचन ते कुदरत भी खुश होवे में मौत दे उत्ते भी जिंदगी दी जित होवे कंज कुआरी ने जिवें लई अंगड़ाई सावन दिया चढ़िया ने ए अग बुझाई जद थल एक होया है सावन दिया चढ़िया ने बचपन दिया यादां अज उंगल ला खड़िया ने कागज दी बेड़ी सी ना तेरा लिखिया सी ना मेरा लिख के तू फिर गल नबेड़ी सी बचपन दिया यादां ने तासी ने पाई है सावन दिया चढ़िया ने ए अग बुझाई है सावन दिया चढ़िया ने
ए अग बुझाई। क्या बात है, वाह वाह, क्या बात है, बहुत 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 थैंक यू। और थैंक यू किरण जी कहਣ ਵਾਸਤੇ, बहुत बहुत शुक्रिया। और बहुत कमाल दी ਤੁਹਾਡਾ कमाल ਦਾ गीत ਸੀਗਾ। और सर मेरा गीत फर्स्ट आया बिल्कुल बिल्कुल जी, बिल्कुल थ्रू वर्ल्ड ਜੀ। ਇਹ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਹੁਣ, ਕਿਉਂਕਿ ਸਮੇਂ ਦੀ ਸਾਨੂੰ ਪਾਬੰਦੀ ਆ, ਮੰਨਣੀ ਪੈਂਦੀ ਆ ਜੀ। ਅਲੀ ਸਰ ਮੇਰੇ ਜੀ, ਹਸਬੰਡ ਕੁਝ ਬੋਲਣਾ ਚਾਹੁੰਦੇ ਇੱਕ ਸੈਕਿੰਡ ਲਈ ਬੋਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪਲੀਜ਼। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਪਲੀਜ਼ ਜੀ। ਨਹੀਂ ਥੈਂਕ ਯੂ, ਤੁਹਾਡਾ ਬਹੁਤ ਸ਼ੁਕਰੀਆ। ਹਾਂਜੀ, ਤੁਹਾਡਾ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। लाली जी ਤੁਹਾਡਾ ਬਹੁਤ ਬਹੁਤ ਸ਼ੁਕਰੀਆ। और जी जी और ਵੱਡੀ ਗੱਲ ਹੈ ਕਿ ਆਪਣਾ ਸਾਰਾ ਪ੍ਰੋਗਰਾਮ ਬੜਾ ਕਮਾਲ ਦਾ ਪ੍ਰੋਗਰਾਮ ਰਿਹਾ। ਆਪਾਂ ਕਾਫੀ ਵਿਸ਼ਿਆਂ ਨੂੰ ਛੋਇਆ ਆਪਾਂ। ਔਰ ਕੈਲਾਸ਼ ਮਲੋਈ ਸਰ, ਤੁਹਾਡੇ ਕੋਲ ਮੈਂ ਗੁਸਤਾਖੀ ਮਾਫ, ਤੁਸੀਂ ਕਹਿ ਰਹੇ ਜੇ ਕਿ ਸਾਡੀ ਸਮਾਂ ਘੱਟ ਕਿਉਂ ਰੱਖਿਆ ਸੀਗਾ। ਪ੍ਰੋਗਰਾਮ ਸ਼ੁਰੂ ਕੀਤਾ ਸੀ ਉਸ ਵੇਲੇ, ਸੋ ਗੁਸਤਾਖੀ ਮਾਫ। ਪਰ ਜਦੋਂ ਤੁਸੀਂ ਨੈਕਸਟ ਟਾਈਮ ਆਓਗੇ ਤੇ ਆਪਾਂ ਯਤਨ ਕਰਾਂਗੇ ਪ੍ਰੋਗਰਾਮ 1.5 ਘੰਟੇ ਦਾ ਕੀਤਾ ਹੋਵੇ ਤੁਹਾਡੇ ਨਾਲ ਵੀ, ਠੀਕ ਹੈ ਨਾ। ਔਰ ਨੈਕਸਟ ਵੀਕ ਅਸੀਂ ਇਵੇਂ ਹੀ ਸਾਡੇ ਨਾਲ ਜੁੜੇ ਰਹੋ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ। ਨੈਕਸਟ ਵੀਕ ਸਾਡਾ ਖਾਸ ਪ੍ਰੋਗਰਾਮ ਹੋਏਗਾ 15 ਅਗਸਤ ਨੂੰ, ਕਿਉਂਕਿ ਆਪਾਂ ਗੱਲ ਕਰਾਂਗੇ ਆਪਣੀ ਸਾਂਝ ਦੀ, ਚੜ੍ਹਦੇ ਪੰਜਾਬ ਦੀ, ਲਹਿੰਦੇ ਪੰਜਾਬ ਦੀ। ਔਰ ਅਸੀਂ ਯਤਨ ਕਰਾਂਗੇ ਕਿ ਆਪਣੇ ਪੰਜਾਬ ਤੋਂ ਵੀ ਖਾਸ ਮਹਿਮਾਨ ਆਉਣਗੇ, ਪਾਕਿਸਤਾਨ ਤੋਂ ਖਾਸ ਮਹਿਮਾਨ ਆਉਣਗੇ, ਔਰ ਇੰਗਲੈਂਡ ਤੋਂ ਖਾਸ ਮਹਿਮਾਨ ਆਉਣਗੇ। ਇੱਕ ਯਤਨ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਇਵੇਂ ਹੀ ਪ੍ਰੋਗਰਾਮ ਵਿੱਚ ਕੁਛ ਨਾ ਕੁਛ ਸੁਨੇਹਾ, ਕੁਛ ਨਾ ਕੁਛ ਧਾਰਮਿਕ, ਕੁਛ ਨਾ ਸਮਾਜਿਕ ਜਿਹੜੇ ਮੁੱਦੇ ਨੇ ਉਠਾਏ ਜਾਣ, ਗੱਲ ਕੀਤੀ ਜਾਵੇ। ਤਾਂ ਇਵੇਂ ਹੀ ਸਾਡੇ ਨਾਲ ਜੁੜੇ ਰਹੋ। ਸਾਡੇ ਨਾਲ ਤੁਸੀਂ ਜੁੜ ਸਕਦੇ ਜੇ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ, ਹੈਸ਼ਟੈਗ ਕਲਮਾਂ ਦੇ ਅੰਗ ਸੰਗ ਸੋਸ਼ਲ ਮੀਡੀਆ ਤੇ, ਚਾਹੇ ਫੇਸਬੁੱਕ ਤੇ, ਚਾਹੇ ਯੂਟਿਊਬ ਤੇ। ਪਲੀਜ਼ ਜੁੜੇ ਰਹੋ। ਤੁਹਾਡੇ ਮਨ 'ਚ ਕੋਈ ਵੀ ਸ਼ੰਕਾ ਸਵਾਲ ਹੋਵੇ, ਚਾਹੇ ਮੇਰੇ ਨਾਲ ਸੰਪਰਕ ਕਰ ਲਿਓ, ਚਾਹੇ ਕਲਮਾਂ ਦੇ ਅੰਗ ਸੰਗ @gmail.com। ਪੂਰਾ ਪ੍ਰੋਗਰਾਮ ਵੇਖਣ ਲਈ ਜਿਨ੍ਹਾਂ ਦੋਸਤਾਂ ਨੇ ਵੇਖਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਵੇਂ ਹੀ ਮਿਲਦੇ ਹਾਂ ਤੁਹਾਨੂੰ ਫਿਰ ਅਗਲੇ ਹਫਤੇ ਇਸੇ ਟਾਈਮ ਤੇ, ਸ਼ਨੀਵਾਰ ਨੂੰ 7:30 ਸ਼ਾਮੀ ਪੰਜਾਬ ਟਾਈਮ ਮੁਤਾਬਕ, ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ। ਤਦ ਤੱਕ ਲਈ ਇਜਾਜ਼ਤ ਦਿਓ, ਆਪਣਾ ਧਿਆਨ ਰੱਖਿਓ, ਕੁਦਰਤ ਮਿਹਰਬਾਨ ਰਹੇ, ਰੱਬ ਰੱਖਾ। ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਲਾਲੀ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ। ਸਿਆਣੇ ਕਹਿੰਦੇ ਨੇ ਮਾਨਵਤਾ ਦੀ ਸੇਵਾ ਸਭ ਤੋਂ ਉੱਤਮ ਧਰਮ ਹੈ। ਜੇ ਕੋਈ ਲੋੜਵੰਦ ਮਿਲੇ ਤਾਂ ਉਸ ਦੀ ਜ਼ਰੂਰ ਬਾਂਹ ਫੜਨੀ ਚਾਹੀਦੀ ਹੈ। ਤੇ ਇਹ ਧਰਮ ਦੀ ਸੇਵਾ ਨਿਭਾਈ ਹੈ ਯੂਕੇ ਦੀ ਸੰਸਥਾ ਮਾਈ ਭਾਗੋ ਸੇਵਾ ਟਰਸਟ ਨੇ, ਜਿਨ੍ਹਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਲੋੜਵੰਦਾਂ ਦੀ ਬਾਂਹ ਫੜੀ ਤੇ ਉਹਨਾਂ ਦੀ ਹਰ ਇੱਕ ਲੋੜ ਨੂੰ ਪੂਰਾ ਕਰਨ ਦੀ ਪੁਰਜ਼ੋਰ ਕੋਸ਼ਿਸ਼ ਵੀ ਕੀਤੀ। ਗਵਾਂਢੀਆਂ ਮੇਰੇ ਨਾਲ ਰਾਮ ਮੂਰਤੀ ਆ। ਹਾਂਜੀ, ਮੈਂ ਬੱਸ ਸਟੈਂਡ 'ਚ ਕੰਮ ਕਰਦਾ। ਤੇ ਇਹਨਾਂ ਦੀ ਬਹੁਤ ਹਾਲਾਤ ਮਾੜੇ ਨੇ, 2 ਬੱਚੇ ਆ, ਤੇ ਕਿਰਪਾ ਕਰਕੇ ਇਹਨਾਂ ਦਾ ਜਿਹੜਾ ਮਕਾਨ ਬਣਾਇਆ ਜਾਏ। ਆਓ ਉਹਨਾਂ ਦੀ ਇਸ ਕੋਸ਼ਿਸ਼ ਦਾ ਆਪਾਂ ਵੀ ਹਿੱਸਾ ਬਣੀਏ, ਆਪਣਾ ਦਸਵੰਧ ਸਾਂਝਾ ਕਰੀਏ। ਜੇ ਤੁਸੀਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ, ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਹੇਠਾਂ ਦਿੱਤੇ ਅਕਾਊਂਟ ਵਿੱਚ ਆਪਣੀ ਸੇਵਾ ਵੀ ਸਾਂਝੀ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।